ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਲੜੀਵਾਰ ਆਪਾਂ ਕੰਪਿਊਟਰ ਦੇ ਜਿਹੜੇ ਨੇ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਹਾਂ। ਸੋ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਨਵਿਆਂ ਵਾਸਤੇ ਮੈਨੂੰ ਥੋੜ੍ਹਾ ਦੱਸਣਾ ਪੈਂਦਾ ਵੀ ਆਪਾਂ ਚੈਪਟਰ ਵਾਈਜ਼ ਡਿਵਾਈਡ ਕੀਤਾ ਸਾਰੇ ਪੁਰਾਣੇ ਕੁਐਸਚਨਾਂ ਨੂੰ। ਫਰਦਰ ਚੈਪਟਰ ਨੂੰ ਆਪਾਂ ਲੈਵਲ ਵਾਈਜ਼ ਡਿਵਾਈਡ ਕੀਤਾ ਹੋਇਆ। ਸੋ ਇਹ ਦੂਸਰਾ ਲੈਵਲ ਆਪਣਾ ਚੱਲ ਰਿਹਾ। ਇਸ ਤੋਂ ਬਾਅਦ ਆਪਾਂ ਤੀਸਰੇ ਲੈਵਲ ਤੇ ਆਵਾਂਗੇ ਤੇ ਪੰਜਾਬ ਪੁਲਿਸ ਦੇ ਲਈ ਇਹ ਸਪੈਸੀਫਿਕ ਆਪਾਂ ਵੀਡੀਓਜ਼ ਜਿਹੜੀਆਂ ਬਣਾ ਰਹੇ ਹਾਂ। ਸੋ ਸਾਰੇ ਹੀ ਜਿਹੜੇ ਡਿਫਿਕਲਟ ਟੌਪਿਕ ਨੇ, ਅਸਲ ਦੇ ਵਿੱਚ ਤਾਂ ਡਿਫਿਕਲਟ ਕੁਝ ਵੀ ਨਹੀਂ ਹੁੰਦਾ, ਪਰ ਆਪਾਂ ਨੂੰ ਲੱਗਦਾ ਹੈ ਵੀ ਜਿਹੜੇ ਬੱਚਿਆਂ ਨੂੰ ਇਹ ਲੱਗਦਾ ਵੀ ਕੰਪਿਊਟਰ ਥੋੜ੍ਹਾ ਜਿਹਾ ਔਖਾ ਹੁੰਦਾ ਹੈ ਜਾਂ ਪਹਿਲਾਂ ਉਸ ਲੈਵਲ ਦਾ ਨਹੀਂ ਪੜ੍ਹਿਆ ਆਪਾਂ, ਤਾਂ ਤੁਸੀਂ ਸਾਰੀਆਂ ਵੀਡੀਓ ਦੇਖੋ। ਤਾਂ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਿੰਨਾ ਵੀ ਆਪਾਂ ਕੰਮ ਕਰਵਾਇਆ ਹੋਇਆ ਹੈ, ਮੈਂ ਤੁਹਾਨੂੰ ਸਾਰਾ ਦੱਸਿਆ ਹੋਇਆ ਵੀ ਸਬ ਇੰਸਪੈਕਟਰ ਵਾਸਤੇ ਤੁਸੀਂ ਕਿਹੜੀਆਂ-ਕਿਹੜੀਆਂ ਵੀਡੀਓ ਦੇਖ ਸਕਦੇ ਹੋ। ਤਾਂ ਹੋ ਹੀ ਨਹੀਂ ਸਕਦਾ ਵੀ ਤੁਹਾਡਾ ਕੋਈ ਕੁਐਸਚਨ ਬਾਹਰ ਚਲਾ ਜਾਵੇ। ਲਾਸਟ ਟਾਈਮ ਵੀ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਸੀ ਬੱਚਿਆਂ ਨੇ, ਹਨਾ? ਤੁਸੀਂ ਦੇਖਿਆ ਹੋਣਾ ਕਮੈਂਟਾਂ ਦੇ ਵਿੱਚ ਬੱਚਿਆਂ ਨੇ ਖੁਦ ਦੱਸਿਆ ਸੀਗਾ ਵੀ ਸਾਡੇ 29 29 28 28 ਸਵਾਲ ਠੀਕ ਸੀਗੇ। ਸੋ ਇਸ ਵਾਰੀ ਤਾਂ ਸਮਾਂ ਹੀ ਬਹੁਤ ਹੈ ਆਪਣੇ ਕੋਲ, ਠੀਕ ਹੈ। ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 13ਵਾਂ ਚੈਪਟਰ ਨੈਟਵਰਕ ਸਿਕਿਉਰਿਟੀ ਜਾਂ ਸਾਈਬਰ ਸਿਕਿਉਰਿਟੀ, ਇੱਕੋ ਹੀ ਗੱਲ ਹੈ। ਇਸ ਵੀਡੀਓ ਦੇ ਲਈ ਤੁਹਾਡੀ ਬਹੁਤ ਜ਼ਿਆਦਾ ਡਿਮਾਂਡ ਵੀ ਹੈ, ਮੈਨੂੰ ਮੈਸੇਜ ਵੀ ਆਉਂਦੇ ਨੇ। ਬਹੁਤ ਬੱਚੇ ਸਮੇਂ ਦੇ ਕਹੀ ਜਾਂਦੇ ਸੀਗੇ ਵੀ ਕਾਫੀ ਟਾਈਮ ਦੇ ਵੀ ਇਹ ਵਾਲੇ ਟੌਪਿਕ ਸਾਨੂੰ ਕ੍ਰਿਪਟੋਗ੍ਰਾਫੀ ਕੀ ਹੁੰਦੀ ਹੈ ਇਹ ਕਰਵਾਏ ਜਾਣ, ਠੀਕ ਹੈ। ਸੋ ਆਪਾਂ ਇਹਨੂੰ ਡਿਸਕਸ ਕਰਦੇ ਹਾਂ। ਲੈਵਲ ਮੀਡੀਅਮ ਹੈ ਇਹ। ਸੋ ਇਹਦੇ ਵਿੱਚੋਂ ਪਹਿਲਾ ਸਵਾਲ ਦੇਖਦੇ ਹਾਂ, ਜਿਵੇਂ ਦੀ ਐਬਿਲਿਟੀ ਟੂ ਰਿਕਵਰ ਐਂਡ read deleted or damaged file from a criminal's computer is an example of a law enforcement specially called। ਤਾਂ ਕਹਿੰਦਾ ਉਹ ਵਾਲੀ ਐਬਿਲਿਟੀ ਯੋਗਤਾ ਰਿਕਵਰ ਕਰਨਾ ਜਾਂ ਫਾਈਲਾਂ ਨੂੰ ਰਿਕਵਰ ਕਰਨਾ ਜਾਂ ਰੀਡ ਕਰਨਾ। ਡਿਲੀਟਡ ਜਾਂ ਤਾਂ ਫਾਈਲ ਡਿਲੀਟ ਹੋ ਗਈ ਹੋਵੇ ਜਾਂ ਫਾਈਲ ਡੈਮੇਜ ਹੋ ਗਈ ਹੋਵੇ। ਫਰੋਮ ਇਹ ਕਾਹਦੇ ਚੋਂ? ਕ੍ਰਿਮੀਨਲ ਕੰਪਿਊਟਰ, ਜਿਹੜਾ ਕ੍ਰਿਮੀਨਲਸ ਦਾ ਕੰਪਿਊਟਰ ਉਹਦੇ ਵਿੱਚੋਂ। ਇਜ਼ ਐਨ ਐਗਜ਼ਾਮਪਲ ਆਫ ਲਾਅ ਇਨਫੋਰਸਮੈਂਟ ਸਪੈਸ਼ਲੀ। ਲਾਅ ਇਨਫੋਰਸਮੈਂਟ ਕਿਹੜੀ ਏਜੰਸੀ ਉਸ ਨੂੰ ਸਪੈਸ਼ਲੀ ਕੰਟਰੋਲ ਕਰਦੀ ਹੈ ਚੀਜ਼ਾਂ ਨੂੰ। ਜਿਵੇਂ ਆਪਾਂ ਨੂੰ ਪਤਾ ਹੈ ਵੀ ਕੋਈ ਕ੍ਰਾਈਮ ਸੀਨ ਹੋਇਆ ਹੋਵੇ, ਹਨਾ, ਕਿਤੇ ਆਪਾਂ ਜਾਂਚ ਦੇ ਲਈ ਚੀਜ਼ਾਂ ਭੇਜਣੀਆਂ ਹੋਣ ਤਾਂ ਆਪਾਂ ਨੂੰ ਬੋਲਦੇ ਨਹੀਂ ਵੀ ਉਹਦੀ ਫੋਰੈਂਸਿਕ ਰਿਪੋਰਟ ਆਉਣ ਵਾਲੀ ਹੈ, ਤਾਂ ਉਹ ਫੋਰੈਂਸਿਕ ਜਾਂਚ ਹੁੰਦੀ ਹੈ ਉਸਦੀ। ਤਾਂ ਰੋਬੋਟਿਕਸ ਨਹੀਂ ਹੈ, ਸਿਮੂਲੇਸ਼ਨ ਆਪਾਂ ਪਹਿਲਾਂ ਕਰ ਚੁੱਕੇ ਹਾਂ ਵੀ ਸਿਮੂਲੇਸ਼ਨ ਹੁੰਦਾ ਹੈ ਵਰਚੁਅਲ এনवायरमेंट ਦੇ ਵਿੱਚ ਚੀਜ਼ਾਂ ਬਣਾਉਣੀਆਂ। ਜਿਵੇਂ ਆਪਾਂ ਦੇਖਿਆ ਸੀਗਾ ਵੀ ਪਾਇਲਟ ਨੇ ਜਿਹੜੇ ਉਹ ਗੱਡੀਆਂ ਗੁੱਡੀਆਂ ਚਲਾਉਣਾ ਸਿੱਖਦੇ ਨੇ ਤਾਂ ਉਹ ਕਾਹਦੇ ਵਿੱਚ ਸਿੱਖਦੇ ਨੇ? ਸਿਮੂਲੇਟਡ এনवायरमेंट ਦੇ ਵਿੱਚ ਸਿੱਖਦੇ ਨੇ। ਐਨੀਮੇਸ਼ਨਾਂ ਹੁੰਦੀਆਂ ਜਿਵੇਂ ਆਪਾਂ ਕਾਰਟੂਨ ਵਗੈਰਾ ਦੇਖਦੇ ਹੋ, ਇਹ ਵੀ ਨਹੀਂ ਹੈ। ਤਾਂ ਕੰਪਿਊਟਰ ਫੋਰੈਂਸਿਕ ਹੀ ਇਹਦਾ ਆਨਸਰ ਹੈ ਸਹੀ। ਫੋਰੈਂਸਿਕ ਕੀ ਹੁੰਦਾ ਹੈ? ਕਿਸੇ ਵੀ ਚੀਜ਼ ਦੇ ਫਿੰਗਰਪ੍ਰਿੰਟ ਐਨਾਲਿਸਿਸ ਕਰਨੇ ਜਾਂ ਡੇਟਾ, ਆਡੀਓ, ਵੀਡੀਓ, ਫੋਟੋਆਂ ਸਾਰਾ ਦਾ ਐਨਾਲਿਸਿਸ ਕਰਨਾ, ਜਾਂ ਜੇ ਬੰਦਾ ਰੀਸੈਟ ਕਰ ਦਿੰਦਾ ਹੈ ਉਸ ਚੀਜ਼ ਦਾ ਐਨਾਲਿਸਿਸ ਕਰਨਾ। ਤੁਸੀਂ ਦੇਖਿਆ ਹੋਣਾ ਕ੍ਰਾਈਮ ਤੱਕ ਵਾਲੇ ਉਹ ਸਟੋਰੀ ਸੁਣਾਉਂਦੇ ਨੇ ਵੀ ਕਿਵੇਂ ਸਟੋਰੀਜ਼ ਉਹ ਜਿਹੜੀਆਂ ਸੁਲਝਾ ਲਈਆਂ ਜਾਂਦੀਆਂ ਨੇ। ਅੱਜ ਕੱਲ੍ਹ ਜਿਵੇਂ ਡਿਜੀਟਲ ਦਾ ਜ਼ਮਾਨਾ ਹੈ ਤਾਂ ਡਿਜੀਟਲ ਚੀਜ਼ਾਂ ਨੂੰ ਹੀ ਫੋਰੈਂਸਿਕ ਵਾਲੇ ਜਿਹੜੇ ਬੰਦੇ ਹੁੰਦੇ ਨੇ, ਫੋਰੈਂਸਿਕ ਟੀਮ ਹੈ ਜਿਹੜਾ, ਉਹ ਸਾਰਾ ਇਸ ਨੂੰ ਰਿਕਵਰ ਕਰ ਸਕਦੇ ਨੇ। ਕਲੀਅਰ? ਆਪਾਂ ਵੀ ਕਰ ਸਕਦੇ ਹਾਂ ਵੈਸੇ, ਡਾਟਾ ਡਿਲੀਟ ਹੋ ਜੇ ਤਾਂ ਸਪੈਸੀਫਿਕ ਸੌਫਟਵੇਅਰ ਆਉਂਦੇ ਨੇ, ਬਟ ਉਹਦੇ ਵਿੱਚ ਕੰਡੀਸ਼ਨ ਇਹ ਹੈ, ਮੈਂ ਮੈਮਰੀ ਵਾਲੇ ਚੈਪਟਰ ਦੇ ਵਿੱਚ ਤੁਹਾਨੂੰ ਪੜ੍ਹਾਇਆ ਵੀ ਸੀਗਾ ਵੀ ਓਵਰਰਾਈਟ ਨਾ ਹੋਇਆ ਹੋਵੇ ਡਾਟਾ ਵਾਰੀ-ਵਾਰੀ। ਜੇ ਓਵਰਰਾਈਟ ਹੋ ਗਿਆ ਫਿਰ ਨਹੀਂ ਉਹ ਡਾਟਾ ਰਿਕਵਰ ਹੁੰਦਾ। ਸਪੋਜ਼ ਕਰੋ ਇਹ ਤੁਹਾਡੀ ਪੈਨ ਡਰਾਈਵ ਹੈ, 8 GB ਦਾ ਡਾਟਾ ਇਹਦੇ ਵਿੱਚ ਆਪਾਂ ਸਟੋਰ ਕਰਦੇ ਹਾਂ। ਇੱਕ ਵਾਰੀ ਤੁਸੀਂ ਫਾਰਮੈਟ ਕਰਤੀ, ਡਿਲੀਟ ਕਰਤੀ ਤੇ ਦੁਬਾਰੇ ਉਹ ਰਿਕਵਰ ਹੋ ਜਾਂਦਾ। ਜੇ ਦੁਬਾਰੇ 8 GB ਰੀਰਾਈਟ ਕਰਤਾ ਫਿਰ ਥੋੜਾ ਜਿਹਾ ਚਾਂਸਸ ਉਹਦੇ ਘਟ ਜਾਂਦੇ ਨੇ ਡਾਟਾ ਦੇ ਰਿਕਵਰੀ ਦੇ, ਠੀਕ ਹੈ। ਸੋ ਇਹ ਸੀਗਾ ਪਹਿਲਾ ਕੁਐਸਚਨ। ਦੂਸਰਾ ਕੁਐਸਚਨ ਹੈ ਵਟ ਇਜ਼ ਆਰ ਇੰਪੋਰਟੈਂਟ ਫੀਚਰਸ ਆਫ ਡਿਜੀਟਲ ਸਿਗਨੇਚਰ। ਕਹਿੰਦਾ ਡਿਜੀਟਲ ਸਿਗਨੇਚਰ ਦੇ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਇੰਪੋਰਟੈਂਟ ਫੀਚਰਸ ਨੇ? ਕਿ ਡਿਜੀਟਲ ਸਿਗਨੇਚਰ ਸਾਨੂੰ ਆਥੈਂਟੀਕੇਸ਼ਨ ਦਿੰਦਾ, ਆਥੈਂਟੀਕੇਸ਼ਨ, ਇੰਟੀਗ੍ਰਿਟੀ ਐਂਡ ਨੌਨ ਰੈਪੂਟੇਸ਼ਨ ਦਿੰਦਾ, ਕੱਲਾ ਨੌਨ ਰੈਪੂਟੇਸ਼ਨ ਦਿੰਦਾ, ਕੱਲਾ ਇੰਟੀਗ੍ਰਿਟੀ ਦਿੰਦਾ, ਹਨਾ। ਸੋ ਪਹਿਲੀ ਗੱਲ ਤਾਂ ਆਪਾਂ ਇਹ ਟਰਮਾਂ ਪੜਾਂਗੇ, ਆਥੈਂਟੀਕੇਸ਼ਨ ਕੀ ਹੁੰਦਾ ਹੈ, ਇੰਟੀਗ੍ਰਿਟੀ ਕੀ ਹੁੰਦਾ, ਨੌਨ ਰੈਪੂਟੇਸ਼ਨ ਕੀ ਹੁੰਦਾ, ਹਨਾ। ਤੇ ਉਸ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਆਪਾਂ ਡਿਜੀਟਲ ਸਿਗਨੇਚਰ ਪੜਾਂਗੇ। ਤਾਂ ਡਿਜੀਟਲ ਸਿਗਨੇਚਰ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਫੋਰ ਐਗਜ਼ਾਮਪਲ ਆਪਾਂ ਥੋੜਾ ਜਿਹਾ ਦੇਖ ਲੈਂਦੇ ਹਾਂ। ਜਿਵੇਂ ਆਪਾਂ ਬੈਂਕ ਦੇ ਵਿੱਚ ਪੁਰਾਣਾ ਸਿਸਟਮ ਚੱਲਦਾ ਸੀਗਾ, ਹਨਾ, ਆਪਾਂ ਸਾਈਨ ਕਰਦੇ ਸੀ, ਬੈਂਕ ਖਾਤਾ ਖੁਲਾਉਂਦੇ ਸੀ, ਕਾਹਦੇ ਲਈ? ਉਹ ਸਾਡੀ ਸਿਕਿਉਰਿਟੀ ਦੇ ਲਈ ਸੀ। ਜਦੋਂ ਅਸੀਂ ਦੁਬਾਰੇ ਪੈਸੇ ਕਢਾਉਣ ਜਾਂਦੇ ਸੀ ਤਾਂ ਉਹ ਸਾਨੂੰ ਕਹਿੰਦੇ ਆ ਵੀ ਚੈੱਕ ਦੇ ਪਿੱਛੇ ਤੁਸੀਂ ਜੇ ਕੋਈ ਚੈੱਕ ਲਾਉਣਾ ਹੈ, ਚੈੱਕ ਲਾਉਣ ਦੀ ਚਲੋ ਵੱਡੀ ਗੱਲ ਨਹੀਂ, ਜੇ ਆਪਾਂ ਪੈਸੇ ਜਮ੍ਹਾਂ ਕਰਾਉਣਾ ਫਿਰ ਨਹੀਂ ਇੰਨਾ ਪੁੱਛਿਆ ਜਾਂਦਾ। ਤੇ ਜੇ ਅਸੀਂ ਪੈਸੇ ਕਢਵਾਉਣੇ ਨੇ ਫਿਰ ਉਹ ਸਾਨੂੰ ਉਹ ਜਿਹੜੀ ਸਲਿੱਪ ਭਰਦੇ ਆ ਉਹ ਕਹਿੰਦੇ ਨੇ ਵੀ ਉਹਦੇ ਪਿੱਛੇ ਤੁਸੀਂ 2 ਸਾਈਨ ਕਰੋ। ਤਾਂ ਸਾਈਨ ਸਾਡੇ ਮੈਚ ਕੀਤੇ ਜਾਂਦੇ ਨੇ। ਜੇਕਰ ਸਾਈਨ ਮੈਚ ਹੋ ਜਾਂਦੇ ਨੇ ਤਾਂ ਉਹ ਅਸੀਂ ਅਥੈਂਟੀਕੇਟ ਹੋ ਜਾਂਦੇ ਆ ਵੀ ਆਰ ਦੀ ਰਾਈਟ ਪਰਸਨ। ਅਦਰਵਾਈਜ਼ ਜੇ ਉਹ ਮੈਚ ਨਹੀਂ ਕਰਦੇ, ਤੁਸੀਂ ਦੇਖਿਆ ਹੋਣਾ 2-3 ਸਾਲਾਂ ਬਾਅਦ, 4 ਸਾਲਾਂ ਬਾਅਦ ਤੁਸੀਂ ਬੈਂਕ 'ਚ ਨਹੀਂ ਗਏ, ਕਦੇ ਤੁਸੀਂ ਜਾ ਕੇ, ਕਿਉਂਕਿ ਅੱਜ ਕੱਲ੍ਹ ਆਨਲਾਈਨ ਆਪਾਂ ਨੂੰ ਲੋੜ ਹੀ ਨਹੀਂ ਪੈਸੇ ਪੂਸੇ ਕਢਾਉਣ ਦੀ, ਹਨਾ। ਕਦੇ ਜਾਓਗੇ ਜਾ ਕੇ ਤੁਹਾਡੇ ਸਿਗਨੇਚਰ ਬਦਲ ਗਏ। ਹੁਣ ਜਿਵੇਂ ਮੋਸਟਲੀ ਮੈਂ ਸਿਗਨੇਚਰ ਕੀਤੇ ਹੋਏ ਸੀ ਬੈਂਕ ਦੇ ਵਿੱਚ ਇਸ ਤਰ੍ਹਾਂ ਕਰਕੇ, ਜਿਹੜਾ ਮੈਂ ਪਹਿਲਾਂ ਡੇਟਾ ਦਿੱਤਾ ਹੋਇਆ ਸੀ ਨਾ,
ਕਾਫੀ ਮੈਂ 6-7 ਸਾਲਾਂ ਬਾਅਦ ਗਿਆ ਤੇ ਮੈਂ ਜਾ ਕੇ ਐ ਕਰਨ ਲੱਗ ਗਿਆ, ਕਿਉਂਕਿ ਮੈਨੂੰ ਹੁਣ ਜਦੋਂ ਆਪਾਂ ਸਟੂਡੈਂਟਸ ਦੀਆਂ ਫਾਈਲਾਂ ਚੈੱਕ ਕਰਦੇ ਆ ਫਿਰ ਕੱਲੀ ਫਾਈਲ ਤੇ ਇਹ ਨਹੀਂ ਨਾ ਕਰ ਸਕਦੇ, ਤਾਂ ਲੈਬ ਦੇ ਵਿੱਚ ਹੁਣ 200 ਫਾਈਲ ਚੈੱਕ ਕਰਨੀ ਹੈ, ਇੰਨਾ ਸਾਈਨ ਕਰਨ ਲੱਗੇ ਤਾਂ ਤੁਸੀਂ ਖਤਮ ਹੀ ਹੋ ਜਾਓਗੇ। ਤਾਂ ਮੈਨੂੰ ਆਦਤ ਪੈ ਗਈ ਇਸ ਤਰ੍ਹਾਂ ਕਰਨ ਦੀ, ਹਨਾ। ਤਾਂ ਮੈਂ ਜਾ ਕੇ ਪੈਸੇ ਕਢਾਉਣ ਗਿਆ ਤੇ ਮੈਂ ਸਾਈਨ ਕੀਤੇ ਤੇ ਉਹ ਕਹਿੰਦਾ ਜੀ ਤੁਹਾਡੇ ਤਾਂ ਸਾਈਨ ਹੀ ਹੈ ਨਹੀਂ, ਇਹ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਨਾ। ਸੋ ਫਿਰ ਮੈਂ ਪੂਰੇ ਸਿਗਨੇਚਰ ਕੀਤੇ, ਫਿਰ ਮੈਨੂੰ ਪਤਾ ਲੱਗਿਆ ਵੀ ਮੇਰੇ ਇੱਥੇ ਜਿਹੜੇ ਸਿਗਨੇਚਰ ਸੇਵ ਨੇ ਇਹਨੇ ਉਹਦੇ ਨਾਲ ਮੈਚ ਕਰਨੇ ਨੇ ਬੰਦੇ ਨਾਲ। ਤਾਂ ਉਵੇਂ ਹੀ ਜਿਵੇਂ ਆਪਾਂ ਲੇਮੈਨ ਸਮਝਿਆ ਵੀ ਜਿਵੇਂ ਬੈਂਕਾਂ ਦੇ ਵਿੱਚ ਚੈੱਕ ਕੰਮ ਕਰਦੇ ਸੀ ਜਾਂ ਸਾਈਨ ਕੰਮ ਕਰਦੇ ਸੀ, ਹਨਾ, ਉਵੇਂ ਹੀ ਆਨਲਾਈਨ ਸਿਗਨੇਚਰ ਦਾ ਕੰਮ ਹੁੰਦਾ ਹੈ। ਪਹਿਲਾਂ ਸਾਈਨਿੰਗ ਪ੍ਰੋਸੈਸ ਹੁੰਦਾ ਹੈ, ਬਾਅਦ ਦੇ ਵਿੱਚ ਕੀ ਹੁੰਦੇ ਨੇ, ਉਹ ਮੈਚ ਕੀਤੇ ਜਾਂਦੇ ਨੇ। ਤੇ ਜੇ ਉਹ ਮੈਚ ਨਹੀਂ ਹੁੰਦੇ ਤਾਂ ਫਿਰ ਉਸ ਦੀ ਆਪਾਂ ਕਹਿ ਸਕਦੇ ਹਾਂ ਵੀ ਡਾਟਾ ਜਿਹੜਾ ਹੈ ਉਹ ਚੇਂਜ ਕੀਤਾ ਗਿਆ। ਸੋ ਇਹਦਾ ਮੈਂ ਤੁਹਾਨੂੰ ਪੂਰਾ ਪ੍ਰੋਸੈਸ ਸਮਝਾਉਣਾ। ਵੈਸੇ ਇਹ ਜੇ ਆਪਾਂ ਦੇਖਿਆ ਜਾਵੇ ਤਾਂ ਤੀਜੇ ਲੈਵਲ ਦਾ ਕੁਐਸਚਨ ਹੈ, ਪਰ ਮੈਂ ਵਿੱਚ ਦੂਜੇ ਲੈਵਲ ਦੇ ਵਿੱਚ ਪਾਇਆ ਹੋਇਆ ਕਿਉਂਕਿ ਇਹ ਲੈਂਦੀ ਹੈ ਥੋੜਾ ਜਿਹਾ ਟ੍ਰੇਲਰ ਜਾਂ ਤੁਹਾਨੂੰ ਮੈਂ ਅੱਜ ਦੱਸੂਗਾ। ਜੇ ਨਾ ਸਮਝ ਲੱਗਿਆ ਆਪਾਂ ਤੀਜੇ ਲੈਵਲ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਦੇਖਾਂਗੇ, ਠੀਕ ਹੈ। ਸੋ ਆਪਾਂ ਸਮਝਦੇ ਹਾਂ। ਇਸ ਤੋਂ ਪਹਿਲਾਂ ਡਿਜੀਟਲ ਸਿਗਨੇਚਰ ਤੇ ਜਾਣ ਤੋਂ ਪਹਿਲਾਂ ਆਪਾਂ ਨੂੰ ਕ੍ਰਿਪਟੋਗ੍ਰਾਫੀ ਜਾਂ ਇਨਕ੍ਰਿਪਸ਼ਨ ਪੜ੍ਹਨ ਦੀ ਲੋੜ ਹੈ। ਇਨਕ੍ਰਿਪਸ਼ਨ ਕੀ ਹੁੰਦੀ ਹੈ? ਡੇਟਾ ਨੂੰ ਜਿਵੇਂ ਮੈਂ ਕਹਤਾ ਵੀ ਹੈਲੋ, ਹਨਾ, ਹੈਲੋ ਇੱਕ ਮੈਸੇਜ ਹੈ ਜਿਹਨੂੰ ਆਪਾਂ ਡਾਇਰੈਕਟਲੀ ਨੈਟਵਰਕ ਤੇ ਸੈਂਡ ਕਰਾਂਗੇ ਤਾਂ ਕੋਈ ਵੀ ਰੀਡ ਕਰ ਸਕਦਾ। ਜੇ ਹੈਲੋ ਦੀ ਜਗ੍ਹਾ ਤੇ ਆਪਾਂ @ ਜਾਂ $, @24# ਜੇ ਆਪਾਂ ਹੈਲ ਨੂੰ ਇਹਦੇ ਨਾਲ ਰਿਪਲੇਸ ਕਰ ਦਈਏ ਤਾਂ ਇਹ ਕਿਸੇ ਨੂੰ ਸਮਝ ਨਹੀਂ ਆਉਂਦਾ। ਤਾਂ ਤੁਸੀਂ ਪੜ੍ਹਿਆ ਹੋਣਾ ਰੀਜ਼ਨਿੰਗ ਦੇ ਵਿੱਚ ਐਨਕੋਡਿੰਗ ਪੜ੍ਹਦੇ ਹੋਵੋਗੇ ਤੁਸੀਂ, ਇਹਨੂੰ ਆਪਾਂ ਇਨਕ੍ਰਿਪਸ਼ਨ ਬੋਲ ਦਿੰਦੇ ਹਾਂ, ਠੀਕ ਹੈ। ਇਨਕ੍ਰਿਪਸ਼ਨ ਮੈਂ ਲੈਵਲ 1 ਦੇ ਵਿੱਚ ਚੰਗੀ ਤਰ੍ਹਾਂ ਇਹ ਕਰਾਇਆ ਹੋਇਆ। ਇਹਨੂੰ ਆਪਾਂ ਪਲੇਨ ਟੈਕਸਟ ਬੋਲਦੇ ਹਾਂ। ਪਲੇਨ ਟੈਕਸਟ ਇਹ ਹੁੰਦਾ ਆਪਣੇ ਕੋਲੇ ਸਾਈਫਰ ਟੈਕਸਟ, ਲਿਖ ਲਿਓ ਨਾਲ। ਪਲੇਨ ਟੈਕਸਟ ਨੂੰ ਸਾਈਫਰ ਟੈਕਸਟ ਦੇ ਵਿੱਚ ਕਨਵਰਟ ਕਰਨ ਨੂੰ ਜਿਹੜੀ ਪ੍ਰੋਸੈਸ ਲੱਗਦੀ ਹੈ ਉਹਨੂੰ ਆਪਾਂ ਬੋਲ ਦਿੰਦੇ ਆ ਜਾਂ ਤਾਂ ਐਨਕੋਡਿੰਗ ਤੇ ਜਾਂ ਇਨਕ੍ਰਿਪਸ਼ਨ। ਇਸੇ ਨੂੰ ਸਕ੍ਰੈਂਬਲਿੰਗ ਵੀ ਕਿਹਾ ਜਾਂਦਾ, ਤੁਸੀਂ ਸਕ੍ਰੈਂਬਲਿੰਗ ਵੀ ਲਿਖ ਸਕਦੇ ਹੋ। ਸਕ੍ਰੈਂਬਲਿੰਗ, ਇਹ ਵੀ ਸਵਾਲ ਇੱਕ ਵਾਰੀ ਪੁੱਛਿਆ ਸੀ ਵੀ ਡੇਟਾ ਸਕ੍ਰੈਂਬਲਿੰਗ ਕੀ ਹੁੰਦੀ ਹੈ। ਪਲੇਨ ਟੈਕਸਟ ਮੈਸੇਜ ਨੂੰ ਸਾਈਫਰ ਟੈਕਸਟ ਦੇ ਵਿੱਚ ਕਨਵਰਟ ਕਰਨ ਨੂੰ ਜਾਂ ਤਾਂ ਐਨਕੋਡਿੰਗ ਬੋਲ ਸਕਦੇ ਆ, ਜਾਂ ਇਨਕ੍ਰਿਪਸ਼ਨ ਬੋਲ ਸਕਦੇ ਆ, ਜਾਂ ਸਕ੍ਰੈਂਬਲਿੰਗ ਬੋਲ ਸਕਦੇ ਆ, ਯਾਦ ਰੱਖਣਾ ਹੈ। ਤਾਂ ਹੁਣ ਡੇਟਾ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਦੇ ਲਈ ਸਾਨੂੰ ਇਹ ਵਾਲੀ ਸਾਈਫਰ ਟੈਕਸਟ ਚਾਹੀਦੀ ਹੈ। ਤੇ ਸਾਈਫਰ ਟੈਕਸਟ ਜਦੋਂ ਰਿਸੀਵਰ ਕੋਲੇ ਪਹੁੰਚ ਗਈ, ਦੁਬਾਰਾ ਫਿਰ ਇਸ ਸਾਈਫਰ ਟੈਕਸਟ ਨੂੰ ਪਲੇਨ ਟੈਕਸਟ ਕਨਵਰਟ ਕਰਨ ਨੂੰ ਡੀਕੋਡਿੰਗ ਜਾਂ ਡੀਕ੍ਰਿਪਸ਼ਨ ਬੋਲਿਆ ਜਾਂਦਾ, ਠੀਕ ਹੈ। ਸੋ ਇਹ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਕਾਹਦੇ ਨਾਲ ਹੁੰਦੀ ਹੈ? ਇੱਥੇ ਇੱਕ ਆਪਣੇ ਕੋਲੇ ਕੀਜ਼ ਚਾਹੀਦੀਆਂ ਨੇ, ਚਾਬੀਆਂ ਚਾਹੀਦੀਆਂ ਨੇ, ਜਿਹਨੂੰ ਆਪਾਂ ਲੌਕ ਲਾਉਨੇ ਆ ਉਹਦੇ ਲਈ ਕੀਜ਼ ਚਾਹੀਦੀਆਂ ਨੇ। ਉਵੇਂ ਹੀ ਇਹ ਇਨਕ੍ਰਿਪਸ਼ਨ ਆਪਾਂ ਕਹਿ ਸਕਦੇ ਹਾਂ। ਦੋ ਤਰ੍ਹਾਂ ਦੀ ਇਨਕ੍ਰਿਪਸ਼ਨ ਹੁੰਦੀ ਹੈ, ਜਾਂ ਇਹਨੂੰ ਕ੍ਰਿਪਟੋਗ੍ਰਾਫੀ ਬੋਲਦੇ ਆ ਜਾਂ ਇਨਕ੍ਰਿਪਸ਼ਨ ਬੋਲਦੇ ਆ। ਕ੍ਰਿਪਟੋਗ੍ਰਾਫੀ ਸ਼ਬਦ ਜ਼ਿਆਦਾ ਬੜੀ ਵਧੀਆ ਹੈ, ਕ੍ਰਿਪਟੋਗ੍ਰਾਫੀ। ਇਹ ਕ੍ਰਿਪਟੋਗ੍ਰਾਫੀ ਮੇਨਲੀ ਦੋ ਤਰ੍ਹਾਂ ਦੀ ਹੁੰਦੀ ਹੈ, ਪ੍ਰਾਈਵੇਟ ਕੀ ਕ੍ਰਿਪਟੋਗ੍ਰਾਫੀ ਹੈ ਨਾ, ਦੂਸਰਾ ਹੁੰਦਾ ਪਬਲਿਕ ਕੀ ਕ੍ਰਿਪਟੋਗ੍ਰਾਫੀ। ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਪਬਲਿਕ ਕੀ ਕ੍ਰਿਪਟੋਗ੍ਰਾਫੀ ਤੇ ਪ੍ਰਾਈਵੇਟ ਕੀ ਕ੍ਰਿਪਟੋਗ੍ਰਾਫੀ ਹੈ ਨਾ, ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਜਾਂ ਇਹਨੂੰ ਪਬਲਿਕ ਕੀ ਇਨਕ੍ਰਿਪਸ਼ਨ ਤੇ ਪ੍ਰਾਈਵੇਟ ਕੀ ਇਨਕ੍ਰਿਪਸ਼ਨ ਵੀ ਬੋਲਿਆ ਜਾਂਦਾ ਹੈ। ਆਪਾਂ ਕਹਿ ਸਕਦੇ ਹਾਂ ਇਹ ਦੋ ਤਰ੍ਹਾਂ ਦੀਆਂ ਨੇ। ਜਿਵੇਂ ਇਸ ਦਾ ਹੀ ਦੂਸਰਾ ਨਾਮ ਹੈਗਾ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ। ਦੇਖੋ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਨੂੰ ਅਸੀਂ ਪ੍ਰਾਈਵੇਟ ਕੀ ਇਨਕ੍ਰਿਪਸ਼ਨ ਜਾਂ ਸੀਕ੍ਰੇਟ ਕੀ ਇਨਕ੍ਰਿਪਸ਼ਨ ਜਾਂ ਕ੍ਰਿਪਟੋਗ੍ਰਾਫੀ ਵੀ ਬੋਲ ਸਕਦੇ ਆ। ਸਿਮੈਟ੍ਰਿਕ ਕੀ ਕ੍ਰਿਪਟੋਗ੍ਰਾਫੀ ਇੱਕੋ ਹੀ ਗੱਲ ਆ, ਠੀਕ ਹੈ। ਸਿਮੈਟ੍ਰਿਕ ਕੀ ਕ੍ਰਿਪਟੋਗ੍ਰਾਫੀ ਇਸੇ ਨੂੰ ਹੀ ਪ੍ਰਾਈਵੇਟ ਕੀ ਕ੍ਰਿਪਟੋਗ੍ਰਾਫੀ ਜਾਂ ਇਨਕ੍ਰਿਪਸ਼ਨ, ਇਸੇ ਨੂੰ ਹੀ ਸੀਕ੍ਰੇਟ ਕੀ ਕ੍ਰਿਪਟੋਗ੍ਰਾਫੀ ਜਾਂ ਇਨਕ੍ਰਿਪਸ਼ਨ। ਬਹੁਤ ਧਿਆਨ ਨਾਲ ਸਮਝਣ ਵਾਲਾ ਟੌਪਿਕ ਹੈ ਤੇ ਬੜਾ ਹੀ ਘੈਂਟ ਟੌਪਿਕ ਹੈ। ਇਹ ਹੋ ਹੀ ਨਹੀਂ ਸਕਦਾ ਵੀ ਇਹਦੇ ਵਿੱਚੋਂ ਜੇ ਤੁਸੀਂ ਡਿਟੇਲ ਦੇ ਵਿੱਚ ਆਪਾਂ ਪੂਰਾ ਐਨਾਲਿਸਿਸ ਕਰਕੇ ਕੰਮ ਕਰਾਂਗੇ ਤਾਂ ਫਸ ਹੀ ਨਹੀਂ ਸਕਦਾ ਸਵਾਲ ਸਾਡਾ। ਤਾਂ ਦੇਖੋ ਆਹ ਪਲੇਨ ਟੈਕਸਟ ਸੀਗੀ, ਪਲੇਨ ਟੈਕਸਟ ਨੂੰ ਸਾਈਫਰ ਟੈਕਸਟ ਜਿਹੜੀ ਰੀਡੇਬਲ ਨਹੀਂ ਹੈਗੀ ਇਹਦੇ ਵਿੱਚ ਕਨਵਰਟ ਕੀਤਾ। ਕਿਹੜੀ ਪ੍ਰੋਸੈਸ ਲੱਗੀ ਹੈ? ਇਨਕ੍ਰਿਪਸ਼ਨ। ਫਿਰ ਸਾਈਫਰ ਟੈਕਸਟ ਨੂੰ ਦੁਬਾਰਾ ਪਲੇਨ ਚ ਕੀਤਾ ਤਾਂ ਕਿਹੜੀ ਪ੍ਰੋਸੈਸ ਲੱਗੀ ਹੈ? ਡੀਕ੍ਰਿਪਸ਼ਨ। ਦੇਖੋ ਜਦੋਂ ਅਸੀਂ ਇਨਕ੍ਰਿਪਸ਼ਨ ਕੀਤੀ ਹੈ ਉੱਥੇ ਵੀ ਸੇਮ ਹੀ ਚਾਬੀ ਲੱਗੀ ਹੈ, ਇੱਕੋ ਹੀ ਚਾਬੀ ਲੱਗੀ ਹੈ ਜਿਹਨੂੰ ਸੀਕ੍ਰੇਟ ਕੀ ਬੋਲਦੇ ਆ, ਤੇ ਡੀਕ੍ਰਿਪਸ਼ਨ ਵੇਲੇ ਵੀ ਇੱਕੋ ਹੀ ਚਾਬੀ ਲੱਗੀ ਹੈ ਜਿਹਨੂੰ ਅਸੀਂ ਸੀਕ੍ਰੇਟ ਕੀ ਬੋਲਦੇ ਆ। ਤਾਂ ਇਹ ਦੋਨੋਂ ਚਾਬੀਆਂ ਸੇਮ ਨੇ। ਤਾਂ ਉਹ ਵਾਲੀ ਇਨਕ੍ਰਿਪਸ਼ਨ ਜਾਂ ਉਹ ਵਾਲੀ ਕ੍ਰਿਪਟੋਗ੍ਰਾਫੀ ਜਿਹਦੇ ਵਿੱਚ ਇਨਕ੍ਰਿਪਸ਼ਨ ਦੇ ਲਈ ਤੇ ਡੀਕ੍ਰਿਪਸ਼ਨ ਦੇ ਲਈ ਇੱਕੋ ਹੀ ਚਾਬੀ ਵਰਤੀ ਜਾਵੇ, ਉਹਨੂੰ ਆਪਾਂ ਕੀ ਬੋਲਾਂਗੇ? ਪਬਲਿਕ ਕੀ, ਸੌਰੀ ਗਲਤ ਬੋਲ ਗਿਆ ਮੈਂ, ਉਹਨੂੰ ਆਪਾਂ ਕੀ ਬੋਲਾਂਗੇ? ਸਿਮੈਟ੍ਰਿਕ ਕੀ ਇਨਕ੍ਰਿਪਸ਼ਨ, ਪ੍ਰਾਈਵੇਟ ਕੀ ਇਨਕ੍ਰਿਪਸ਼ਨ ਜਾਂ ਸੀਕ੍ਰੇਟ ਕੀ ਜਾਂ ਸੇਮ ਕੀ ਇਨਕ੍ਰਿਪਸ਼ਨ। ਕਿਉਂ? ਕਿਉਂਕਿ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਦੇ ਲਈ ਇੱਕੋ ਹੀ ਚਾਬੀ ਵਰਤੀ ਜਾਂਦੀ ਹੈ। ਸਵਾਲ ਵੀ ਪੁੱਛਿਆ ਗਿਆ,
ਕਹਿੰਦਾ ਸਿਮੈਟ੍ਰਿਕ ਕੀ ਦੇ ਵਿੱਚ ਕਿੰਨੀਆਂ ਚਾਬੀਆਂ ਵਰਤੀਆਂ ਜਾਂਦੀਆਂ ਨੇ, ਇੱਕੋ ਹੀ ਵਰਤੀ ਜਾਂਦੀ ਹੈ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਦੇ ਵਿੱਚ ਦੋ ਬੰਦਿਆਂ ਦੇ ਵਿੱਚ, ਹਨਾ। ਅਗਲਾ ਹੈਗਾ ਏਸਿਮੈਟ੍ਰਿਕ। ਏਸਿਮੈਟ੍ਰਿਕ ਨੂੰ ਪਬਲਿਕ ਕੀ ਕ੍ਰਿਪਟੋਗ੍ਰਾਫੀ ਬੋਲਦੇ ਆ, ਜਿਹਦੇ ਵਿੱਚ ਇਨਕ੍ਰਿਪਸ਼ਨ ਦੇ ਲਈ ਅਲੱਗ ਤੋਂ ਦੋ ਚਾਬੀਆਂ ਹੁੰਦੀਆਂ ਨੇ, ਡਿਫਰੈਂਟ ਕੀਜ਼ ਹੁੰਦੀਆਂ ਨੇ। ਦੇਖੋ ਰੰਗ ਦੇ ਨਾਲ ਹੀ ਆਪਾਂ ਨੂੰ ਪਤਾ ਚੱਲ ਰਿਹਾ ਨਾ। ਇਨਕ੍ਰਿਪਸ਼ਨ ਦੇ ਲਈ ਹੋਰ ਚਾਬੀ ਵਰਤੀ ਜਾਂਦੀ ਹੈ, ਡੀਕ੍ਰਿਪਸ਼ਨ ਦੇ ਲਈ ਹੋਰ ਚਾਬੀ ਵਰਤੀ ਜਾਂਦੀ ਹੈ। ਹੁਣ ਇਹਦੇ ਵਿੱਚ ਬੜੀ ਵੱਡੀ ਦਿੱਕਤ ਕਿਉਂ ਸੀ, ਕਿਉਂ ਆਪਾਂ ਦੋ ਚਾਬੀਆਂ ਵਰਤੀਆਂ ਸੀ? ਜਦੋਂ ਆਪਾਂ ਇਹ ਮੈਸੇਜ ਨੂੰ ਇਨਕ੍ਰਿਪਟ ਕਰ ਲਿਆ, ਆਹ ਮੈਸੇਜ ਵੀ ਭੇਜਾਂਗੇ, ਵਿਚਕਾਰ ਤਾਂ ਨੈਟਵਰਕ ਹੋਊਗਾ, ਮੰਨ ਲਓ ਬਹੁਤ ਦੂਰ ਭੇਜਣਾ ਸੀ, USA ਦੇ ਵਿੱਚ ਭੇਜਣਾ, ਰਸਤੇ ਦੇ ਵਿੱਚ ਆਹ ਮੈਸੇਜ ਵੀ ਟਰੈਵਲ ਕਰੂਗਾ ਤੇ ਸਾਨੂੰ ਨਾਲ ਚਾਬੀ ਵੀ ਤਾਂ ਭੇਜਣੀ ਪੈਣੀ ਹੈ ਨਾ, ਚਾਬੀ ਵੀ ਨਾਲ ਜਾਊਗੀ ਮੈਸੇਜ ਦੇ। ਇਹ ਤਾਂ ਫਿਰ ਉਹੀ ਗੱਲ ਨਹੀਂ ਹੋਊਗੀ ਵੀ ਰੱਬ ਨੇ ਦਿੱਤੀਆਂ ਗਾਜਰਾਂ, ਕਹਿੰਦਾ ਵਿੱਚ ਹੀ ਰੰਬਾ ਰੱਖ, ਨਾਲ ਇਨਕ੍ਰਿਪਟ ਕਰਤਾ ਨਾਲ ਹੀ ਚਾਬੀ ਹੈ। ਸੋ ਇਸ ਦੀ ਜਿਹੜੀ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਹੈ, ਇਹਦੇ ਵਿੱਚ ਸਿਕਿਉਰਿਟੀ ਘੱਟ ਆ। ਕਿਉਂ? ਕਿਉਂਕਿ ਵੀ ਨੀਡ ਟੂ ਟਰਾਂਸਮਿਟ ਔਰ ਵੀ ਨੀਡ ਟੂ ਟਰਾਂਸਫਰ ਦੀ ਕੀ ਅਲੋਂਗ ਸਾਈਡ, ਜਾਂ ਡਾਟਾ ਦੇ ਨਾਲ ਸਾਨੂੰ ਕੀ ਭੇਜਣੀ ਪੈਂਦੀ ਹੈ। ਇਹ ਬੜੀ ਵੱਡੀ ਦਿੱਕਤ ਸੀ। ਤਾਂ ਫਿਰ ਇਸ ਨੂੰ ਓਵਰਕਮ ਕਰਨ ਵਾਸਤੇ ਦੂਸਰਾ ਆਪਣੇ ਕੋਲੇ ਟੈਕਨੀਕ ਆਈ, ਜਿਹਨੂੰ ਆਪਾਂ ਏਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਬੋਲਦੇ ਆ, ਜਿਹਦੇ ਵਿੱਚ ਆਪਣੇ ਕੋਲੇ ਡਿਫਰੈਂਟ ਕੀਜ਼ ਹੁੰਦੀਆਂ ਨੇ। ਡੇਟਾ ਨੂੰ ਇਨਕ੍ਰਿਪਟ ਕਰਨ ਦੇ ਲਈ ਪਬਲਿਕ ਕੀ, ਉਹਨੂੰ ਡੀਕ੍ਰਿਪਟ ਕਰਨ ਦੇ ਲਈ ਆਪਾਂ ਕਹਿ ਸਕਦੇ ਹਾਂ ਸੀਕ੍ਰੇਟ ਕੀ, ਜਾਂ ਇਹਨੂੰ ਪਬਲਿਕ ਕੀ ਵੀ ਬੋਲ ਦਿੰਦੇ ਆਪਾਂ, ਠੀਕ ਹੈ, ਸੌਰੀ ਪ੍ਰਾਈਵੇਟ ਕੀ ਬੋਲ ਦਿੰਦੇ ਆ। ਤਾਂ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਕੀ ਹੁੰਦੀਆਂ ਨੇ ਏਸਿਮੈਟ੍ਰਿਕ ਦੇ ਵਿੱਚ, ਪਬਲਿਕ, ਇਹ ਆਪਾਂ ਯਾਦ ਰੱਖਣਾ, ਪਬਲਿਕ ਤੇ ਪ੍ਰਾਈਵੇਟ। ਪਬਲਿਕ ਜਿਹੜੀ ਹੁੰਦੀ ਹੈ ਇਨਕ੍ਰਿਪਸ਼ਨ ਦੇ ਲਈ, ਮੈਂ ਸ਼ਾਰਟ ਹੀ ਲਿਖ ਰਿਹਾ, ਤੁਸੀਂ ਲਿਖ ਰਹੇ ਹੋ। ਪ੍ਰਾਈਵੇਟ ਜਿਹੜੀ ਹੁੰਦੀ ਹੈ ਇਹ ਆਪਣੀ ਹੁੰਦੀ ਹੈ ਡੀਕ੍ਰਿਪਸ਼ਨ ਦੇ ਲਈ, ਠੀਕ ਹੈ। ਇੰਨਾ ਕੁ ਯਾਦ ਰੱਖਿਓ, ਮੈਂ ਦੁਬਾਰੀ ਵੀ ਕਰਾਉਂਗਾ ਨੈਕਸਟ ਪਾਰਟ ਦੇ ਵਿੱਚ। ਇਹ ਪਹਿਲਾ ਪਾਰਟ ਹੈ, ਨੈਕਸਟ ਪਾਰਟ ਦੇ ਵਿੱਚ ਮੈਂ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਕਰਾਉਂਗਾ, ਤਾਂ ਕਰਕੇ ਤੁਸੀਂ ਪ੍ਰਿਪੇਅਰ ਹੋ ਜਾਓ, ਇੱਥੇ ਇੰਨੇ ਕੁ ਦੀ ਲੋੜ ਆ। ਕਲੀਅਰ ਹੋਈ ਗੱਲ ਵੀ ਕਿਵੇਂ ਇਹਦਾ ਕੰਮ ਹੁੰਦਾ। ਤਾਂ ਹੁਣ ਆਪਾਂ ਆਉਨੇ ਆ ਡਿਜੀਟਲ ਸਿਗਨੇਚਰ ਤੇ। ਡਿਜੀਟਲ ਸਿਗਨੇਚਰ ਕਿਵੇਂ ਕੰਮ ਕਰਦਾ? ਇਹ ਆਪਣੇ ਕੋਲੇ ਓਰੀਜਨਲ ਡੇਟਾ ਹੈ ਨਾ, ਇੱਕ ਹੈਸ਼ ਐਲਗੋਰਿਥਮ ਹੁੰਦਾ ਹੈ। ਹੈਸ਼ ਐਲਗੋਰਿਥਮ ਬਹੁਤ ਤਰ੍ਹਾਂ ਦੇ ਹੁੰਦੇ ਨੇ, MD5, MD4, ਇੱਕ SHA ਸਿਕਿਉਰ ਹੈਸ਼ ਐਲਗੋਰਿਥਮ, ਇਹ ਵੀ ਆਪਾਂ ਪੜਾਂਗੇ। ਇਹਦੇ ਚੋਂ ਵੀ ਸਵਾਲ ਪੁੱਛੇ ਹੋਏ ਨੇ, ਤੀਜੇ ਲੈਵਲ 'ਚ ਕਰਾਉਂਗਾ ਮੈਂ, ਠੀਕ ਹੈ। ਜਿਵੇਂ ਮੈਸੇਜ ਡਾਈਜੈਸਟ MD ਹੁੰਦਾ, SHA ਹੁੰਦਾ ਸਿਕਿਉਰ ਹੈਸ਼ ਐਲਗੋਰਿਥਮ। ਇਹਦੇ ਵਿੱਚ ਮੇਨਲੀ ਕੀ ਹੁੰਦਾ, ਇੱਕ ਮੈਸੇਜ ਆਪਣੇ ਕੋਲੇ ਹੁੰਦਾ, ਡੇਟਾ ਹੁੰਦਾ, ਜਿਹਨੂੰ ਅਸੀਂ ਮੈਸੇਜ ਬੋਲ ਦਿੰਦੇ ਆ, ਮੈਸੇਜ ਜਾਂ ਡੇਟਾ। ਇਹਦੇ ਇਕੁਇਵਲੈਂਟ ਜਦੋਂ ਹੀ ਅਸੀਂ ਇਹਦੇ ਤੇ ਇੱਕ ਐਲਗੋਰਿਥਮ ਲਾਵਾਂਗੇ, ਹੈਸ਼ ਐਲਗੋਰਿਥਮ, ਹੈਸ਼ ਐਲਗੋਰਿਥਮ ਆਪਾਂ ਇਹਦੇ ਤੇ ਅਪਲਾਈ ਕਰਦੇ ਆ, ਤਾਂ ਇਹਦਾ ਨਾ ਇੱਕ ਬਹੁਤ ਛੋਟਾ ਜਿਹਾ ਸਮੌਲ, ਇੱਕ ਤੁਸੀਂ ਕਹਿ ਲਓ ਮੈਸੇਜ ਡਾਈਜੈਸਟ ਬਣ ਜਾਂਦਾ ਹੁੰਦਾ, ਮੈਸੇਜ ਡਾਈਜੈਸਟ, ਠੀਕ ਹੈ। ਇੱਕ ਵੱਡੇ ਸਾਰੇ ਮੈਸੇਜ ਦਾ ਮੰਨ ਲਓ ਇਹ 10 ਪੇਜ ਸੀਗੇ, ਤਾਂ ਇਹ ਆਪਣੇ ਕੋਲੇ 100 ਵਰਡਸ ਅਪਰੋਕਸੀਮੇਟਲੀ ਕਹਿ ਲਿਆ, 10 ਪੇਜਾਂ ਦੇ ਵਿੱਚ ਮੰਨ ਲਓ 10,000 ਵਰਡ ਸੀਗੇ। 10,000 ਵਰਡਸ ਦੇ ਵਿੱਚੋਂ ਸਿਰਫ 100 ਵਰਡਸ ਦਾ ਇੱਕ ਮੈਸੇਜ ਡਾਈਜੈਸਟ ਬਣ ਜਾਂਦਾ ਹੁੰਦਾ, ਜਿਹੜਾ ਕਿ ਹੈਸ਼ ਐਲਗੋਰਿਥਮ ਕ੍ਰੀਏਟ ਕਰਦਾ ਹੈ। ਇਸ ਮੈਸੇਜ ਦਾ ਇੱਕੋ ਹੀ ਹੈਸ਼ ਹੋ ਸਕਦਾ ਹੈ, ਜਾਂ ਇਹ ਆਪਾਂ ਕਹਿ ਸਕਦੇ ਹਾਂ no two message has no two message has same message digest। ਦੋ ਕੋਈ ਵੀ ਮੈਸੇਜ ਆਉਂਦਾ ਜਾਂ ਦੋ ਡੇਟਾ ਦਾ ਸੇਮ ਹੈਸ਼ ਫੰਕਸ਼ਨ ਨਹੀਂ ਹੋ ਸਕਦਾ, ਜਾਂ ਸੇਮ ਮੈਸੇਜ ਡਾਈਜੈਸਟ ਨਹੀਂ ਹੋ ਸਕਦਾ। ਸਪੋਜ਼ ਕਰੋ ਮੈਂ ਤੁਹਾਨੂੰ ਡੇਟਾ ਭੇਜਣਾਗਾ, ਮੈਂ ਤੁਹਾਨੂੰ 10,000 ਵਰਡ ਭੇਜਣੇ ਨੇ, ਤਾਂ ਮੈਂ ਉਹਦਾ ਹੈਸ਼ ਐਲਗੋਰਿਥਮ ਲਗਾ ਕੇ ਇੱਕ ਕੀ ਕਰ ਲੂੰਗਾ, ਮੈਸੇਜ ਡਾਈਜੈਸਟ ਬਣਾ ਲੂੰਗਾ। ਤਾਂ ਮੈਂ ਤੁਹਾਨੂੰ ਡਾਟਾ ਵੀ ਭੇਜੂ 10,000 ਦਾ, ਤੇ ਮੈਂ ਤੁਹਾਨੂੰ ਮੈਸੇਜ ਡਾਈਜੈਸਟ ਵੀ ਭੇਜ ਦੂੰਗਾ, ਦੋਨੇ ਚੀਜ਼ਾਂ ਭੇਜ ਦੂੰਗਾ। ਇੱਕ ਹੋ ਗਿਆ ਡੇਟਾ, ਇਹਨੂੰ ਮੈਂ MD ਲਿਖ ਦੇਣਾ ਸ਼ਾਰਟ ਕਰਨ ਦੇ ਲਈ, ਇੱਕ ਡਾਟਾ ਭੇਜ ਦੂੰਗਾ, ਇੱਕ MD ਭੇਜ ਦੂੰਗਾ ਮੈਸੇਜ ਦੇ ਵਿੱਚ, ਦੋ ਚੀਜ਼ਾਂ ਪਾ ਕੇ। ਜਦੋਂ ਹੀ ਤੁਹਾਡੇ ਕੋਲੇ ਮੈਸੇਜ ਪਹੁੰਚਿਆ, ਇਹ ਤੁਸੀਂ ਡੇਟਾ ਦੇ ਉੱਪਰ ਆਹ ਵਾਲਾ ਐਲਗੋਰਿਥਮ ਲਗਾ ਕੇ ਹੈਸ਼ ਐਲਗੋਰਿਥਮ ਲਗਾ ਦੋਗੇ। ਤੁਸੀਂ ਹੈਸ਼ ਐਲਗੋਰਿਥਮ ਲਗਾ ਕੇ ਇੱਕ ਨਵਾਂ ਆਪਾਂ ਤੁਸੀਂ ਕਹਿ ਲਿਓ ਨਿਊ ਮੈਸੇਜ ਡਾਈਜੈਸਟ ਬਣ ਜਾਊਗਾ। ਇੱਕ ਆਹ ਵਾਲਾ, ਇਹਨੂੰ ਆਪਾਂ ਮੈਸੇਜ ਡਾਈਜੈਸਟ 1 ਕਹਿ ਦਿੰਦੇ ਆ, ਇਹ ਮੈਸੇਜ ਡਾਈਜੈਸਟ 2 ਹੈ। ਇੱਕ ਆਲਰੇਡੀ ਡੇਟਾ ਦੇ ਨਾਲ ਆਇਆ ਗਿਆ ਮੈਸੇਜ ਡਾਈਜੈਸਟ 1। ਫਿਰ ਦੋਨਾਂ ਨੂੰ ਕੰਪੇਅਰ ਕਰਾਂਗੇ, ਕੀ ਦੋਨੇ ਮਿਲਦੇ ਨੇ? ਜੇ ਦੋਨੇ ਮਿਲਦੇ ਨੇ ਤਾਂ ਇਹਦਾ ਮਤਲਬ ਡੇਟਾ ਚੇਂਜ ਨਹੀਂ ਹੋਇਆ। ਜੇ ਦੋਨੇ ਨਹੀਂ ਮਿਲਦੇ, ਜਿਹੜਾ ਭੇਜਿਆ ਹੋਇਆ ਸੀ ਸੈਂਡਰ ਸਾਈਡ, ਉਹਨੇ ਕ੍ਰੀਏਟ ਕੀਤਾ ਸੀ MD1, ਉਹ ਹੋਰ ਹੈ, ਤੇ ਜਿਹੜਾ ਡੇਟਾ ਰਿਸੀਵਰ ਕੋਲੇ ਪਹੁੰਚਿਆ ਉਹਦਾ ਮੈਸੇਜ ਡਾਈਜੈਸਟ ਹੋਰ ਹੈ, ਤਾਂ ਇਹਦਾ ਮਤਲਬ ਕੀ ਹੋ ਗਿਆ? ਡਾਟਾ ਚੇਂਜ ਹੋ ਗਿਆ ਨਾ। ਜਦੋਂ ਇੱਕ ਅੱਖਰ ਵੀ ਇਹਦੇ ਵਿੱਚ ਚੇਂਜ ਕਰਾਂਗੇ, 10,000 ਵਰਡ ਨੇ, 10,000 ਇੱਕ ਵਰਡ ਕਰ ਦਾਂਗੇ, ਤਾਂ ਮੈਸੇਜ ਡਾਈਜੈਸਟ ਸੇਮ ਨਹੀਂ ਰਹਿਣਾ। ਤਾਂ ਲਾਈਨ ਠੀਕ ਹੋ ਗਈ ਨਾ, no two message has same message digest। ਤਾਂ ਇਹ ਮੈਸੇਜ ਡਾਈਜੈਸਟ ਦਾ ਕੰਮ ਹੈ।
ਮੈਸੇਜ ਡਾਈਜੈਸਟ ਜਾਂ ਹੈਸ਼ ਐਲਗੋਰਿਥਮ ਵੀ ਤੀਜੇ ਲੈਵਲ 'ਚ ਚੰਗੀ ਤਰ੍ਹਾਂ ਕਰਾਵਾਂਗੇ। ਇੱਥੇ ਇੰਟਰੋਡਕਸ਼ਨ ਦਿੱਤੀ ਹੈ, ਦੁਬਾਰਾ ਰਿਪੀਟ ਕਰ ਦੇਣਾ। ਜਦੋਂ ਕੋਈ ਵੀ ਮੈਸੇਜ, ਵੱਡਾ ਸਾਰਾ ਮੈਸੇਜ ਹੁੰਦਾ ਹੈ, ਉਹਨੂੰ ਆਪਾਂ ਭੇਜਣਾ ਹੁੰਦਾ ਹੈ ਸੈਂਡਰ ਨੂੰ, ਸੌਰੀ ਰਿਸੀਵਰ ਕੋਲੇ ਭੇਜਣਾ ਹੁੰਦਾ ਹੈ, ਤਾਂ ਇੱਕ ਹੈਸ਼ ਐਲਗੋਰਿਥਮ ਅਪਲਾਈ ਕਰਦੇ ਹਾਂ ਆਪਾਂ, ਜਿਹੜਾ ਕਿ ਉਹਦੇ ਇਕੁਇਵਲੈਂਟ ਮੈਸੇਜ ਡਾਈਜੈਸਟ ਬਣਾਉਂਦਾ। ਤਾਂ ਇਹ ਮੈਸੇਜ ਡਾਈਜੈਸਟ ਇਸ ਨੂੰ ਰਿਪਰੈਜ਼ੈਂਟ ਕਰਦਾ ਹੈ, ਇਹ ਵਾਲੇ ਮੈਸੇਜ ਨੂੰ, ਹਨਾ। ਤਾਂ ਇਹ ਆਪਾਂ ਕਿਉਂ ਯੂਜ਼ ਕਰਦੇ ਹਾਂ? ਸਿਕਿਉਰਿਟੀ ਪਰਪਸ ਦੇ ਲਈ। ਡੇਟਾ ਤੇ ਮੈਸੇਜ ਡਾਈਜੈਸਟ ਨੇ ਜਿਹੜੇ, ਦੋਨੋਂ ਹੀ ਆਪਾਂ ਨੈਟਵਰਕ ਦੇ ਵਿੱਚ ਭੇਜ ਦਿੰਨੇ ਆ, ਤੇ ਕੀ ਹੋ ਜਾਂਦਾ ਹੈ, ਰਿਸੀਵਰ ਕੋਲੇ ਡੇਟਾ ਵੀ ਪਹੁੰਚ ਜਾਂਦਾ ਹੈ, ਮੈਸੇਜ ਡਾਈਜੈਸਟ ਵੀ ਪਹੁੰਚ ਜਾਂਦਾ ਹੈ। ਰਿਸੀਵਰ ਡੇਟਾ ਦੇ ਉੱਪਰ ਉਹੀ ਸੇਮ ਐਲਗੋਰਿਥਮ ਲਾਉਂਦਾ ਜਿਹੜਾ ਸੈਂਡਰ ਨੇ ਲਾਇਆ ਹੁੰਦਾ। ਤਾਂ ਹੈਸ਼ ਐਲਗੋਰਿਥਮ ਚਾਹੇ ਤਾਂ ਉਹ SHA ਦੇ ਬਹੁਤ ਸਾਰੇ ਵਰਜ਼ਨ ਆਉਂਦੇ ਨੇ, 0 1 2 3, ਅੱਜ ਕੱਲ੍ਹ ਮੈਨੂੰ ਲੱਗਦਾ 3 ਲੇਟੈਸਟ ਚੱਲ ਰਿਹਾ, ਉਹ ਆਪਾਂ ਗੱਲ ਕਰਾਂਗੇ ਕਿ ਕਿਹੜੇ ਕਿਹੜੇ SHA ਆਉਂਦੇ ਨੇ, ਹਨਾ। ਤਾਂ SHA ਜਾਂ MD5 ਲਗਾ ਕੇ ਇੱਕ ਨਿਊ ਮੈਸੇਜ ਡਾਈਜੈਸਟ ਬਣਾਇਆ ਜਾਂਦਾ। ਸਪੋਜ਼ ਇਹਨੂੰ 2 ਕਹਿਤਾ, 1 ਜਿਹੜਾ ਸੈਂਡਰ ਸਾਈਡ ਤੇ ਬਣਾਇਆ ਸੀ, ਤਾਂ ਬਾਅਦ ਚ ਦੋਨਾਂ ਨੂੰ ਕੰਪੇਅਰ ਕੀਤਾ ਜਾਂਦਾ। ਜੇਕਰ ਦੋਨੋਂ ਇੱਕੋ ਨੇ ਤਾਂ ਡਾਟਾ ਚੇਂਜ ਨਹੀਂ ਹੋਇਆ, ਇਹਦਾ ਮਤਲਬ ਜੋ ਰਿਸੀਵਰ ਸਾਈਡ ਡੇਟਾ ਸੀਗਾ ਉਹੀ ਜੋ ਸੈਂਡਰ ਸਾਈਡ ਡੇਟਾ ਸੀ ਉਹੀ ਰਿਸੀਵਰ ਸਾਈਡ ਡੇਟਾ ਰਿਸੀਵ ਹੋਇਆ, ਤਾਂ ਮਤਲਬ ਡਾਟਾ ਰਾਹ ਦੇ ਵਿੱਚ ਚੇਂਜ ਨਹੀਂ ਹੋਇਆਗਾ। ਜੇ ਚੇਂਜ ਹੋ ਗਿਆ, ਇਹਦਾ ਮਤਲਬ ਕੀ ਹੋ ਗਿਆ? ਤਾਂ ਡਾਟਾ, ਜੇ ਮੈਸੇਜ ਡਾਈਜੈਸਟ ਚੇਂਜ ਹੋ ਗਿਆ ਤਾਂ ਡਾਟਾ ਚੇਂਜ ਹੋ ਗਿਆ। ਤਾਂ ਹੁਣ ਇੱਥੇ ਹੋਰ ਤੁਹਾਡੇ ਦਿਮਾਗ 'ਚ ਬੜੀ ਵੱਡੀ ਗੱਲ ਆ ਸਕਦੀ ਹੈ ਵੀ ਜੇ ਬੰਦਾ ਡੇਟਾ ਚੇਂਜ ਕਰੂਗਾ, ਕਿਉਂ ਨਹੀਂ ਉਹਦਾ ਮੈਸੇਜ ਡਾਈਜੈਸਟ ਵੀ ਤਾਂ ਚੇਂਜ ਕਰ ਸਕਦਾ? ਤਾਂ ਇੱਥੇ ਲੈਕ ਹੋ ਗਿਆ। ਤਾਂ ਜਿਹੜਾ ਬੰਦਾ ਮੈਸੇਜ ਚੇਂਜ ਕਰੂਗਾ, ਡੇਟਾ ਚੇਂਜ ਕਰੂਗਾ, ਸਿਕਿਉਰਿਟੀ ਲੀਕ ਕਰੂਗਾ, ਤਾਂ ਮੈਸੇਜ ਡਾਈਜੈਸਟ ਨੂੰ ਵੀ ਚੇਂਜ ਕਰੂਗਾ। ਕਿਉਂ ਨਹੀਂ ਕਰੂਗਾ ਬੰਦਾ? ਕਿਉਂ ਛੱਡੂਗਾ? ਤਾਂ ਇੱਥੇ ਬੜੀ ਵੱਡੀ ਪ੍ਰੋਬਲਮ ਪੈ ਗਈ। ਇਸੇ ਪ੍ਰੋਬਲਮ ਨੂੰ ਹੀ ਸੋਲਵ ਕਰਨ ਦੇ ਲਈ ਆਪਾਂ ਡਿਜੀਟਲ ਸਿਗਨੇਚਰ ਯੂਜ਼ ਕਰਦੇ ਹਾਂ। ਯਾਨੀ ਕਿ ਮੈਸੇਜ ਡਾਈਜੈਸਟ ਦੇ ਨਾਲ ਅਸੀਂ ਕੀ ਲਗਾ ਦਿੰਦੇ ਆ? ਪਿਛਲੇ ਵਾਲੇ ਸਿਮੈਟ੍ਰਿਕ ਤੇ ਏਸਿਮੈਟ੍ਰਿਕ ਕੀ ਲਗਾ ਦਿੰਦੇ ਆ। ਦੇਖੋ ਉਹਨਾਂ ਦਾ ਬੈਨੀਫਿਟ ਕੀ ਹੁੰਦਾ, ਮੈਂ ਇੱਥੇ ਸਮਝਾਉਣਾ। ਓਰੀਜਨਲ ਡੇਟਾ ਸੀਗਾ, ਡੇਟਾ ਦੇ ਵਿੱਚ ਹੈਸ਼ ਐਲਗੋਰਿਥਮ ਲਗਾਇਆ, ਚਾਹੇ ਆਪਾਂ SHA-3 ਲਗਾ ਲਿਆ, ਚਾਹੇ MD5 ਲਾ ਲਿਆ, ਜਿਹੜਾ ਐਲਗੋਰਿਥਮ ਵਧੀਆ ਕੰਮ ਕਰਦਾ ਉਹ ਵਾਲਾ ਲਗਾ ਲਿਆ। ਤਾਂ ਉਹਦੇ ਇਕੁਇਵਲੈਂਟ ਕੀ ਬਣਿਆ? ਇੱਕ ਹੈਸ਼ ਬਣ ਗਿਆ, 1 ਹੈਸ਼ ਵੈਲਿਊ ਬਣ ਗਈ। ਉਸ ਹੈਸ਼ ਫੰਕਸ਼ਨ ਨੂੰ ਇਨਕ੍ਰਿਪਟ ਕਰ ਲਿਆ, ਕਾਹਦੇ ਨਾਲ? ਏਸਿਮੈਟ੍ਰਿਕ ਕੀ ਦੇ ਨਾਲ। ਏਸਿਮੈਟ੍ਰਿਕ ਦੇ ਵਿੱਚ ਦੋ ਹੁੰਦੀਆਂ ਨੇ ਨਾ, ਪਬਲਿਕ ਤੇ ਪ੍ਰਾਈਵੇਟ। ਤਾਂ ਉਹ ਪ੍ਰਾਈਵੇਟ ਕੀ ਦੇ ਨਾਲ ਉਹਨੂੰ ਕੀ ਕਰ ਲਿਆ? ਇਨਕ੍ਰਿਪਟ ਕਰ ਲਿਆ। ਤਾਂ ਇਹ ਬਣ ਗਿਆ ਡਿਜੀਟਲ ਸਿਗਨੇਚਰ। ਤਾਂ ਹੁਣ ਇਸ ਨੂੰ ਰਸਤੇ ਦੇ ਵਿੱਚ ਖੋਲ ਤਾਂ ਕੋਈ ਵੀ ਸਕਦਾ ਹੈ, ਪਰ ਚੇਂਜ ਨਹੀਂ ਕਰ ਸਕਦਾ। ਮੈਂ ਤੁਹਾਨੂੰ ਸਮਝਾਉਣਾ ਅੱਗੇ। ਇਹਨੂੰ ਆਪਾਂ ਨੈਟਵਰਕ ਦੇ ਵਿੱਚ ਭੇਜਾਂਗੇ, ਨੈਟਵਰਕ ਦੇ ਵਿੱਚ ਭੇਜਿਆ, ਰਿਸੀਵਰ ਕੋਲੇ ਗਿਆ, ਰਿਸੀਵਰ ਇਸ ਨੂੰ ਚੈੱਕ ਕਿਵੇਂ ਕਰਦਾ? ਦੋ ਚੀਜ਼ਾਂ ਭੇਜੀਆਂ ਨੇ ਆਪਾਂ, ਹੁਣ ਧਿਆਨ ਰੱਖਣਾ, ਇੱਕ ਤਾਂ ਡੇਟਾ, ਇੱਕ ਹੈਗਾ ਸਿਗਨੇਚਰ। ਇਹਨੂੰ ਸਿਗਨੇਚਰ 1 ਕਹਿ ਦਿੰਦੇ ਆਪਾਂ, ਕਿਉਂਕਿ ਪਹਿਲੀ ਸਾਈਡ ਬਣਿਆ ਇਹ ਸਿਗਨੇਚਰ 1, ਆ ਡੇਟਾ, ਹਨਾ। ਤਾਂ ਜਦੋਂ ਹੁਣ ਰਿਸੀਵਰ ਕੋਲੇ ਇਹ ਚੀਜ਼ ਪਹੁੰਚੀ, ਤਾਂ ਰਿਸੀਵਰ ਨੇ ਓਰੀਜਨਲ ਡੇਟਾ ਤੇ ਸੇਮ ਹੈਸ਼ ਐਲਗੋਰਿਥਮ ਲਗਾਇਆ, ਤੇ ਆ ਉਹਦਾ ਕੀ ਬਣ ਗਿਆ? ਹੈਸ਼ ਬਣ ਗਿਆ। ਯਾਨੀ ਕਿ ਆ ਹੈਸ਼ ਬਣ ਗਿਆ, ਆ ਨਵਾਂ ਨਿਊ ਹੈਸ਼, ਇਹਨੂੰ ਆਪਾਂ ਬੋਲਦੇ ਨੇ ਨਿਊ ਹੈਸ਼। ਤੇ ਆਹ ਸੀਗਾ ਜਿਹੜਾ ਡਿਜੀਟਲ ਸਿਗਨੇਚਰ। ਡਿਜੀਟਲ ਸਿਗਨੇਚਰ ਸੀਗਾ ਜਿਹੜਾ 1, ਉਹਦੇ ਉੱਤੇ ਉਹਨੇ ਕੀ ਲਾਇਆ? ਡੀਕ੍ਰਿਪਸ਼ਨ ਲਾਈ, ਕਾਹਦੇ ਨਾਲ? ਪਬਲਿਕ ਕੀ ਦੇ ਨਾਲ। ਪਬਲਿਕ ਕੀ ਦੇ ਨਾਲ ਡੀਕ੍ਰਿਪਟ ਕਰਕੇ ਇਹ ਬਣ ਗਿਆ ਓਰੀਜਨਲ ਹੈਸ਼, ਜਾਂ ਆਹ ਕਹਿ ਲਓ ਓਰੀਜਨਲ ਹੈਸ਼, ਇਹਨੂੰ ਲਿਖ ਲੈਂਦੇ ਆ ਓਰੀਜਨਲ ਹੈਸ਼, OH1 ਕਹਿ ਲੈਂਦੇ ਆ। ਆ ਬਣ ਗਿਆ ਓਰੀਜਨਲ ਹੈਸ਼ 1, ਆ ਬਣ ਗਿਆ ਨਿਊ ਹੈਸ਼। ਫਿਰ ਬਾਅਦ ਦੇ ਵਿੱਚ ਦੋਨਾਂ ਨੂੰ ਕੰਪੇਅਰ ਕੀਤਾ ਜਾਊਗਾ। ਜੇ ਦੋਨੋਂ ਸੇਮ ਹੈਗੇ ਨੇ, ਇਟ ਮੀਨਸ ਡੇਟਾ ਹੈ ਜਿਹੜਾ ਸਾਡਾ ਆਲਟਰ ਨਹੀਂ ਹੋਇਆ, ਅਦਰਵਾਈਜ਼ ਸਾਡਾ ਡੇਟਾ ਆਲਟਰ ਹੋ ਗਿਆ। ਤਾਂ ਇਸ ਤਰੀਕੇ ਦੇ ਨਾਲ ਅਸੀਂ ਡਿਜੀਟਲ ਸਿਗਨੇਚਰ ਨੂੰ ਯੂਜ਼ ਕਰ ਸਕਦੇ ਹਾਂ। ਠੀਕ ਹੈ, ਮੈਂ ਤੁਹਾਨੂੰ ਕਨਸੈਪਟ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਵੈਸੇ ਤੁਸੀਂ ਪੜ੍ਹੀਆਂ ਨਹੀਂ ਚੀਜ਼ਾਂ, ਤਾਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਔਖੀਆਂ ਲੱਗਦੀਆਂ ਨੇ। ਜੇਕਰ ਫਿਰ ਵੀ ਨਹੀਂ ਸਮਝ ਆਇਆ ਤਾਂ ਵੀਡੀਓ ਰਿਵਾਈਂਡ ਕਰ ਲਿਓ, ਪਿੱਛੇ ਕਰਕੇ ਦੇਖ ਲਿਓ। ਮੈਂ ਕੋਸ਼ਿਸ਼ ਕਰਦਾ ਹੋਰ ਥੋੜਾ ਜਿਹਾ ਸਮਝਾਉਣ ਦੀ। ਚਲੋ ਵੀਡੀਓ ਥੋੜੀ ਜਿਹੀ ਲੈਂਦੀ ਹੋ ਜੂ, ਕੋਈ ਗੱਲ ਨਹੀਂ, ਲੈਂਦੀ ਹੋ ਜੂ, ਪਰ ਕਨਸੈਪਟ ਸਮਝਣਾ ਜ਼ਰੂਰੀ ਹੈ। ਡਿਜੀਟਲ ਸਿਗਨੇਚਰ ਕਿੱਥੇ ਯੂਜ਼ ਕੀਤਾ ਜਾਂਦਾ, ਕਿਵੇਂ ਯੂਜ਼ ਕੀਤਾ ਜਾਂਦਾ, ਉਹ ਮੈਂ ਥਿਊਰੀ 'ਚ ਵੀ ਪੜਾਉਂਗਾ। ਇੱਥੇ ਜਸਟ ਤੁਹਾਨੂੰ ਵਿਜ਼ੂਅਲਾਈਜ਼ ਕੀਤੀਆਂ ਚੀਜ਼ਾਂ ਵੀ ਇੱਕ ਡੇਟਾ ਸੀਗਾ, ਉਹਦੇ ਤੇ ਹੈਸ਼ ਫੰਕਸ਼ਨ ਲਾ ਕੇ ਹੈਸ਼ ਬਣ ਗਿਆ। ਹੈਸ਼ ਰਾਹ ਦੇ ਵਿੱਚ ਕੋਈ ਬੰਦਾ ਬਦਲ ਸਕਦਾ ਹੈ, ਉਹਨੂੰ ਆਪਾਂ ਕੀ ਕੀਤਾ? ਇਨਕ੍ਰਿਪਟ ਕੀਤਾ, ਕਾਹਦੇ ਨਾਲ? ਪ੍ਰਾਈਵੇਟ ਕੀ ਦੇ ਨਾਲ। ਠੀਕ ਹੈ, ਬਾਅਦ ਦੇ ਵਿੱਚ ਨੈਟਵਰਕ ਦੇ ਵਿੱਚ ਭੇਜਤਾ, ਤੇ ਫਿਰ ਨੈਟਵਰਕ ਦੇ ਵਿੱਚ ਡਾਟਾ ਦੇ ਵਿੱਚ ਉਹਨੇ ਹੈਸ਼ ਐਲਗੋਰਿਥਮ ਲਾ ਕੇ ਨਵਾਂ ਹੈਸ਼ ਬਣਾ ਲਿਆ। ਇੱਕ ਜਿਹੜਾ ਡਿਜੀਟਲ ਸਿਗਨੇਚਰ ਸੀਗਾ ਉਹਨੂੰ ਡੀਕ੍ਰਿਪਟ ਕਰਕੇ ਦੇਖਿਆ, ਦੋਨੋਂ ਮੈਚ ਕਰਕੇ ਦੇਖ ਲਏ। ਠੀਕ ਹੈ, ਹੁਣ ਇੱਥੇ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਕਿਵੇਂ ਹੁੰਦੀ ਹੈ ਥੋੜਾ ਜਿਹਾ ਦੱਸ ਦਿੰਨਾ। ਵੀ ਜਿਵੇਂ ਹੁਣ ਪ੍ਰਾਈਵੇਟ ਕੀ ਜਾਂ ਏਸਿਮੈਟ੍ਰਿਕ ਕੰਮ ਕਿਵੇਂ ਕਰਦਾ? ਏਸਿਮੈਟ੍ਰਿਕ, ਮੈਂ ਇਹ ਤੁਹਾਨੂੰ ਦੱਸਿਆ ਨਹੀਂ ਸੀ ਪਹਿਲਾਂ, ਏਸਿਮੈਟ੍ਰਿਕ ਐਲਗੋਰਿਥਮ ਕੰਮ ਕਿਵੇਂ ਕਰਦਾ? ਦੋ ਕੀ ਹੁੰਦੀਆਂ ਨੇ ਇਹਦੇ ਵਿੱਚ, ਇੱਕ ਹੁੰਦੀ ਹੈ ਪਬਲਿਕ ਕੀ, ਇੱਕ ਹੁੰਦੀ ਹੈ ਪ੍ਰਾਈਵੇਟ ਕੀ। ਠੀਕ ਹੈ,
ਪਬਲਿਕ ਕੀ ਹੈ ਜਿਹੜੀ ਇਹ ਯੂਜ਼ ਕਰਦਾ ਉਹ, ਚਲੋ ਮੈਂ ਇਹ ਨਹੀਂ ਦੱਸਦਾ ਜੀ, ਪਹਿਲਾਂ ਆਪਾਂ ਕਹਾਣੀ ਬਣਾਉਣੇ ਆ ਕਿਵੇਂ ਜੀ ਆ। ਸਪੋਜ਼ ਕਰੋ ਇਹ ਇੱਕ ਸੈਂਡਰ ਤੇ ਰਿਸੀਵਰ ਨੇ, ਦੋ ਜਣੇ ਨੇ, ਬੰਦੇ ਨੇ। ਇਹ ਹੈਗਾ ਸੈਂਡਰ, ਇਹ ਹੈਗਾ ਰਿਸੀਵਰ। ਆਪਾਂ ਕਿਵੇਂ ਕਰੀਏ ਡਿਜੀਟਲ ਸਿਗਨੇਚਰ ਦੇ ਵਿੱਚ, ਜਾਂ ਵੈਸੇ ਹੀ ਸਮਝ ਲਓ ਇਨਕ੍ਰਿਪਸ਼ਨ ਦੇ ਵਿੱਚ ਆਪਾਂ ਕਿਹੜੀ ਕੀ ਦੇ ਨਾਲ ਇਨਕ੍ਰਿਪਟ ਕਰੀਏ? ਕੀ ਅਸੀਂ ਪਬਲਿਕ ਕੀ ਦੇ ਨਾਲ ਇਨਕ੍ਰਿਪਟ ਕਰੀਏ ਕਿ ਪ੍ਰਾਈਵੇਟ ਕੀ ਦੇ ਨਾਲ ਇਨਕ੍ਰਿਪਟ ਕਰੀਏ? ਸਪੋਜ਼ ਕਰੋ ਮੈਂ ਸੈਂਡਰ ਹਾਂ, ਮੈਂ ਆਪਦੀ ਪ੍ਰਾਈਵੇਟ ਕੀ ਦੇ ਨਾਲ ਇਨਕ੍ਰਿਪਟ ਕਰ ਲਿਆ, ਹਨਾ, ਇਨਕ੍ਰਿਪਟ ਕੀਤਾ ਮੈਂ ਡੇਟਾ ਪ੍ਰਾਈਵੇਟ ਕੀ ਦੇ ਨਾਲ। ਮੈਂ ਆਪਣੀ ਪ੍ਰਾਈਵੇਟ ਕੀ ਦੇ ਨਾਲ ਇਨਕ੍ਰਿਪਟ ਕੀਤਾ, ਠੀਕ ਹੈ, ਪ੍ਰਾਈਵੇਟ ਕੀ ਦੇ ਨਾਲ ਮੈਂ ਇਨਕ੍ਰਿਪਟ ਕੀਤਾ, ਤੇ ਰਿਸੀਵਰ ਹੈ ਜਿਹੜਾ ਉਹ ਡੀਕ੍ਰਿਪਟ ਕਿਹਦੇ ਨਾਲ ਕਰੂਗਾ? ਪਬਲਿਕ ਕੀ ਦੇ ਨਾਲ। ਫਿਰ ਪਬਲਿਕ ਕੀ ਤਾਂ ਮੈਨੂੰ ਦੱਸਣੀ ਪਊ। ਇਹਦਾ ਮਤਲਬ ਜੇ ਮੈਂ ਪਬਲਿਕ ਕੀ ਇਹਨੂੰ ਭੇਜੂਗਾ ਤਾਂ ਟ੍ਰਾਂਸਫਰ ਕਰਨ ਵਾਲੀ ਉਹੀ ਪ੍ਰੋਬਲਮ ਸਾਡੇ ਕੋਲੇ ਰਹੇਗੀ। ਤਾਂ ਪਬਲਿਕ ਕੀ ਇਹਨੂੰ ਮੈਨੂੰ ਭੇਜਣੀ ਪੈਣੀ ਹੈ, ਤਾਂ ਜੇ ਇਹਨੂੰ ਭੇਜਣੀ ਪੈਣੀ ਹੈ ਤਾਂ ਰਸਤੇ ਦੇ ਵਿੱਚ ਲੀਕ ਹੋ ਸਕਦੀ ਹੈ, ਤਾਂ ਇਹ ਵਾਲਾ ਮੈਥਡ ਨਹੀਂ ਚੱਲੂਗਾ। ਅਸੀਂ ਆਪਦੀ ਪ੍ਰਾਈਵੇਟ ਕੀ ਦੇ ਨਾਲ ਇਨਕ੍ਰਿਪਟ ਨਹੀਂ ਕਰ ਸਕਦੇ, ਠੀਕ ਹੈ। ਦੂਸਰਾ ਤਰੀਕਾ ਹੈਗਾ ਵੀ ਕਿਉਂ ਨਾ ਆਪਾਂ ਪ੍ਰਾਈਵੇਟ ਕੀ ਇਨਕ੍ਰਿਪਟ ਕਰਨ ਦੀ ਬਜਾਏ ਆਪਾਂ ਕਹੀਏ ਵੀ ਮੰਨ ਲਓ ਰਿਸੀਵਰ ਹੈ, ਇਹ ਰਿਸੀਵਰ ਆਪਦੀ ਵੈਬਸਾਈਟ ਤੇ ਅਨਾਉਂਸ ਕਰ ਦਿੰਦਾ, ਵੈਬਸਾਈਟ ਤੇ ਕਹਿੰਦਾ ਜੀ ਆਹ ਚੱਕੋ ਮੇਰੀ ਇਹ ਪਬਲਿਕ ਕੀ ਆ। ਪਬਲਿਕ ਕੀ ਉਹਨੇ ਆਪਦੀ ਵੈਬਸਾਈਟ ਤੇ ਪਾਤੀ, ਕਹਿੰਦਾ ਮੈਨੂੰ ਕੋਈ ਵੀ ਬੰਦਾ ਇਹ ਮੇਰੀ ਪਬਲਿਕ ਕੀ ਦੇ ਨਾਲ ਇਨਕ੍ਰਿਪਟ ਕਰਕੇ ਭੇਜ ਸਕਦਾ ਡੇਟਾ, ਠੀਕ ਹੈ। ਜਦੋਂ ਕੋਈ ਵੀ XYZ ਸੈਂਡਰ ਨੇ ਇਹਨੂੰ ਇਹਦੀ ਪਬਲਿਕ ਕੀ ਨਾਲ ਇਨਕ੍ਰਿਪਟ ਕਰਕੇ ਭੇਜਤਾ, ਜਿਹੜੀ ਪ੍ਰਾਈਵੇਟ ਕੀ ਹੈ ਉਹ ਇਹ ਆਪਦੇ ਕੋਲੇ ਸੀਕ੍ਰੇਟ ਰੱਖ ਲੈਂਦਾ, ਕਿਸੇ ਨੂੰ ਨਹੀਂ ਦੱਸਦਾ। ਕੋਈ ਵੀ ਡੇਟਾ ਹੈ ਜਿਹੜਾ ਇਹਦੀ ਪਬਲਿਕ ਕੀ ਦੇ ਨਾਲ ਇਨਕ੍ਰਿਪਟ ਹੋਊਗਾ ਤਾਂ ਉਹ ਸਿਰਫ ਤੇ ਸਿਰਫ ਕੱਲੀ ਪ੍ਰਾਈਵੇਟ ਕੀ ਦੇ ਨਾਲ ਹੀ ਡੀਕ੍ਰਿਪਟ ਹੋਊਗਾ, ਹੋਰ ਕਿਸੇ ਵੀ ਕੀ ਦੇ ਨਾਲ ਡੀਕ੍ਰਿਪਟ ਨਹੀਂ ਹੋਊਗਾ। ਕਿਉਂ? ਕਿਉਂਕਿ ਇਹ ਦੋਨੋਂ ਕੀਜ਼ ਦਾ ਆਪਸ ਦੇ ਵਿੱਚ ਰਿਲੇਸ਼ਨ ਹੁੰਦਾ ਹੈ। ਜਿਹੜਾ ਡੇਟਾ ਪਬਲਿਕ ਕੀ ਦੇ ਨਾਲ ਇਨਕ੍ਰਿਪਟ ਹੋ ਗਿਆ ਉਹ ਸਿਰਫ ਇਹ ਵਾਲੀ ਪ੍ਰਾਈਵੇਟ ਕੀ ਦੇ ਨਾਲ ਹੀ ਡੀਕ੍ਰਿਪਟ ਹੋ ਸਕਦਾ। ਮੰਨ ਲਓ ਇੱਥੇ ਇੱਕ ਹੋਰ ਕੋਈ ਬੰਦਾ ਹੈਗਾ, ਪਰਸਨ ਹੈ, ਹਨਾ, ਯੂਜ਼ਰ ਕਹਿ ਲਓ, ਯੂਜ਼ਰ ਕਹਿ ਲੈਂਦੇ ਆ, ਯੂਜ਼ਰ 2 ਹੈ ਇਹ, ਇਹਦੇ ਕੋਲੇ ਵੀ ਪਬਲਿਕ ਕੀ ਆ ਆਪਦੀ ਤੇ ਪ੍ਰਾਈਵੇਟ ਕੀ ਹੈ। ਇਹਦੀ ਪਬਲਿਕ ਕੀ ਦੇ ਨਾਲ ਇਨਕ੍ਰਿਪਟ ਕਰਕੇ ਡੇਟਾ ਭੇਜਿਆ, ਇਹਦੀ ਪ੍ਰਾਈਵੇਟ ਦੇ ਨਾਲ ਡੀਕ੍ਰਿਪਟ ਨਹੀਂ ਹੋਣਾ। ਜਿਹੜੀ ਪਬਲਿਕ ਕੀ ਦੇ ਨਾਲ ਇਨਕ੍ਰਿਪਟ ਹੋਇਆ ਉਸੇ ਪਬਲਿਕ ਕੀ ਦੇ ਨਾਲ ਹੀ ਡੀਕ੍ਰਿਪਟ ਹੋਊਗਾ, ਠੀਕ ਹੈ। ਸਮਝ ਰਹੇ ਹੋ? ਮੈਨੂੰ ਲੱਗਦਾ ਵੀ ਤੁਹਾਨੂੰ ਸਮਝ ਆ ਰਿਹਾ ਹੋਣਾ। ਮੈਂ ਦੁਬਾਰੇ ਫੇਰ ਕੋਸ਼ਿਸ਼ ਕਰਦਾ ਵੀ ਇਹ ਆਪਣੇ ਕੋਲੇ ਇੱਕ ਸੈਂਡਰ ਹੈ, ਇਹ ਆਪਣੇ ਕੋਲੇ ਰਿਸੀਵਰ ਹੈ। ਤਾਂ ਆਪਣਾ ਕੰਮ ਕਿਵੇਂ ਬਣੂਗਾ? ਰਿਸੀਵਰ ਹੈ ਜਿਹੜਾ ਉਹ ਆਪਣੀ ਵੈਬਸਾਈਟ ਤੇ ਆਪਣੀ ਪਬਲਿਕ ਕੀ ਅਨਾਉਂਸ ਕਰ ਦਿੰਦਾ ਕਿ ਐਨੀਵਨ, ਜਿਹੜਾ ਵੀ ਬੰਦਾ ਮੈਨੂੰ ਡੇਟਾ ਇਨਕ੍ਰਿਪਟ ਕਰਨਾ ਚਾਹੁੰਦਾ, ਮੇਰੀ ਵੈਬਸਾਈਟ ਤੋਂ ਜਾ ਕੇ ਪਬਲਿਕ ਕੀ ਚੱਕੋ, ਇਨਕ੍ਰਿਪਟ ਕਰੋ ਤੇ ਮੈਨੂੰ ਭੇਜੋ। ਮੈਂ ਕੀ ਕਰੂੰਗਾ? ਆਪਦੀ ਪ੍ਰਾਈਵੇਟ ਕੀ ਨਾਲ ਡੀਕ੍ਰਿਪਟ ਕਰ ਲੂੰਗਾ, ਜਿਹੜੀ ਕਿ ਮੈਨੂੰ ਕਿਸੇ ਨਾਲ ਵੀ ਸ਼ੇਅਰ ਕਰਨ ਦੀ ਲੋੜ ਨਹੀਂ, ਤੇ ਪਬਲਿਕ ਕੀ ਦੇ ਵਿੱਚੋਂ ਪ੍ਰਾਈਵੇਟ ਕੀ ਗੈਸ ਨਹੀਂ ਕੀਤੀ ਜਾ ਸਕਦੀ, ਇਸ ਲੈਵਲ ਦੀ ਸਿਕਿਉਰਿਟੀ। ਤਾਂ ਇਸ ਤਰੀਕੇ ਨਾਲ ਆਪਾਂ ਸਿਮੈਟ੍ਰਿਕ ਤੇ ਏਸਿਮੈਟ੍ਰਿਕ ਨੂੰ ਯੂਜ਼ ਕਰਦੇ ਹਾਂ। ਸਿਮੈਟ੍ਰਿਕ ਦੇ ਵਿੱਚ ਇੱਕੋ ਹੀ ਚਾਬੀ ਸੀ ਜਿਹੜੀ ਸਾਨੂੰ ਸ਼ੇਅਰ ਕਰਨੀ ਪੈਂਦੀ ਸੀ, ਪ੍ਰੋਬਲਮ ਸੀ। ਏਸਿਮੈਟ੍ਰਿਕ ਦੇ ਵਿੱਚ ਕੀ ਸੀਗਾ ਕਿ ਸਾਨੂੰ ਪਬਲਿਕ ਕੀ ਤੇ ਪ੍ਰਾਈਵੇਟ ਕੀ ਹੈ, ਪਬਲਿਕ ਕੀ ਪਬਲਿਕ ਨੂੰ ਦੱਸ ਦਿਓ, ਕੋਈ ਵੀ ਬੰਦਾ ਮੈਨੂੰ ਮੈਸੇਜ ਭੇਜਣਾ ਚਾਹੁੰਦਾ ਮੇਰੀ ਪਬਲਿਕ ਕੀ ਦੇ ਨਾਲ ਕੀ ਕਰੂਗਾ? ਇਨਕ੍ਰਿਪਟ ਕਰੂਗਾ। ਡੀਕ੍ਰਿਪਟ ਮੈਂ ਕਰੂੰਗਾ, ਸਿਰਫ ਮੈਂ ਹੀ ਕਰ ਸਕਦਾ ਕਿਉਂਕਿ ਮੇਰੇ ਕੋਲੇ ਮੇਰੀ ਪ੍ਰਾਈਵੇਟ ਕੀ ਹੈ, ਤੇ ਦੋਨਾਂ ਦਾ ਆਪਸ ਦੇ ਵਿੱਚ ਲਿੰਕ ਹੈ। ਮੇਰੀ ਪਬਲਿਕ ਕੀ ਦੇ ਨਾਲ ਇਨਕ੍ਰਿਪਟ ਹੋਇਆ ਡੇਟਾ ਹੋਰ ਕਿਸੇ ਦੀ ਪ੍ਰਾਈਵੇਟ ਕੀ ਦੇ ਨਾਲ ਡੀਕ੍ਰਿਪਟ ਨਹੀਂ ਹੋ ਸਕਦਾ। ਕਲੀਅਰ ਹੋਈ ਗੱਲ? ਜੇ ਹੋਰ ਕੋਈ ਬੰਦਾ ਮੈਨੂੰ ਆਪਦੀ ਕਿਸੇ ਪਬਲਿਕ ਕੀ ਦੇ ਨਾਲ ਇਨਕ੍ਰਿਪਟ ਕਰਕੇ ਭੇਜੂਗਾ ਤਾਂ ਉਹ ਵੀ ਨਹੀਂ ਹੋਊਗਾ, ਉਹ ਤਾਂ ਮੈਂ ਕਰਨਾ ਹੀ ਕੀ ਹੈ, ਹਨਾ। ਤਾਂ ਮੈਨੂੰ ਤਾਂ ਜਿਹੜਾ ਡੇਟਾ ਬੰਦਾ ਮੈਨੂੰ ਭੇਜੇ ਮੈਂ ਉਹਨੂੰ ਗਾਈਡਲਾਈਨ ਦਿੰਦਾ ਵੀ ਮੇਰੀ ਪਬਲਿਕ ਕੀ ਨਾਲ ਇਨਕ੍ਰਿਪਟ ਕਰ ਤੇ ਮੇਰੀ ਹੀ ਫਿਰ ਉਹ ਪ੍ਰਾਈਵੇਟ ਕੀ ਦੇ ਨਾਲ ਡੀਕ੍ਰਿਪਟ ਹੋ ਜਾਊ। ਇਸ ਤਰ੍ਹਾਂ ਸਿਕਿਉਰਿਟੀ ਫੀਚਰ ਆਪਾਂ ਪ੍ਰੋਵਾਈਡ ਕਰ ਸਕਦੇ ਹਾਂ, ਠੀਕ ਹੈ। ਸੋ ਇਸੇ ਨੂੰ ਹੀ ਦੇਖਦੇ ਹੋਏ, ਬਟ ਇੱਥੇ ਉਲਟਾ ਹੋ ਰਿਹਾ ਹੈ। ਇੱਥੇ ਇਨਕ੍ਰਿਪਟ ਪ੍ਰਾਈਵੇਟ ਦੇ ਨਾਲ ਹੋ ਰਿਹਾ, ਪਬਲਿਕ ਦੇ ਨਾਲ ਨਹੀਂ ਹੋ ਰਿਹਾ। ਕਿਉਂ? ਕਿਉਂਕਿ ਡਿਜੀਟਲ ਸਿਗਨੇਚਰ ਨੂੰ ਤਾਂ ਦੇਖ ਕੋਈ ਵੀ ਸਕਦਾ ਰਸਤੇ ਦੇ ਵਿੱਚੋਂ। ਆਹ ਪ੍ਰਾਈਵੇਟ ਕੀ ਹੈ ਜਿਹੜੀ, ਇਹ ਸੈਂਡਰ ਕੋਲੇ ਹੀ ਹੈ, ਸਿਰਫ ਸੈਂਡਰ ਦੇ ਕੋਲੇ ਪ੍ਰਾਈਵੇਟ ਕੀ ਹੈ। ਸੈਂਡਰ ਕੀ ਕਰਦਾ? ਆਪਦੀ ਪ੍ਰਾਈਵੇਟ ਕੀ ਦੇ ਨਾਲ ਇਸ ਨੂੰ ਕੀ ਕਰ ਦਿੰਦਾ? ਇਨਕ੍ਰਿਪਟ ਕਰ ਦਿੰਦਾ। ਕਿਉਂਕਿ ਇਹ ਡਿਜੀਟਲ ਸਿਗਨੇਚਰ ਹੈ, ਇਹ ਨਾਰਮਲ ਇਨਕ੍ਰਿਪਸ਼ਨ ਨਹੀਂ ਹੋ ਰਹੀ। ਤੁਸੀਂ ਕਹੋਗੇ ਵੀ ਉੱਥੇ ਤਾਂ ਮੈਂ ਉਲਟਾ ਦੱਸਿਆ, ਇੱਥੇ ਉਲਟਾ ਹੋ ਰਿਹਾ। ਉਹ ਤਾਂ ਸੀਗਾ ਡੇਟਾ ਨੂੰ ਇਨਕ੍ਰਿਪਟ ਕਰਨ ਦੇ ਲਈ, ਇਹ ਡਿਜੀਟਲ ਸਿਗਨੇਚਰ ਬਣਾਉਣ ਦੇ ਲਈ ਹੈ। ਦੇਖੋ ਬੰਦਿਆਂ ਨੇ ਉਸੇ ਚੀਜ਼ ਨੂੰ ਪੁੱਠਾ ਕਰਕੇ ਕਿਵੇਂ ਡਿਜੀਟਲ ਸਿਗਨੇਚਰ ਬਣਾਇਆ। ਦੇਖੋ ਜਿਹੜਾ ਹੈਸ਼ ਫੰਕਸ਼ਨ ਸੀਗਾ ਉਹ ਆਪਦੀ ਪ੍ਰਾਈਵੇਟ ਕੀ ਦੇ ਨਾਲ ਉਹਨੇ ਕੀ ਕਰ ਲਿਆ? ਇਨਕ੍ਰਿਪਟ ਕਰ ਲਿਆ, ਤੇ ਪਬਲਿਕ ਕੀ ਇਹਨੇ ਆਪਦੀ ਵੈਬਸਾਈਟ ਤੇ ਪਾਤੀ। ਕਹਿੰਦਾ ਦੇਖ ਤਾਂ ਜਿਹੜਾ ਮਰਜ਼ੀ ਲਓ, ਕੋਈ ਚੱਕਰ ਨਹੀਂ, ਕੀ ਫਰਕ ਪੈਂਦਾ? ਹੈਕਰ ਰਾਹ ਦੇ ਵਿੱਚ ਦੇਖੀ ਜਾਣ, ਇਹ ਡਿਜੀਟਲ ਸਿਗਨੇਚਰ ਨੂੰ ਖੋਲ ਕੇ ਦੇਖੀ ਜਾਣ, ਕੀ ਫਰਕ ਪੈਂਦਾ? ਜੇ ਖੋਲ ਕੇ ਦੇਖ ਲਿਆ ਉਹਨਾਂ ਨੇ ਬਦਲਤਾ ਇਹ, ਹਨਾ, ਇਸ ਚੀਜ਼ ਨੂੰ ਇਹਨਾਂ ਨੇ ਬਦਲਤਾ
ਮੰਨ ਲਓ ਇਹ ਡਿਜੀਟਲ ਸਿਗਨੇਚਰ ਹੀ ਬਦਲਤਾ, ਫਿਰ ਡੇਟਾ ਦਾ ਨਹੀਂ ਚੇਂਜ ਹੋਣਾ, ਫਿਰ ਡੇਟਾ ਤੇ ਆਪਣੇ ਕੋਲੇ ਵੱਖਰਾ ਚਲਾ ਜਾਊਗਾ ਹਨਾ। ਜਿਹੜਾ ਪ੍ਰਾਈਵੇਟ ਕੀ ਦੇ ਨਾਲ ਇਨਕ੍ਰਿਪਟ ਹੋਇਆ, ਪਬਲਿਕ ਕੀ ਦੇ ਨਾਲ ਕੋਈ ਵੀ ਬੰਦਾ ਉਸ ਨੂੰ ਕਹਿ ਸਕਦੇ ਆ ਵੀ ਡੀਕ੍ਰਿਪਟ ਕਰਕੇ ਦੇਖ ਸਕਦਾ, ਦੇਖਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਬਟ ਫਿਰ ਜਿਹੜਾ ਹੈਸ਼ ਐਲਗੋਰਿਥਮ ਦੇ ਨਾਲ ਵੈਲਿਊ ਹੋਊਗੀ, ਜੇ ਉਹ ਸਿਗਨੇਚਰ ਬਦਲ ਦਿੰਦਾ ਤਾਂ ਉਹਦਾ ਹੈਸ਼ ਬਦਲ ਜਾਊਗਾ। ਕਲੀਅਰ ਹੋਈ? ਇਸ ਤਰੀਕੇ ਦੇ ਨਾਲ ਇਹ ਆਪਣੇ ਕੋਲੇ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਚੱਲਦੀ ਹੈ ਡਿਜੀਟਲ ਸਿਗਨੇਚਰ ਦੇ ਵਿੱਚ। ਤਾਂ ਹੁਣ ਆਪਾਂ ਦੇਖਦੇ ਹਾਂ ਵੀ ਡਿਜੀਟਲ ਸਿਗਨੇਚਰ ਇਜ਼ ਕ੍ਰਿਪਟੋਗ੍ਰਾਫਿਕ ਟੈਕਨੀਕ ਯੂਜ਼ਡ ਟੂ ਇਨਸ਼ੋਰ ਦੀ ਅਥੈਂਟਿਸਿਟੀ, ਇੰਟੀਗ੍ਰਿਟੀ ਐਂਡ ਨਾਨ ਰੈਪੂਟੇਸ਼ਨ ਆਫ ਡਿਜੀਟਲ ਡਾਕੂਮੈਂਟ, ਮੈਸੇਜ ਔਰ ਟ੍ਰਾਂਜੈਕਸ਼ਨ। ਟ੍ਰਾਂਜੈਕਸ਼ਨ ਦੇ ਵਿੱਚ ਇਹ ਕੀ ਚੀਜ਼ਾਂ ਪ੍ਰੋਵਾਈਡ ਕਰਦਾ? ਅਥੈਂਟਿਸਿਟੀ ਦਿੰਦਾ, ਇੰਟੀਗ੍ਰਿਟੀ ਦਿੰਦਾ ਤੇ ਨਾਨ ਰੈਪੂਟੇਸ਼ਨ ਦਿੰਦਾ। ਇਹ ਮੈਂ ਕੱਲੀਆਂ ਟਰਮਾਂ ਤੁਹਾਨੂੰ ਦੱਸੂਗਾ ਅੱਗੇ। ਇਟ ਪ੍ਰੋਵਾਈਡਸ ਏ ਵੇਜ਼ ਟੂ ਵੈਰੀਫਾਈ ਦਾ ਪਾਰਟਿਕੂਲਰ ਡਿਜੀਟਲ ਡਾਕੂਮੈਂਟ। ਇਹ ਡਿਜੀਟਲ ਡਾਕੂਮੈਂਟ ਦੀ ਵੈਰੀਫਿਕੇਸ਼ਨ ਦੇ ਲਈ ਵਰਤਿਆ ਜਾਂਦਾ ਹੈ। ਔਰ ਮੈਸੇਜ has been created by a specific sender or has not been altered during the transmission। ਕਹਿੰਦਾ ਰਸਤੇ ਦੇ ਵਿੱਚ ਕੋਈ ਉਹ ਮੈਸੇਜ ਆਲਟਰ ਤਾਂ ਨਹੀਂ ਹੋਇਆ ਟਰਾਂਸਮਿਸ਼ਨ ਦੇ ਵਿੱਚ, ਉਹ ਚੀਜ਼ਾਂ ਦੀ ਪ੍ਰੋਵਾਈਡ ਕਰਦਾ। ਹੁਣ ਡਿਜੀਟਲ ਸਿਗਨੇਚਰ ਦੀ ਵਰਕਿੰਗ ਕਿਵੇਂ ਆ? ਸਭ ਤੋਂ ਪਹਿਲਾਂ ਕੀ ਹੁੰਦਾ ਹੈ? ਸਾਈਨਿੰਗ ਪ੍ਰੋਸੈਸ ਹੁੰਦੀ ਹੈ, ਜਿਵੇਂ ਮੈਂ ਤੁਹਾਨੂੰ ਦੱਸ ਕੇ ਗਿਆ। when sender wants to digitally sign a document or message, they use cryptographic algorithm to generate unique digital signature। ਇੱਕ ਕਿਸੇ ਵੀ ਡੇਟਾ ਦਾ ਯੂਨੀਕ ਡਿਜੀਟਲ ਸਿਗਨੇਚਰ ਕ੍ਰੀਏਟ ਕਰਨ ਦੇ ਲਈ ਕ੍ਰਿਪਟੋਗ੍ਰਾਫਿਕ ਐਲਗੋਰਿਥਮ, ਜਿਹੜੇ ਮੈਸੇਜ ਡਾਈਜੈਸਟ ਜਾਂ ਸਿਕਿਉਰ ਹੈਸ਼ ਐਲਗੋਰਿਥਮ ਹੈ, ਉਹ ਯੂਜ਼ ਕੀਤੇ ਜਾਂਦੇ ਨੇ। ਦੀ ਐਲਗੋਰਿਥਮ ਟਿਪੀਕਲੀ ਯੂਜ਼ ਏ ਕੰਬੀਨੇਸ਼ਨ ਆਫ ਸੈਂਡਰਸ ਪ੍ਰਾਈਵੇਟ ਕੀ। ਦੇਖੋ ਸੈਂਡਰ ਆਪਦੀ ਪ੍ਰਾਈਵੇਟ ਕੀ ਵਰਤਦਾ ਐਂਡ ਕੰਟੈਂਟ ਆਫ ਦਾ ਡਾਕੂਮੈਂਟ ਔਰ ਮੈਸੇਜ ਕ੍ਰੀਏਟਡ ਦੀ ਸਿਗਨੇਚਰ। ਜਿਹੜਾ ਸਿਗਨੇਚਰ ਸੀਗਾ ਮੈਸੇਜ ਡਾਈਜੈਸਟ ਤੇ ਪ੍ਰਾਈਵੇਟ ਕੀ ਵਰਤਿਆ ਜਾਂਦਾ। ਇਸ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਜਿੰਨਾ ਕਿ ਮੈਂ ਸਮਝਾਤਾ ਉਹਨਾਂ ਸਫੀਸ਼ੀਐਂਟ ਹੈ। ਇਹ ਆਪਾਂ ਤੋਂ ਪੁੱਛਿਆ ਵੀ ਨਹੀਂ ਜਾਊਗਾ, ਜਿਹੜੀਆਂ ਚੀਜ਼ਾਂ ਪੁੱਛੀਆਂ ਜਾਣਗੀਆਂ ਮੈਂ ਤੁਹਾਨੂੰ ਦੱਸੂਗਾ। ਠੀਕ ਹੈ। ਅਗਲਾ ਜਿਵੇਂ ਸੀਗਾ ਵੈਰੀਫਿਕੇਸ਼ਨ ਪ੍ਰੋਸੈਸ। ਟੂ ਵੈਰੀਫਾਈ ਦੀ ਡਿਜੀਟਲ ਸਿਗਨੇਚਰ ਦੀ ਰੈਸੀਪੈਂਟ ਆਫ ਦਾ ਡਾਕੂਮੈਂਟ ਔਰ ਮੈਸੇਜ, ਰਿਸੀਵਰ ਵਾਲੀ ਸਾਈਡ ਤੇ ਜਾ ਕੇ ਵੈਰੀਫਿਕੇਸ਼ਨ ਹੋਣੀ ਹੈ। ਯੂਜ਼ ਦੀ ਕਰਸਪੋਂਡਿੰਗ ਪਬਲਿਕ ਕੀ ਆਫ ਦਾ ਸੈਂਡਰ। ਦੇਖੋ ਸੈਂਡਰ ਦੀ ਪਬਲਿਕ ਕੀ, ਉਹਨੇ ਸਾਈਨ ਕਿਹਦੇ ਨਾਲ ਕੀਤਾ? ਆਪਦੀ ਪ੍ਰਾਈਵੇਟ ਕੀ ਦੇ ਨਾਲ। ਸੈਂਡਰ ਨੇ ਆਪਦੀ ਪ੍ਰਾਈਵੇਟ ਕੀ ਦੇ ਨਾਲ ਸਾਈਨ ਕੀਤਾ ਤੇ ਸੈਂਡਰ ਦੀ ਵੈਬਸਾਈਟ ਤੇ ਹੀ ਉਹਦੀ ਪਬਲਿਕ ਕੀ ਪਈ ਹੋਣੀ ਹੈ, ਤੇ ਉਹ ਪਬਲਿਕ ਕੀ ਦੇ ਨਾਲ ਅਸੀਂ ਉਹਨੂੰ ਚੈੱਕ ਕਰ ਸਕਦੇ ਹਾਂ ਡਿਜੀਟਲ ਸਿਗਨੇਚਰ ਨੂੰ। The recipient applies the same cryptographic algorithm to receive the document or message and compares the resulting signature with the digital signature provided by the sender। ਜਿਹੜਾ digital signature sender provide ਕਰਦਾ ਤੇ cryptographic sum ਜਿਹੜਾ ਉਹ ਮੈਸੇਜ ਭੇਜਿਆ ਉਹਦੇ ਨਾਲ ਮੈਚ ਕਰਕੇ ਦੇਖ ਲੈਂਦਾ ਵੀ ਕੀ ਮੈਚ ਕਰਦੇ ਆ ਕਿ ਨਹੀਂ ਕਰਦੇ। ਜੇ ਕਰਦੇ ਆ ਤਾਂ ਡਾਟਾ ਠੀਕ ਹੈ, ਅਦਰਵਾਈਜ਼ ਡਾਟਾ ਠੀਕ ਨਹੀਂ ਹੈ। ਤਾਂ ਸਭ ਤੋਂ ਪਹਿਲਾਂ ਅਥੈਂਟਿਸਿਟੀ ਆਪਾਂ ਦੇਖਦੇ ਹਾਂ। ਇਟ ਇਜ਼ ਕੰਪਿਊਟਡ ਸਿਗਨੇਚਰ ਮੈਚਸ ਦੀ ਪ੍ਰੋਵਾਈਡਡ ਡਿਜੀਟਲ ਸਿਗਨੇਚਰ। ਜਿਹੜੇ ਕਹਿੰਦਾ ਇਹ ਕੰਪਿਊਟ ਕੀਤਾ ਜਾਂਦਾ ਡਿਜੀਟਲ ਸਿਗਨੇਚਰ ਪ੍ਰੋਵਾਈਡਡ ਡਿਜੀਟਲ ਮੈਚਸ ਦੀ ਪ੍ਰੋਵਾਈਡਡ ਡਿਜੀਟਲ ਸਿਗਨੇਚਰ। ਜਿਹੜਾ ਸੈਂਡਰ ਹੁੰਦਾ ਉਹ ਪ੍ਰੋਵਾਈਡ ਕਰਦਾ ਡਿਜੀਟਲ ਸਿਗਨੇਚਰ, ਉਹਦੇ ਨਾਲ ਮੈਚ ਕੀਤਾ ਜਾਂਦਾ। ਇਟ ਕਨਫਰਮਸ ਦੈਟ the document or message has not been tampered with during transmission and that it was indeed created by the sender। The verification the verify the authenticity this verify the authenticity of sender's identity। ਤਾਂ ਉਹ ਕੀ ਕਰਦਾ? ਉਹ ਮੈਚ ਕਰਕੇ ਦੇਖ ਲੈਂਦਾ ਵੀ ਇਹ ਜਿਹੜਾ ਡੇਟਾ ਹੈ ਜਾਂ ਡਿਜੀਟਲ ਸਿਗਨੇਚਰ ਹੈ ਇਹ ਸੈਂਡਰ ਦੁਆਰਾ ਹੀ ਭੇਜਿਆ ਜਾਂਦਾ। ਕਿਉਂ? ਕਿਉਂਕਿ ਇੱਕ ਤਾਂ ਸੈਂਡਰ ਨੇ ਡੇਟਾ ਭੇਜਿਆ, ਇੱਕ ਸੈਂਡਰ ਨੇ ਸਿਗਨੇਚਰ ਭੇਜੇ ਨੇ। ਜੇਕਰ ਉਹਦੀ ਪਬਲਿਕ ਕੀ ਦੇ ਨਾਲ ਇਹ ਪਿੱਛੇ ਜੇ ਮੈਨੂੰ ਲੱਗਦਾ ਇੱਕ ਪੁਆਇੰਟ ਤੁਹਾਡੇ ਧਿਆਨ ਦੇ ਵਿੱਚ ਆ ਰਿਹਾ ਹੋਣਾ, ਤੁਹਾਨੂੰ ਲੱਗਦਾ ਹੋਣਾ ਜਿੱਥੋਂ ਆਪਾਂ ਪਿੱਛੇ ਗਏ ਸੀ ਨਾ, ਆਹ ਵਾਲਾ ਪੁਆਇੰਟ ਮੈਂ ਦੁਬਾਰੇ ਰਿਪੀਟ ਕਰਨਾ ਚਾਹੁੰਦਾ, ਮੈਨੂੰ ਲੱਗਿਆ ਵੀ ਸ਼ਾਇਦ ਬਚ ਗਿਆ ਹੋਵੇ ਕਲੀਅਰ ਹੋਣ ਤੋਂ। ਇੱਥੇ ਜੇ ਆਪਾਂ ਇੱਥੇ ਇਹ ਗੱਲ ਕੀਤੀ ਸੀਗੀ ਵੀ ਇਹ ਡਿਜੀਟਲ ਸਿਗਨੇਚਰ ਬਣ ਗਿਆ, ਆਹ ਵਾਲਾ ਡਿਜੀਟਲ ਸਿਗਨੇਚਰ ਬਣ ਗਿਆ, ਰਸਤੇ ਦੇ ਵਿੱਚ ਡੇਟਾ ਚੇਂਜ ਹੋ ਗਿਆ ਤਾਂ ਉਹਦਾ ਹੈਸ਼ ਵੈਲਿਊ ਚੇਂਜ ਹੋ ਜਾਣੀ ਆ, ਹੈਸ਼ ਮੈਚ ਨਹੀਂ ਕਰਨੀ। ਤਾਂ ਜਦੋਂ ਹੁਣ ਆਪਾਂ ਇਹ ਗੱਲ ਕਹਿ ਰਹੇ ਹਾਂ ਵੀ ਪ੍ਰਾਈਵੇਟ ਕੀ ਦੇ ਨਾਲ ਮੈਸੇਜ ਚੇਂਜ ਹੋ ਜਾਂਦਾ, ਸੌਰੀ ਪ੍ਰਾਈਵੇਟ ਕੀ ਦੇ ਨਾਲ ਇਨਕ੍ਰਿਪਟ ਕੀਤਾ ਹੋਇਆ, ਦੇਖ ਕੋਈ ਵੀ ਸਕਦਾ ਕਿਉਂਕਿ ਪ੍ਰਾਈਵੇਟ ਪਬਲਿਕ ਕੀ ਹੈ ਜਿਹੜੀ ਇਹ ਬੰਦੇ ਦੀ ਸੈਂਡਰ ਦੀ ਵੈਬਸਾਈਟ ਤੇ ਪਈ ਆ। ਤਾਂ ਸਪੋਜ਼ ਕਰੋ ਰਸਤੇ ਦੇ ਵਿੱਚ ਹੈਕਰ ਨੇ ਕੀ ਕੀਤਾ, ਇਹ ਡਿਜੀਟਲ ਸਿਗਨੇਚਰ ਨੂੰ ਚੱਕਿਆ ਤੇ ਉਹਦੀ ਪਬਲਿਕ ਕੀ ਦੇ ਨਾਲ ਇਹਨੂੰ ਡੀਕ੍ਰਿਪਟ ਕਰਤਾ। ਇਹਨੂੰ ਡੀਕ੍ਰਿਪਟ ਕਰਨ ਤੋਂ ਬਾਅਦ ਉਹਦੇ ਵਿੱਚ ਆਹ ਵਾਲਾ ਹੈਸ਼ ਵੈਲਿਊ ਆ ਗਈ ਸੀ, ਹੈਸ਼ ਵੈਲਿਊ ਤੇ ਮੈਸੇਜ। ਤਾਂ ਤੁਹਾਡੇ ਦਿਮਾਗ 'ਚ ਆ ਰਿਹਾ ਹੋਣਾ ਵੀ ਮੈਸੇਜ ਨੂੰ ਵੀ ਉਹ ਚੇਂਜ ਕਰ ਦੂਗਾ, ਹੈਸ਼ ਨੂੰ ਵੀ ਚੇਂਜ ਕਰਕੇ ਦੁਬਾਰਾ ਆਪਦੀ ਪ੍ਰਾਈਵੇਟ ਕੀ ਦੇ ਨਾਲ ਇਨਕ੍ਰਿਪਟ ਕਰਕੇ ਉਹਨੂੰ ਭੇਜ ਦੇ। ਤਾਂ ਜਦੋਂ ਰਿਸੀਵਰ ਕੋਲੇ ਜਾਊਗਾ ਤਾਂ ਉੱਥੇ ਮੈਸੇਜ ਵੀ ਚੇਂਜ ਹੋਇਆ, ਉਹ ਮੈਸੇਜ ਦੇ ਹਿਸਾਬ ਨਾਲ ਉਹਨੇ ਹੈਸ਼ ਕ੍ਰੀਏਟ ਕੀਤਾ, ਤਾਂ ਐਂ ਚੱਲ ਜੂ, ਉਹਨੂੰ ਪਤਾ ਹੀ ਨਹੀਂ ਲੱਗਣਾ। ਜਿਹੜਾ ਇਹਦੇ ਤੋਂ ਰਿਸੀਵਰ ਹੋਊਗਾ ਜਿਹੜਾ ਜਾ ਕੇ ਨਵਾਂ ਹੈਸ਼ ਬਣਾਊਗਾ, ਕਿਉਂਕਿ ਉਹਨੇ ਹੈਸ਼ ਵੀ ਚੇਂਜ ਕਰਤਾ, ਦੋਨੋਂ ਮੈਚ ਕਰ ਜਾਣਗੇ। ਐਵੇਂ ਨਹੀਂ ਹੋਊਗਾ। ਕਿਉਂ ਨਹੀਂ ਹੋਊਗਾ?
ਕਿਉਂਕਿ ਜਿਹੜੀ ਵੈਲਿਊ ਸੈਂਡਰ ਦੀ ਪ੍ਰਾਈਵੇਟ ਕੀ ਦੇ ਨਾਲ ਇਨਕ੍ਰਿਪਟ ਕੀਤੀ ਹੈ, ਸਿਰਫ ਉਹੀ ਵੈਲਿਊ ਰਿਸੀਵਰ ਦੀ ਪਬਲਿਕ ਕੀ ਦੇ ਨਾਲ ਡੀਕ੍ਰਿਪਟ ਹੋਣੀ ਆ। ਤਾਂ ਜੇ ਉਹਨੇ ਚੇਂਜ ਵੀ ਕਰਤਾ ਆਪਦੀ ਪ੍ਰਾਈਵੇਟ ਕੀ ਦੇ ਨਾਲ, ਉਹਨੇ ਇਨਕ੍ਰਿਪਟ ਕਰਤਾ ਹੈਕਰ ਨੇ, ਤਾਂ ਫਿਰ ਉਹ ਸੈਂਡਰ ਦੀ ਪ੍ਰਾਈਵੇਟ ਕੀ ਦੇ ਨਾਲ ਡੇਟਾ ਜਿਹੜਾ ਹੈ ਉਹ ਡੀਕ੍ਰਿਪਟ ਨਹੀਂ ਹੋਣਾ। ਤਾਂ ਉਹਨੂੰ ਪਤਾ ਲੱਗ ਜੂਗਾ ਕਿ ਮਿੱਤਰੋ ਹੁਣ ਡਾਟਾ ਵੀ ਚੇਂਜ ਕਰਤਾ ਤੇ ਸਿਗਨੇਚਰ ਵੀ ਚੇਂਜ ਕਰਤਾ, ਤਾਂ ਕਰਕੇ ਉਹਦੀ ਅਥੈਂਟਿਸਿਟੀ ਨਹੀਂ ਰਹਿਣੀ ਵੀ ਉਹ ਓਰੀਜਨਲ ਬੰਦੇ ਤੋਂ ਨਹੀਂ ਹੈ। ਕਲੀਅਰ ਹੋਈ ਗੱਲ? ਸੋ ਮੈਨੂੰ ਬਾਅਦ ਚ ਯਾਦ ਆਇਆ ਵੀ ਸ਼ਾਇਦ ਤੁਹਾਨੂੰ ਇਹ ਡਾਊਟ ਨਾ ਆ ਰਹੀ ਹੋਵੇ, ਹਨਾ। ਸੋ ਆਪਾਂ ਸੀਗੇ ਵੀ ਅਥੈਂਟਿਸਿਟੀ ਕਿਵੇਂ ਪ੍ਰੋਵਾਈਡ ਕਰਦਾ, ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਵੀ ਅਥੈਂਟਿਸਿਟੀ ਕਿਵੇਂ ਪ੍ਰੋਵਾਈਡ ਕਰਦਾ ਹੈ। ਕਲੀਅਰ ਹੋਈ ਗੱਲ? ਅਗਲਾ ਇੰਟੀਗ੍ਰਿਟੀ। ਇੰਟੀਗ੍ਰਿਟੀ ਦਾ ਮਤਲਬ ਹੁੰਦਾ ਵੀ ਡਾਟਾ ਰਸਤੇ ਦੇ ਵਿੱਚ ਚੇਂਜ ਹੋਇਆ ਕਿ ਨਹੀਂ ਹੋਇਆ। ਜੇ ਡਾਟਾ ਰਸਤੇ ਦੇ ਵਿੱਚ ਚੇਂਜ ਹੋ ਗਿਆ ਤਾਂ ਇੰਟੀਗ੍ਰਿਟੀ ਪ੍ਰੀਜ਼ਰਵ ਨਹੀਂ ਹੋਈ। ਜੇ ਡਾਟਾ ਰਸਤੇ ਦੇ ਵਿੱਚ ਨਹੀਂ ਚੇਂਜ ਹੋਇਆ ਤਾਂ ਇੰਟੀਗ੍ਰਿਟੀ ਪ੍ਰੀਜ਼ਰਵ ਹੋ ਗਈ। ਤਾਂ ਡਿਜੀਟਲ ਸਿਗਨੇਚਰ ਸਾਨੂੰ ਇਹ ਦਿੰਦਾ ਹੈ। ਤਾਂ ਜੇ ਡਾਟਾ ਚੇਂਜ ਹੋ ਗਿਆ ਤਾਂ ਸਿਗਨੇਚਰ ਜਿਹੜਾ ਸੈਂਡਰ ਨੇ ਬਣਾਇਆ ਤੇ ਜਿਹੜਾ ਸਿਗਨੇਚਰ ਬਣਨਾ ਹੈਗਾ ਡਾਟਾ ਦੇ ਵਿੱਚ ਉਹ ਮੈਚ ਨਹੀਂ ਕਰਨੇ, ਤਾਂ ਸਾਨੂੰ ਪਤਾ ਲੱਗ ਜੂ ਵੀ ਇੰਟੀਗ੍ਰਿਟੀ ਹੈਗੀ ਹੈ ਕਿ ਨਹੀਂ। ਤਾਂ ਆਪਾਂ ਕਹਿ ਸਕਦੇ ਹਾਂ ਵੀ ਡਿਜੀਟਲ ਸਿਗਨੇਚਰ ਸਾਨੂੰ ਇੰਟੀਗ੍ਰਿਟੀ ਪ੍ਰੋਵਾਈਡ ਕਰਦਾ। ਤੀਸਰਾ ਹੈਗਾ ਨੌਨ ਰੈਪੂਟੇਸ਼ਨ। ਨੌਨ ਰੈਪੂਟੇਸ਼ਨ ਦਾ ਮਤਲਬ ਜਿਹੜਾ ਸੈਂਡਰ ਮੈਸੇਜ ਭੇਜਦਾ ਉਹ ਮੁੱਕਰ ਨਹੀਂ ਸਕਦਾ, ਉਹ ਬਾਅਦ ਚ ਡਿਨਾਈ ਨਹੀਂ ਕਰ ਸਕਦਾ। ਜਿਵੇਂ ਹੁਣ ਮੈਂ ਬੈਂਕ ਨੂੰ ਕਹਿਦਾ ਵੀ 5000 ਰੁਪਏ ਮੇਰੇ ਅਕਾਊਂਟ ਦੇ ਵਿੱਚੋਂ ਕੱਢ ਕੇ ਕਿਸੇ ਹੋਰ ਬੰਦੇ ਨੂੰ ਟ੍ਰਾਂਸਫਰ ਕਰ ਦਿਓ, ਹਨਾ, ਤਾਂ ਉਹ ਡਿਨਾਈ ਨਹੀਂ ਕਰ ਸਕਦਾ। ਤਾਂ ਡਿਜੀਟਲ ਸਿਗਨੇਚਰ ਇਸ ਚੀਜ਼ ਦੇ ਲਈ ਵੀ ਰਿਸਟ੍ਰਿਕਸ਼ਨ ਪ੍ਰੋਵਾਈਡ ਕਰਦਾ ਹੈ ਕਿ ਯੂ ਕੈਨ ਨਾਟ ਡਿਨਾਈ ਏ ਮੈਸੇਜ ਵੈਨ ਯੂ ਹੈਵ ਆਲਰੇਡੀ ਟ੍ਰਾਂਸਮਿਟਡ ਔਰ ਇਨੀਸ਼ੀਏਟਡ ਸਮ ਟ੍ਰਾਂਜੈਕਸ਼ਨ। ਠੀਕ ਹੈ, ਤਾਂ ਕਿਹੜੀਆਂ ਕਿਹੜੀਆਂ ਇੰਸ਼ੋਰੈਂਸ ਦਿੰਦਾ? ਅਥੈਂਟਿਸਿਟੀ ਦਿੰਦਾ। ਅਥੈਂਟਿਸਿਟੀ ਹੁੰਦਾ ਵੀ ਕਨਫਰਮ ਕਰਦਾ ਵੀ ਸਾਈਨਰ ਉਹੀ ਹੈ। ਇੰਟੀਗ੍ਰਿਟੀ ਦਿੰਦਾ ਮੈਸੇਜ ਚੇਂਜ ਤਾਂ ਨਹੀਂ ਹੋਇਆ। ਨੌਨ ਰੈਪੂਟੇਸ਼ਨ ਹੁੰਦਾ ਵੀ ਉਹ ਡਿਨਾਈ ਨਹੀਂ ਕਰ ਸਕਦਾ। ਨੋਟਰਾਈਜੇਸ਼ਨ, ਜਿਵੇਂ ਆਪਾਂ ਨੋਟਰੀ ਤੋਂ ਜਾ ਕੇ ਸਾਈਨ ਕਰਾਉਂਦੇ ਆ, ਨੋਟਰਾਈਜੇਸ਼ਨ ਪ੍ਰੋਵਾਈਡ ਕਰਦਾ। ਤਾਂ ਆਪਾਂ ਜਿਹੜੀਆਂ ਚੀਜ਼ਾਂ ਯਾਦ ਰੱਖਣੀਆਂ ਨੇ ਉਹ ਇਹ ਨੇ, ਪਹਿਲਾ, ਦੂਜਾ, ਤੀਜਾ ਤੇ ਚੌਥਾ। ਬਸ ਇਹਦੇ ਵਿੱਚੋਂ ਇੰਨਾ ਕੁ ਯਾਦ ਰੱਖਣਾ ਹੈ। ਅਥੈਂਟਿਸਿਟੀ ਦਾ ਮਤਲਬ ਹੁੰਦਾ ਵੀ ਸਾਈਨਰ ਦੀ ਆਇਡੈਂਟੀਟੀ ਕਨਫਰਮ ਕਰਨਾ। ਇੰਟੀਗ੍ਰਿਟੀ ਦਾ ਮਤਲਬ ਕੰਟੈਂਟ ਹੈ ਜਿਹੜਾ ਚੇਂਜ ਨਹੀਂ ਹੋਇਆ, ਟੈਂਪਰ ਨਹੀਂ ਹੋਇਆ। ਨੌਨ ਰੈਪੂਟੇਸ਼ਨ ਦਾ ਮਤਲਬ ਹੈ ਸਾਈਨਰ ਡਿਨਾਈ ਨਹੀਂ ਕਰ ਸਕਦਾ ਕਿਸੇ ਗੱਲ ਤੋਂ। ਰੈਪੂਟੇਸ਼ਨ ਰੈਫਰਸ ਟੂ ਦੀ ਐਕਟ ਆਫ ਸਾਈਨਰ ਡਿਨਾਈਂਗ। ਰੈਪੂਟੇਸ਼ਨ ਦਾ ਮਤਲਬ ਹੁੰਦਾ ਡਿਨਾਈਂਗ। ਨੌਨ ਰੈਪੂਟੇਸ਼ਨ ਦਾ ਮਤਲਬ ਸੈਂਡਰ ਕੈਨ ਨਾਟ ਡਿਨਾਈ that has not sent the information। ਕਲੀਅਰ ਹੋਈ ਗੱਲ? ਨੋਟਰਾਈਜੇਸ਼ਨ ਤੁਹਾਨੂੰ ਪਤਾ ਹੈ, ਜਿਵੇਂ ਨੋਟਰੀ ਦੇ ਵਿੱਚੋਂ ਆਪਾਂ ਵੈਰੀਫਿਕੇਸ਼ਨ ਦੇ ਲਈ ਸਟੈਂਪ ਯੂਜ਼ ਕੀਤੀ ਜਾਂਦੀ ਹੈ। ਤਾਂ ਸਵਾਲ ਦੇਖੋ, ਦੇਖਣ ਨੂੰ ਛੋਟਾ ਜਿਹਾ ਸਵਾਲ ਲੱਗਦਾ ਸੀ, ਪਰ ਬਹੁਤ ਸਾਰੇ ਇਹਦੇ ਵਿੱਚ ਆਪਾਂ ਨੂੰ ਕਨਸੈਪਟ ਪੜ੍ਹਨੇ ਪੈਣੇ ਸੀਗੇ। ਇੰਪੋਰਟੈਂਟ ਫੀਚਰ ਕਿਹੜੇ ਨੇ? ਅਥੈਂਟੀਕੇਸ਼ਨ ਵੀ ਹੈਗਾ, ਨੌਨ ਰੈਪੂਟੇਸ਼ਨ ਵੀ ਹੈ, ਇੰਟੀਗ੍ਰਿਟੀ ਵੀ ਹੈ। ਤਾਂ ਤਿੰਨੋਂ ਹੀ ਆਨਸਰ ਨੇ, ਅਥੈਂਟੀਕੇਸ਼ਨ, ਨੌਨ ਰੈਪੂਟੇਸ਼ਨ ਐਂਡ ਇੰਟੀਗ੍ਰਿਟੀ। ਠੀਕ ਹੈ, ਇੱਕ ਹੋਰ ਜਿਹੜਾ ਬਚਿਆ ਹੈ ਮੈਨੂੰ ਲੱਗਦਾ ਉਹ ਵੀ ਤੁਹਾਨੂੰ ਨਾਲ ਨਾਲ ਦੱਸ ਦਿਆਂ। ਅਥੈਂਟੀਕੇਸ਼ਨ, ਇੰਟੀਗ੍ਰਿਟੀ, ਨੌਨ ਰੈਪੂਟੇਸ਼ਨ ਤੇ ਨੋਟਰਾਈਜੇਸ਼ਨ। ਉਹ ਚਲੋ ਆਨਸਰ ਤੇ ਪੁੱਛਿਆ ਨਹੀਂ ਗਿਆ, ਤਾਂ ਆਨਸਰ ਆਪਣੇ ਕੋਲੇ ਬੀ ਹੈ। ਕਲੀਅਰ ਹੋਈ ਗੱਲ? ਸੋ ਅਗਲਾ ਸਵਾਲ ਹੈ, ਜਿਵੇਂ ਤਾਂ ਬੜਾ ਸੌਖਾ ਹੈ, ਥੋੜਾ ਜਿਹਾ ਫੈਕਟ ਬੇਸਡ ਹੈ, ਥਿਊਰੀ ਬੇਸਡ ਹੈ। ਕਹਿੰਦਾ ਡਿਜੀਟਲ ਸਿਗਨੇਚਰ ਸਟੈਂਡਰਡ ਬਾਰ ਵਾਜ਼ ਓਰੀਜਨਲੀ ਪ੍ਰਪੋਜ਼ਡ ਇਨ ਦੀ ਈਅਰਸ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਉਹ ਪਹਿਲਾਂ ਵਾਲੀ ਇਨਫੋਰਮੇਸ਼ਨ ਹੈ ਜਿਹੜੀ ਤੁਹਾਨੂੰ ਕਿਵੇਂ ਲੱਗੀ। ਜਿਹੜਾ ਮੈਂ ਪਹਿਲਾਂ ਡਿਜੀਟਲ ਸਿਗਨੇਚਰ ਵਾਲਾ ਦੱਸਿਆ, ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਵੀ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਸਮਝਾ ਸਕਾਂ। ਮੈਂ ਪਹਿਲੇ ਪਾਰਟ ਦੇ ਵਿੱਚ ਤਾਂ ਕਰਾਈ ਹੈ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ, ਜੇ ਨਹੀਂ ਸਮਝ ਆਊਗੀ ਦੂਜੇ ਪਾਰਟ 'ਚ ਕਰਾਵਾਂਗੇ। ਦੂਜਾ ਪਾਰਟ ਇਸੇ ਲੈਵਲ 2 ਦਾ। ਜੇ ਫਿਰ ਵੀ ਨਹੀਂ ਸਮਝ ਆਊਗੀ ਮੈਂ ਤੀਸਰੇ ਪਾਰਟ 'ਚ ਕਰਾ ਦਾਂਗੇ। ਜੇ ਫਿਰ ਵੀ ਨਹੀਂ ਸਮਝ ਆਊਗੀ ਕੋਈ ਵੱਖਰੇ ਤਰੀਕੇ ਨਾਲ ਆਪਾਂ ਤੁਹਾਨੂੰ ਹੋਰ ਲੇਮੈਨ ਤਰੀਕੇ ਨਾਲ ਸਮਝ ਕੇ ਰਿਲੇਟ ਕਰਕੇ ਮੈਂ ਉਵੇਂ ਵੀ ਕਰਵਾ ਦੂੰਗਾ। ਠੀਕ ਹੈ, ਕਹਿੰਦਾ ਡਿਜੀਟਲ ਸਿਗਨੇਚਰ ਸਟੈਂਡਰਡ ਨੇ ਜਿਹੜੇ ਓਰੀਜਨਲੀ ਪ੍ਰਪੋਜ਼ਡ ਕਿਹੜੇ ਸਾਲ ਦੇ ਵਿੱਚ ਹੋਏ ਸੀ। ਤਾਂ ਇਹਦੇ ਲਈ ਆਪਾਂ ਨੂੰ ਥਿਊਰੀ ਪੜ੍ਹਨ ਦੀ ਲੋੜ ਹੈ। ਨਿਸਟ ਇੱਕ ਤਾਂ ਯਾਦ ਰੱਖਿਓ, ਨੈਸ਼ਨਲ ਇੰਸਟੀਚਿਊਟ ਆਫ ਸਟੈਂਡਰਡ ਐਂਡ ਟੈਕਨੋਲੋਜੀ ਪ੍ਰਪੋਜ਼ਡ ਡਿਜੀਟਲ ਸਿਗਨੇਚਰ ਸਟੈਂਡਰਡ। ਕਈ ਵਾਰੀ ਇਹਦੀ ਐਬਰੀਵੇਸ਼ਨ ਨਾਲ ਪੁੱਛ ਲੈ, DSA ਹੁੰਦਾ ਹੈ, ਡਿਜੀਟਲ ਸਿਗਨੇਚਰ ਸਟੈਂਡਰਡ ਫॉर द ਯੂਜ਼ ਇਨ देयर ਡਿਜੀਟਲ ਸਿਗਨੇਚਰ ਸਟੈਂਡਰਡ। ਕਾਦੇ ਲਈ? ਡਿਜੀਟਲ ਸਿਗਨੇਚਰ ਐਲਗੋਰਿਥਮ ਨੂੰ ਕਾਦੇ ਵਿੱਚ ਯੂਜ਼ ਕਰਨ ਦੇ ਲਈ? ਡਿਜੀਟਲ ਸਿਗਨੇਚਰ ਸਟੈਂਡਰਡ ਇਨ 1991 ਦੇ ਵਿੱਚ ਪ੍ਰਪੋਜ਼ ਕੀਤਾ ਸੀ। ਤੇ ਫਿਫਥ ਨੇ, ਫਿਫਥ 186 ਸਟੈਂਡਰਡ ਦੇ ਅੰਡਰ ਇਹ ਐਕਸੈਪਟ ਹੋ ਗਈ ਸੀ, ਅਡਾਪਟ ਹੋ ਗਈ ਸੀ। ਫਿਫਥ ਹੁੰਦਾ ਫੈਡਰਲ ਇਨਫੋਰਮੇਸ਼ਨ ਪ੍ਰੋਸੈਸਿੰਗ ਸਟੈਂਡਰਡ। ਇਹ ਕਿਸੇ ਚੀਜ਼ ਦੀ ਕੁਆਲਿਟੀ ਇੰਸ਼ੋਰੈਂਸ ਦੇ ਸਟੈਂਡਰਡ ਨੇ, ਠੀਕ ਹੈ, ਕੰਪਨੀਆਂ ਦੇ। ਫਿਫਥ 186 ਦੇ ਅੰਡਰ ਇਹ 1994 ਦੇ ਵਿੱਚ ਐਕਸੈਪਟ ਹੋ ਗਈ ਸੀ। ਡਿਜੀਟਲ ਸਿਗਨੇਚਰ ਆਪਾਂ ਨੂੰ ਪਤਾ ਹੀ ਹੈ, ਇਲੈਕਟ੍ਰੋਨਿਕ ਇਨਕ੍ਰਿਪਟਡ। ਤੇ ਆਹ ਸ਼ਬਦ ਹੀ ਪੁੱਛ ਲੈਂਦਾ ਉਹ ਕਈ ਵਾਰੀ ਵੀ, ਡਿਜੀਟਲ ਸਿਗਨੇਚਰ ਹੈਗਾ ਕੀ ਹੈ? ਇਹ ਇੱਕ ਇਲੈਕਟ੍ਰੋਨਿਕ ਹੈ, ਕਿਉਂਕਿ ਫਿਜ਼ੀਕਲ ਤਾਂ ਐਗਜ਼ਿਸਟ ਨਹੀਂ ਕਰਦਾ। ਇਲੈਕਟ੍ਰੋਨਿਕ ਹੈ, ਇਨਕ੍ਰਿਪਟ ਕੀਤਾ ਹੁੰਦਾ। ਹੁਣੀ ਪੜ੍ਹ ਕੇ ਆਏ ਆਪਾਂ, ਸਟੈਂਪ ਆਫ ਅਥੈਂਟੀਕੇਸ਼ਨ। ਜਿਵੇਂ ਆਪਾਂ ਸਟੈਂਪ ਨਹੀਂ ਲਾ ਦਿੰਦੇ, ਅਥੈਂਟੀਕੇਸ਼ਨ ਦੀ ਸਟੈਂਪ ਹੈ ਵੀ ਓਰੀਜਨਲ ਬੰਦਾ ਹੀ ਹੈ। ਔਨ ਡਿਜੀਟਲ ਇਨਫੋਰਮੇਸ਼ਨ ਸੱਚ ਐਜ਼ ਈਮੇਲ ਮੈਸੇਜ। ਕਾਹਦੇ ਤੇ ਲੱਗਦਾ ਇਹ? ਈਮੇਲ ਤੇ ਇਲੈਕਟ੍ਰੋਨਿਕ ਡਾਕੂਮੈਂਟ ਤੇ। ਇਹ ਸਿਗਨੇਚਰ ਕਨਫਰਮ ਦੈਟ ਇਨਫੋਰਮੇਸ਼ਨ ਓਰੀਜਿਨੇਟਡ from the signer and not been altered।
ਕਹਿੰਦਾ ਇੱਕ ਤਾਂ ਇਹ ਕਨਫਰਮ ਕਰਦਾ ਵੀ ਓਰੀਜਨਲ ਸਾਈਨਰ ਤੋਂ ਆਈ ਹੈ, ਵੀ ਬੰਦਾ ਉਹੀ ਹੈ, ਸਹੀ ਹੈ, ਤੇ ਇਹਨੂੰ ਆਲਟਰ ਨਹੀਂ ਕਰ ਸਕਦਾ, ਇਹਨੂੰ ਅਸੀਂ ਕਿਹਾ ਸੀ ਇੰਟੀਗ੍ਰਿਟੀ, ਤੇ ਉਹ ਮੁੱਕਰ ਨਹੀਂ ਸਕਦਾ, ਵੀ ਨੌਨ ਰੈਪੂਟੇਸ਼ਨ ਪ੍ਰੋਵਾਈਡ ਕਰਦਾ। ਦੇਖੋ ਸਾਰੀਆਂ ਚੀਜ਼ਾਂ ਰਿਲੇਟ ਕਰਨ ਲੱਗ ਜਾਂਦੀਆਂ ਨੇ, ਜੇ ਸਾਨੂੰ ਕਨਸੈਪਟ ਸਮਝ ਆ ਜਾਂਦਾ ਫਿਰ ਗੱਲਾਂ ਸਮਝ ਆਉਂਦੀਆਂ ਨੇ। ਜਿਹੜਾ ਪਹਿਲਾ ਆ ਸੀ ਆਥੈਂਟੀਕੇਸ਼ਨ ਆਫ ਦਾ ਓਰੀਜਨਲ ਸਾਈਨਰ, ਇਹ ਹੁੰਦਾ ਆਥੈਂਟਿਸਿਟੀ ਤੇ ਆਥੈਂਟੀਕੇਸ਼ਨ। ਨੋਟ ਅਲਟਰ ਹੁੰਦਾ ਇੰਟੀਗ੍ਰਿਟੀ, ਇੰਟੀਗ੍ਰਿਟੀ, ਤੇ ਜਿਹੜਾ ਨੋਟ ਡਿਨਾਈ ਹੁੰਦਾ ਨੋਟ ਡਿਨਾਈ, ਇਹ ਹੁੰਦਾ ਨੌਨ ਰੈਪੂਟੇਸ਼ਨ। ਇਹ ਮੈਂ ਚੀਜ਼ਾਂ ਸਾਰੀਆਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ, ਤਾਂ ਤੁਸੀਂ, ਮੈਨੂੰ ਲੱਗਦਾ ਹੈ ਕਿ ਆਈ ਹੋਪ ਸੋ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ, ਪਰ ਮੈਨੂੰ ਥੋੜਾ ਜਿਹਾ ਅੰਦਰੋਂ ਐਂ ਲੱਗਦਾ ਵੀ ਮੇਰਾ ਮੰਨਣਾ ਇਹ ਆ ਵੀ ਤੁਹਾਨੂੰ ਹਜੇ 50-60% ਚੀਜ਼ਾਂ ਸਮਝ ਆਈਆਂ ਨੇ, ਵੀ ਜੇ 50-60% ਵੀ ਚੀਜ਼ਾਂ ਸਮਝ ਆਈਆਂ ਤਾਂ ਸਫੀਸ਼ੀਐਂਟ ਹੈ, ਆਪਾਂ ਹੌਲੀ ਹੌਲੀ ਵਧਾ ਲਾਂਗੇ ਇਹਨੂੰ ਅੱਗੇ, ਕੋਈ ਗੱਲ ਨਹੀਂ। ਤਾਂ ਫਿਰ ਆਨਸਰ ਫਿਰ ਇਹਦਾ ਆਪਣੇ ਕੋਲੇ ਹੋ ਗਿਆ B 1991 ਦੇ ਵਿੱਚ ਪ੍ਰਪੋਜ਼ ਹੋਇਆ ਸੀ ਤੇ 94 ਦੇ ਵਿੱਚ ਐਕਸੈਪਟ ਹੋ ਗਿਆ ਸੀ। ਅਗਲਾ ਸਵਾਲ ਹੈ, ਇਹ ਵਾਇਰਸ ਹੌਕਸ ਹੁੰਦਾ ਚੇਨ ਆਫ ਮੈਸੇਜ, ਲਗਾਤਾਰ ਭੇਜੀ ਜਾਣੀ। ਇਹ ਵਾਇਰਸ ਹੌਕਸ ਇਜ਼ ਏ ਅਨਟਰੂ ਵਾਇਰਸ ਵਾਰਨਿੰਗ ਈਮੇਲ। ਕਹਿੰਦਾ ਇਹਦੇ ਵਿੱਚ ਅਨਟਰੂ ਹੁੰਦਾ, ਜਿਹੜਾ ਕਿ ਸੱਚਾਈ ਨਹੀਂ ਹੁੰਦੀ, ਅਫਵਾਹ ਫੈਲਾਈ ਹੁੰਦੀ ਹੈ, ਵਾਰਨਿੰਗ ਹੁੰਦੀ ਹੈ ਈਮੇਲ ਦੇ ਵਿੱਚ। ਵੈਨ ਯੂ ਰਿਸੀਵ ਏ ਵਾਇਰਸ ਹੌਕਸ ਸੱਚ ਐਜ਼ ਦੀ ਵਨ ਬਿਲੋ, ਵਟ ਇਜ਼ ਦਾ ਐਪਰੋਪਰੀਏਟ ਐਕਸ਼ਨ। ਕਹਿੰਦਾ ਜਦੋਂ ਤੁਸੀਂ ਇਹ ਵਾਰਨਿੰਗ ਤੁਹਾਨੂੰ ਮਿਲੇ ਜਾਂ ਵਾਇਰਸ ਹੌਕਸ ਤੁਹਾਡੇ ਕੋਲੇ ਆਵੇ ਤਾਂ ਤੁਹਾਨੂੰ ਕੀ ਐਕਸ਼ਨ ਲੈਣਾ ਚਾਹੀਦਾ ਹੈ। ਸਬਜੈਕਟ ਹੈਗਾ ਵਾਰਨਿੰਗ, ਮੈਸੇਜ ਦੇ ਵਿੱਚ ਕੀ ਹੈ, ਇਹ ਨਿਊ ਵਾਇਰਸ ਹੈਜ਼ ਬੀਨ ਡਿਟੈਕਟਡ ਇਨ ਯੂਰ ਕੰਪਿਊਟਰ, ਫਾਰਮੈਟ ਦੀ ਹਾਰਡ ਡਿਸਕ ਐਂਡ ਰੀਇੰਸਟਾਲ ਆਲ ਸੌਫਟਵੇਅਰ ਇਮੀਡੀਏਟਲੀ। ਤੇ ਇਹਦਾ ਮਤਲਬ ਹੁਣ ਕਹਿੰਦਾ ਕੀ ਤੁਹਾਨੂੰ ਫਾਰਮੈਟ ਕਰ ਦੇਣਾ ਚਾਹੀਦਾ, ਫਾਰਮੈਟ ਯੂਰ ਹਾਰਡ ਡਿਸਕ ਐਂਡ ਰੀਇੰਸਟਾਲ ਦਾ ਸੌਫਟਵੇਅਰ ਇਮੀਡੀਏਟਲੀ। ਸੋ ਕੋਈ ਇਹ ਥੋੜੀ ਕਹੂਗਾ ਬੰਦਾ ਵੀ ਤੁਹਾਡੇ ਤੇ ਵਾਇਰਸ ਆ ਗਿਆ ਤੁਸੀਂ ਐਂ ਕਰ ਦਿਓ, ਅਸਲ ਦੇ ਵਿੱਚ ਤੁਹਾਨੂੰ ਲੌਸ ਕਰਾਉਣਾ ਚਾਹੁੰਦਾ। ਮੰਨ ਲਓ ਤੁਹਾਡੀ ਕਿਸੇ ਨਾਲ ਲਾਗ ਡਾਟਾ, ਤੁਸੀਂ ਉਹਨੂੰ ਇਹ ਮੈਸੇਜ ਭੇਜੋਗੇ, ਮੇਲ ਕਰੋਗੇ, ਹੋ ਸਕਦਾ ਬੰਦਾ ਡਿਲੀਟ ਕਰ ਦੇ, ਫਸ ਜੇ। ਇਗਨੋਰ ਦਿਸ ਈਮੇਲ, ਫਾਰਵਰਡ ਦਿਸ ਈਮੇਲ ਟੂ ਯਰ ਫਰੈਂਡ, ਇਹ ਥੋੜੀ ਕਰਾਂਗੇ ਜੇ ਆਪ ਫਸ ਕੇ ਦੂਜਿਆਂ ਨੂੰ ਫਸਾਵਾਂਗੇ। ਰਿਪਲਾਈ ਟੂ ਸੈਂਡਰ, ਰਿਪਲਾਈ ਤਾਂ ਹੁੰਦਾ ਹੀ ਨਹੀਂ ਇਹਨੂੰ, ਇਹ ਅਨਰਿਪਲਾਈਬਲ ਮੇਲ ਹੁੰਦੀ ਹੈ। ਤਾਂ ਇਹਦੇ ਵਿੱਚ ਇਹੀ ਹੈ ਕਿ ਇਗਨੋਰ ਦਿਸ ਮੇਲ ਜਾਂ ਡਿਲੀਟ ਦਿਸ ਮੇਲ, ਚੁੱਪ ਕਰਕੇ ਇਗਨੋਰ ਕਰ ਦਿਓ ਤੇ ਇਹਨੂੰ ਡਿਲੀਟ ਕਰ ਦਿਓ, ਤਾਂ ਬੀ ਆਨਸਰ ਹੈ। ਅਗਲਾ ਸਵਾਲ ਹੈ, ਬਹੁਤ ਵਧੀਆ ਸਵਾਲ ਹੈ ਵੀ, ਜਿਵੇਂ the process through which an illegitimate website pretends to be a specific legitimate website is known as। pretend ਹੁੰਦਾ ਵੀ ਬਿਹੇਵ ਕਰਨਾ, ਵੀ ਜਿਵੇਂ ਮੈਂ ਕਹਿ ਲਓ ਵੀ ਮੈਂ ਕੋਈ ਚੀਜ਼ ਮੈਨੂੰ ਆਉਂਦੀ ਨਾ ਹੋਵੇ, ਮੰਨ ਲਓ ਮੈਨੂੰ ਸਵਾਲ ਨਹੀਂ ਆਉਂਦਾ, ਇੱਕ ਸਵਾਲ 'ਚ ਮੈਂ ਫਸ ਗਿਆ ਤੇ ਉੱਥੇ ਮੈਂ ਪ੍ਰਟੈਂਡ ਕਰੀ ਜਾਵਾਂ ਵੀ ਮੈਨੂੰ ਤਾਂ ਆਉਂਦਾ, ਬਹੁਤ ਆਉਂਦਾ ਹੈ ਨਾ। ਦੇਖੋ ਕੋਈ ਵੀ ਬੰਦੇ ਨੂੰ ਸਾਰਾ ਕੁਝ ਨਹੀਂ ਆਉਂਦਾ, ਮੈਂ ਇਸ ਚੀਜ਼ ਲਈ ਮੰਨ ਕੇ ਚੱਲਦਾ ਵੀ ਆਪਾਂ ਨੂੰ ਬਾਹਲਾ ਹੈ ਨਹੀਂਗਾ ਇੰਨਾ, ਜਿੰਨਾ ਕੁ ਪ੍ਰਮਾਤਮਾ ਨੇ ਦਿੱਤਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਨਾ ਚੀਜ਼ਾਂ। ਹਰ ਬੰਦਾ ਰੋਜ਼ ਨਵੀਆਂ ਤੋਂ ਨਵੀਆਂ ਚੀਜ਼ਾਂ ਸਿੱਖਦਾ। ਅਗਰ ਤੁਹਾਨੂੰ ਵੀ ਕੋਈ ਐਵੇਂ ਦੀ ਚੀਜ਼ ਲੱਗੇ ਤਾਂ ਤੁਸੀਂ ਇਹ ਮਹਿਸੂਸ ਨਹੀਂ ਕਰਨਾ ਵੀ ਆਪਾਂ ਕੀ ਦੱਸਣਾ, ਤੁਸੀਂ ਦੱਸੋਗੇ ਤਾਂ ਉਹਦੇ ਨਾਲ ਹੀ ਗਰੋਥ ਹੁੰਦੀ ਹੈ। ਮੈਨੂੰ ਤਾਂ ਯਾਦ ਹੈ ਕਿ ਮੈਨੂੰ ਅਪਰੋਕਸੀਮੇਟਲੀ 9 ਸਾਲ ਹੋ ਗਏ ਆਪਾਂ ਨੂੰ ਟੀਚ ਕਰਦੇ ਨੂੰ, 9-10 ਸਾਲ ਹੈ ਨਾ। 2013-14 ਦੇ ਵਿੱਚ ਅਸੀਂ ਸਟਾਰਟ ਕਰਤਾ ਸੀ ਪੜ੍ਹਾਉਣਾ, ਤਾਂ ਉਸ ਸਮੇਂ ਦੇ ਵਿੱਚ ਸਟੂਡੈਂਟ ਦੀ ਫੀਡਬੈਕਸ ਦੇ ਨਾਲ ਹੀ ਬਹੁਤ ਕੁਝ ਸਿੱਖਿਆ। ਜਿਹੜੇ ਪੁਰਾਣੇ ਪੜ੍ਹੇ ਹੋਏ ਉਹਨਾਂ ਨੂੰ ਪਤਾ 14-15 ਦੇ ਵਿੱਚ ਹੈ ਨਾ। ਸੋ ਉੱਥੋਂ ਹੀ ਫੀਡਬੈਕ, ਅਸੀਂ ਹਰ ਬੈਚ ਦੇ ਵਿੱਚ ਬੱਚਿਆਂ ਦੀ ਫੀਡਬੈਕ ਲੈਂਦੇ ਸੀ ਕਿ ਤੁਹਾਨੂੰ ਕਿਵੇਂ ਲੱਗਦਾ ਹੈ। ਤੇ ਤਾਂ ਕਰਕੇ ਹੀ ਮੈਨੂੰ ਥੋੜਾ ਕੰਪੀਟੀਟਿਵ ਪੜ੍ਹਾਉਣਾ ਵਧੀਆ ਲੱਗਦਾ। ਮੈਨੂੰ ਆਮ ਕਾਲਜ ਯੂਨੀਵਰਸਿਟੀ ਦੇ ਵਿੱਚ ਵਧੀਆ ਲੱਗਦਾ ਕਿਉਂਕਿ ਉੱਥੇ ਬੰਦੇ ਨਹੀਂ ਹੁੰਦੇ ਸੁਣਨ ਵਾਲੇ, ਹੈ ਨਾ। ਤਾਂ ਚਲੋ ਹਜੇ ਆਪਣਾ ਪਰਿਵਾਰ ਥੋੜਾ ਜਿਹਾ ਛੋਟਾ, ਬੰਦੇ ਜ਼ਿਆਦਾ ਨਹੀਂ ਜੁੜੇ ਹੋਏ। ਲੱਗਦਾ ਤਾਂ ਹੈਗਾ ਹੀ, ਉਮੀਦ ਹੁੰਦੀ ਹੈ ਬੰਦੇ ਦੀ ਵੀ ਜ਼ਿਆਦਾ ਬੰਦੇ ਜੁੜਨ, ਤੁਹਾਨੂੰ ਸੁਣਨ ਵਾਲੇ ਬੰਦੇ ਜ਼ਿਆਦਾ ਹੋਣ ਤੇ ਉਹ ਕਮੈਂਟ ਕਰਨ ਵੀ ਹਾਂ ਠੀਕ ਲੱਗ ਰਿਹਾ ਜਾਂ ਨਹੀਂ ਠੀਕ ਲੱਗ ਰਿਹਾ, ਤਾਂ ਤੁਹਾਨੂੰ ਸਿੱਖਣ ਦਾ ਵੀ ਵੱਖਰਾ ਨਜ਼ਾਰਾ ਆਉਂਦਾ। ਬਹੁਤ ਜ਼ਿਆਦਾ ਲਰਨ ਕਰਦੇ ਹਾਂ, ਪਰ ਕੋਈ ਗੱਲ ਨਹੀਂ, ਚਲੋ ਪੇਸ਼ੈਂਸ ਰੱਖਣਾ ਪੈਣਾ ਆਪਾਂ ਨੂੰ। ਫੈਮਿਲੀ ਹੌਲੀ ਹੌਲੀ ਵੱਡੀ ਹੋ ਜਾਣੀ ਹੈ। ਬਾਕੀ ਤੁਸੀਂ ਇਹਦੇ 'ਚ ਹੈਲਪ ਕਰ ਸਕਦੇ ਹੋ ਮੇਰੀ, ਤਾਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ ਚੈਨਲ ਨੂੰ, ਉਹਦੇ ਨਾਲ ਹੀ ਰੀਚ ਵੱਧਦੀ ਹੈ ਆਪਣੀ, ਠੀਕ ਹੈ। ਆਪਣਾ ਇੰਸਟਾਗ੍ਰਾਮ ਚੈਨਲ ਆ, ਤੁਸੀਂ ਉੱਥੇ ਵੀ ਜਾ ਕੇ ਸਾਰੇ ਜਾਣੇ ਜੁੜੋ, ਸਬਸਕ੍ਰਾਈਬ ਕਰੋ, ਹੈ ਨਾ। ਸੋ ਇਹਨਾਂ ਚੀਜ਼ਾਂ ਦੇ ਨਾਲ, ਸੋ ਜ਼ਮਾਨਾ ਹੀ ਐਵੇਂ ਦਾ ਵੀ YouTube ਹੈ ਕਹਿੰਦਾ ਪੈਸਿਆਂ ਤੋਂ ਬਿਨਾਂ ਕਹਿੰਦਾ ਮੈਂ ਰੀਚ ਹੀ ਨਹੀਂ ਦੇਣੀ ਤੁਹਾਡੀ ਦੇਣੀ, ਜਦੋਂ ਬੰਦੇ ਵਧਾਓ ਜਾਂ ਤੁਸੀਂ ਕਹਿੰਦੇ ਪੈਸੇ ਪੇ ਕਰੋ, ਹੈ ਨਾ। ਸੋ ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਐਵੇਂ ਲੱਗਦੀਆਂ। ਹੁਣ ਆਪਣੇ ਕੋਲ ਇੰਨਾ ਬਜਟ ਹੈ ਨਹੀਂਗਾ ਵੀ ਅਸੀਂ ਲੱਖਾਂ ਰੁਪਏ ਐਡ ਤੇ ਲਾ ਦਈਏ, ਆਪਣੀ ਤਾਂ ਐਡ ਤੁਸੀਂ ਕਰਨੀ ਆ, ਠੀਕ ਹੈ। ਸੋ ਆਪਾਂ ਦੇਖਦੇ ਹਾਂ ਦੀ ਪ੍ਰੋਸੈਸ ਥਰੂ ਵਿਚ ਐਨ ਇਲੈਜੀਟੀਮੇਟ ਵੈਬਸਾਈਟ। ਲੈਜੀਟੀਮੇਟ ਹੁੰਦਾ ਅਥੈਂਟਿਕ, ਸਹੀ ਵਾਲੀ, ਜਿਹੜਾ ਬੰਦਾ ਸਹੀ ਕੰਮ ਕਰ ਰਿਹਾ ਉਹਨੂੰ ਆਪਾਂ ਬੜਾ ਲੈਜੀਟੀਮੇਟ ਪਰਸਨ ਹੈ, ਜਾਂ ਜਿਹੜੀ ਸਹੀ ਵੈਬਸਾਈਟ ਹੈ ਉਹ ਲੈਜੀਟੀਮੇਟ ਵੈਬਸਾਈਟ ਹੈ। ਜਿਵੇਂ ਆਪਾਂ ਤੁਸੀਂ SBI ਦੀ ਕੋਈ ਅਫੀਸ਼ੀਅਲ ਵੈਬਸਾਈਟ ਹੈ ਜਿੱਥੇ ਤੁਸੀਂ ਆਨਲਾਈਨ ਬੈਂਕਿੰਗ, ਨੈਟ ਬੈਂਕਿੰਗ ਕਰਦੇ ਹੋ, ਜਿਹੜੀ ਸਹੀ ਵੈਬਸਾਈਟ ਹੈ ਉਹ ਤਾਂ ਹੈਗੀ ਲੈਜੀਟੀਮੇਟ ਵੈਬਸਾਈਟ। ਜਿਹੜੀ ਇਹਦੇ ਵਰਗੀ ਬਣਾਈ ਗਈ ਹੈ ਉਹਨੂੰ ਅਸੀਂ ਬੋਲ ਦਾਂਗੇ ਇਲੈਜੀਟੀਮੇਟ ਵੈਬਸਾਈਟ, ਯਾਨੀ ਕਿ ਗਲਤ। ਤਾਂ ਹੁਣ ਇਹ ਕਹਿੰਦਾ ਉਹ ਵਾਲੀ ਪ੍ਰੋਸੈਸ ਜਿਹਦੇ ਵਿੱਚ ਇਲੈਜੀਟੀਮੇਟ ਵੈਬਸਾਈਟ, ਯਾਨੀ ਕਿ ਫੇਕ ਵੈਬਸਾਈਟ ਪ੍ਰਟੈਂਡ ਕਰਦੀ ਹੈ ਵੀ ਮੈਂ ਲੈਜੀਟੀਮੇਟ ਵੈਬਸਾਈਟ, ਉਹਨੂੰ ਕੀ ਕਿਹਾ ਜਾਂਦਾ। ਤਾਂ ਬੜਾ ਸੌਖਾ ਸਵਾਲ ਹੈ, ਬਹੁਤ ਹੀ ਵਧੀਆ ਸਵਾਲ ਹੈ, ਸਪੂਫਿੰਗ ਹੁੰਦਾ। ਮੈਂ ਦੱਸ ਵੀ ਦਿੰਦਾ,
ਸਪੂਫਿੰਗ ਕੀ ਹੁੰਦਾ, ਪਹਿਲਾਂ ਦੱਸ ਦਿੰਦੇ ਆ ਵੀ ਬੈਕਡੋਰ ਕੀ ਹੁੰਦਾ। ਬੈਕਡੋਰ ਆਪਾਂ ਅੱਗੇ ਪੜਾਂਗੇ। ਉਹ ਵਾਲਾ ਰਸਤਾ ਕੰਪਿਊਟਰ ਦੇ ਵਿੱਚ ਜਿਹਦੇ ਵਿੱਚ ਅਸੀਂ ਬਿਨਾਂ ਯੂਜ਼ਰ ਨੇਮ ਤੇ ਪਾਸਵਰਡ ਤੋਂ ਐਂਟਰ ਕਰ ਦਿੰਦੇ ਆ, ਉਹਨੂੰ ਆਪਾਂ ਕੀ ਬੋਲ ਦਿੰਦੇ ਆ, ਬੈਕਡੋਰ ਬੋਲ ਦਿੰਦੇ ਆ। ਸਨਿਫਿੰਗ ਹੁੰਦਾ, ਸਨਿਫਿੰਗ ਇੱਕ ਡਿਵਾਈਸ ਹੁੰਦਾ, ਸੁੰਘਣਾ ਹੁੰਦਾ ਜਾਂ ਛਾਣਬੀਨ ਕਰਨਾ, ਐਨਾਲਿਸਿਸ ਕਰਨਾ। ਇੱਕ ਆਪਾਂ ਮਾਰਕੀਟ ਦੇ ਵਿੱਚ ਜਾਂ ਜਿੱਥੇ ਵੀ ਨੈਟਵਰਕ ਦਾ ਐਨਾਲਿਸਿਸ ਕਰਨਾ, ਉੱਥੇ ਆਪਾਂ ਇੱਕ ਡਿਵਾਈਸ ਲਾ ਦਾਂਗੇ ਨੈਟਵਰਕ ਦੇ ਵਿੱਚ, ਜਿਹੜਾ ਸਨਿਫ ਕਰਦਾ ਰਹੂਗਾ, ਸਾਰੇ ਡੇਟਾ ਨੂੰ ਇਕੱਠਾ ਕਰਦਾ ਰਹੂਗਾ। ਜਾਂ ਜਿਵੇਂ ਆਪਾਂ ਹੁਣੀ ਦੇਖਿਆ ਵੀ ਗਿੱਪੀ ਗਰੇਵਾਲ ਦੀ ਮੂਵੀ ਦੇ ਵਿੱਚ ਉਹ ਬੰਦਾ ਪੁੱਛਣ ਲੱਗ ਜਾਂਦਾ ਜਿਹਨੂੰ ਬੈਂਕ ਲੁੱਟਦੇ ਹੁੰਦੇ ਆ, ਸ਼ਾਇਦ ਪਤਾ ਨਹੀਂ ਮੂਵੀ ਦਾ ਨਾਮ ਕੀ, ਜੱਟ ਜੇਮਸ ਬੌਂਡ ਹੈ ਕਿ ਕੀ ਹੈ ਨਾ, ਤਾਂ ਉਹ ਉਹਨਾਂ ਨੂੰ ਵੀ ਪੁੱਛਣ ਲੱਗ ਜਾਂਦਾ ਵੀ ਕਹਿੰਦਾ ਤੁਸੀਂ ਏਟੀਐਮ ਦੇ ਵਿੱਚ ਪੈਸੇ ਕਦੋਂ ਪਾਉਣ ਆਉਂਦੇ ਹੋ, ਉਹ ਇਨਫੋਰਮੇਸ਼ਨ ਲੈ ਰਿਹਾ ਨਾ। ਤਾਂ ਉਵੇਂ ਹੀ ਕੰਪਿਊਟਰ ਦੇ ਵਿੱਚ ਸਨਿਫਿੰਗ ਇੱਕ ਡਿਵਾਈਸ ਹੁੰਦਾ ਜਿਹੜਾ ਸਾਰੇ ਨੈਟਵਰਕ ਦੇ ਵਿੱਚੋਂ ਇਨਫੋਰਮੇਸ਼ਨ ਨੂੰ ਸੁੰਘ ਲੈਂਦਾ। ਉਹ ਇਨਫੋਰਮੇਸ਼ਨ ਨੂੰ ਯੂਜ਼ ਕਰਕੇ ਆਪਾਂ ਅਟੈਕ ਲਾਂਚ ਕਰ ਸਕਦੇ ਹਾਂ। ਤਾਂ ਬੈਕਡੋਰ ਉਹ ਵਾਲਾ ਰਸਤਾ ਜਿਹਦੇ ਵਿੱਚ ਅਸੀਂ ਬਿਨਾਂ ਯੂਜ਼ਰ ਨੇਮ ਪਾਸਵਰਡ ਤੋਂ ਐਂਟਰ ਕਰ ਸਕਦੇ ਹਾਂ। ਕਿਉਂ ਬਣਾਇਆ ਜਾਂਦਾ ਹੈ? ਇਹ ਜਿਹੜੇ ਡਿਵੈਲਪਰ ਹੁੰਦੇ ਨੇ ਉਹ ਬਣਾਉਂਦੇ ਨੇ, ਤਾਂ ਕਰਕੇ ਜੇ ਕੱਲ ਨੂੰ ਕੋਈ ਪ੍ਰੋਬਲਮ ਆ ਜੇ ਤਾਂ ਯੂਜ਼ਰ ਨੇਮ ਪਾਸਵਰਡ ਨਾ ਵੀ ਚੱਲੇ, ਉਹ ਬੈਕ ਐਂਡ ਦੇ ਵਿੱਚ ਸੌਫਟਵੇਅਰ ਦੇ ਵਿੱਚੋਂ ਐਂਟਰ ਕਰਕੇ ਸੈੱਟ ਕਰ ਸਕਣ, ਸਹੀ ਕਰ ਸਕਣ। ਠੀਕ ਹੈ। ਵਾਰ ਡਾਇਲਿੰਗ ਕੋਈ ਚੀਜ਼ ਮੈਂ ਐਵੇਂ ਦੀ ਪੜ੍ਹੀ ਨਹੀਂ ਹੋਈ ਹੈ ਨਾ, ਮੈਨੂੰ ਪਤਾ ਨਹੀਂ ਇਸ ਚੀਜ਼ ਦਾ। ਤੇ ਆਨਸਰ ਹੈਗਾ ਸਵੂਫਿੰਗ। ਸਵੂਫਿੰਗ ਪੜ੍ਹਦੇ ਆਪਾਂ ਕੀ ਹੁੰਦਾ। Spoofing is act of showing a communication from unknown source as being from known। ਕਹਿੰਦਾ spoofing ਇੱਕ ਸ਼ੋ ਕਰਦਾ ਹੈ communication ਨੂੰ, showing a communication from unknown source as being from known source। ਕਹਿੰਦਾ spoofing ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਸ਼ੋ ਕਰਨਾ ਵੀ unknown ਹੈਗਾ, communication unknown ਹੈ, ਉਹਨੂੰ ਇਹ ਸ਼ੋ ਕਰਨਾ ਵੀ ਉਹ known communication ਤੋਂ ਆ ਰਿਹਾ, trusted source ਤੋਂ ਆ ਰਿਹਾ। spoofing can apply to email, phone call or website। ਜਿਵੇਂ ਹੁਣ ਅੱਜ ਕੱਲ ਕੈਨੇਡਾ ਦੇ ਵਿੱਚੋਂ ਬੜੀਆਂ ਜਾਂ ਪਾਕਿਸਤਾਨ ਚੋਂ ਕਾਲ ਆ ਰਹੀਆਂ ਨੇ ਪਲੱਸ ਵਾਲੇ ਨੰਬਰ ਦੇ ਵਿੱਚੋਂ, ਹਨਾ, ਉਹ ਬੰਦੇ ਆਪਾਂ ਨੂੰ ਫੋਨ ਕਰਕੇ ਨਹੀਂ ਕਹਿ ਦਿੰਦੇ ਵੀ ਹਾਂ ਅਸੀਂ ਤੁਹਾਡਾ ਰਿਸ਼ਤੇਦਾਰ ਬੋਲਦੇ ਆ, ਪਛਾਣਿਆ ਕਿ ਨਹੀਂ ਪਛਾਣਿਆ। ਸੋ ਉਹ ਕੀ ਕਰਦੇ ਨੇ ਬੰਦੇ, ਉਹ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਅਸੀਂ ਤੁਹਾਡੇ ਨੋਨ ਆ, ਹੈਗੇ ਨੇ ਅਨਨੋਨ, ਤਾਂ ਉਹ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਅਸੀਂ ਤੁਹਾਡੇ ਨੋਨ ਬੰਦੇ ਆ, ਤਾਂ ਉਹ ਐਂ ਕਰਕੇ ਪੈਸੇ ਲੁੱਟ ਕੇ ਲੈ ਜਾਂਦੇ ਨੇ। ਤਾਂ ਇਸ ਨੂੰ ਅਸੀਂ ਸਪੂਫਿੰਗ ਬੋਲਦੇ ਹਾਂ। Spoofing can be used to gain access to target personal information। ਕਹਿੰਦਾ ਐਕਸੈਸ ਗੇਨ ਕਰਨ ਦੇ ਲਈ, ਟਾਰਗੇਟ ਕਰਨ ਦੇ ਲਈ, ਪਰਸਨਲ ਇਨਫੋਰਮੇਸ਼ਨ ਗੇਨ ਕਰਨ ਦੇ ਲਈ। ਸਪਰੈਡ ਮਾਲਵੇਅਰ ਨੂੰ ਸਪਰੈਡ ਕਰਨਾ ਥਰੂ ਕਾਦੇ, ਇਨਫੈਕਟਡ ਲਿੰਕਸ ਔਰ ਅਟੈਚਮੈਂਟਸ। ਇਨਫੈਕਟਡ ਲਿੰਕ ਜਾਂ ਈਮੇਲ ਦੇ ਵਿੱਚ ਅਟੈਚਮੈਂਟ ਭੇਜ ਕੇ ਉਹਦੇ ਵਿੱਚੋਂ ਆਪਣਾ ਪਰਸਨਲ ਇਨਫੋਰਮੇਸ਼ਨ ਨੂੰ ਗੇਨ ਕਰਨਾ ਨੂੰ ਕੀ ਬੋਲਦੇ ਨੇ ਆਪਾਂ, ਸਪੂਫਿੰਗ ਬੋਲਦੇ ਨੇ। ਜਿਵੇਂ ਆਹ ਇੱਕ ਵੈਬਸਾਈਟ ਹੈ ਜਿਹਦਾ ਆਈਪੀ ਐਡਰੈਸ ਹੈ 1.2.3.4 ਤੇ ਆਹ ਸਰਵਰ ਹੈ, ਆਈਪੀ ਐਡਰੈਸ ਹੈ, ਵੈਬ ਸਰਵਰ ਹੈ 5555। ਹੁਣ ਇਹ ਬੰਦੇ ਨੇ ਇਹਨੂੰ ਜੇਕਰ ਐਕਸੈਸ ਕਰੇ ਤਾਂ ਇਹ ਤਾਂ ਹੈਗਾ ਲੈਜੀਟੀਮੇਟ ਬੰਦਾ, ਹੈਨਾ। ਆਹ ਹੈਗਾ ਅਟੈਕਰ ਜਿਹਦਾ ਐਡਰੈਸ ਹੈਗਾ 98765, ਇਹ ਹੈਗਾ ਇਲੈਜੀਟੀਮੇਟ। ਤਾਂ ਜੇ ਇਹ ਆਹ ਇੱਕ ਮੈਸੇਜ ਭੇਜੇਗਾ ਆਈਪੀ ਐਡਰੈਸ, ਸੋਰਸ ਆਈਪੀ, ਇਹਨੂੰ ਸੋਰਸ ਆਈਪੀ ਬੋਲਾਂਗੇ, ਡੈਸਟੀਨੇਸ਼ਨ ਆਈਪੀ, ਇਹ ਮੈਸੇਜ ਵੈਬ ਸਰਵਰ ਕੋਲੇ ਜਾਂਦਾ। ਵੈਬ ਸਰਵਰ ਦੇਖ ਲੂਗਾ ਡੈਸਟੀਨੇਸ਼ਨ ਮੇਰੇ ਹੀ ਆ ਵੀ ਹਾਂ ਬੰਦਾ ਮੇਰੇ ਕੋਲ ਹੀ ਆਉਣਾ ਚਾਹੁੰਦਾ ਸੀ, ਸੋਰਸ ਉਹਨੇ ਆਪਦਾ ਕਿਹੜਾ ਪਾਤਾ 1 2 3 4 ਪਾਤਾ, ਵੈਬ ਸਰਵਰ ਨੂੰ ਲੱਗਣਾ ਵੀ ਆਹ ਵਾਲੇ ਬੰਦੇ ਤੋਂ ਆਇਆ ਕਿਉਂਕਿ ਸੋਰਸ ਇਹ ਆ। ਤਾਂ ਅਟੈਕਰ ਕੀ ਕਰ ਰਿਹਾ, ਇਹ ਸਰਵਰ ਨੂੰ ਸ਼ੋਅ ਕਰ ਰਿਹਾ ਵੀ ਮੈਂ ਆਹ ਬੰਦਾ ਹਾਂ, ਅਸਲ ਦੇ ਵਿੱਚ ਹੈਗਾ ਅਟੈਕਰ ਉਹਦਾ ਆਪਦਾ ਐਡਰੈਸ ਇਹ ਨਹੀਂ ਹਾਈਡ ਕੀਤਾ ਹੋਇਆ। ਤਾਂ ਕਰਕੇ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਐਕਟ ਆਫ ਸ਼ੋਇੰਗ ਕਮਿਊਨੀਕੇਸ਼ਨ ਫਰੋਮ unknown source as being from known source or trusted source। so this is known as spoofing or spoof। so ਇੱਥੇ ਵੀ ਉਹੀ ਹੈ, the process through which ਮੈਂ ਫੇਰ ਭੁੱਲ ਗਿਆ ਨਾ, illegitimate website pretends to be a specific legitimate website is known as spoofing। ਸੋ ਮੈਨੂੰ ਲੱਗਦਾ ਤੁਹਾਨੂੰ ਕਲੀਅਰ ਹੋ ਗਿਆ ਹੋਣਾ, ਜ਼ੋਰ ਬਹੁਤ ਲੱਗ ਰਿਹਾ ਮੇਰਾ ਕਿਉਂਕਿ ਲੰਬਾ ਹੋ ਗਿਆ ਥੋੜਾ ਜਿਹਾ ਲੈਕਚਰ। ਹੁਣ ਮੈਨੂੰ ਆਦਤ ਨਹੀਂ ਹੈ ਵੀ ਲੰਬੇ ਲੈਕਚਰ ਰਿਕਾਰਡ ਕਰਨ ਦੀ, ਛੋਟੇ ਛੋਟੇ ਲੈਕਚਰ ਹੀ ਆਪਾਂ ਰਿਕਾਰਡ ਕਰਦੇ ਹਾਂ, ਤੁਹਾਡੇ ਲਈ ਵੀ ਲੰਬਾ ਹੋ ਜਾਂਦਾ ਪੜ੍ਹਨਾ, ਹਨਾ। ਚਲੋ ਥੋੜੇ ਜਿਹੇ ਸਵਾਲ ਰਹਿੰਦੇ ਨੇ, ਆਪਾਂ ਦੇਖਦੇ ਹਾਂ। ਕਹਿੰਦਾ ਹਾਊ ਯੂ ਕੈਨ ਪ੍ਰੋਟੈਕਟ ਯੂਅਰ ਸਿਸਟਮ ਫਰੋਮ ਟਰੋਜਨ ਹਾਰਸਸ ਐਂਡ ਬੈਕਡੋਰਸ। ਤਾਂ ਬੈਕਡੋਰ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਦੁਬਾਰੇ ਦੱਸ ਦਿੰਦਾ, ਟਰੋਜਨ ਹਾਰਸ ਵੀ ਦੱਸ ਦਿੰਦਾ। ਵੈਸੇ ਮੈਂ ਲੈਵਲ 1 ਦੇ ਵਿੱਚ ਚੰਗੀ ਤਰ੍ਹਾਂ ਇਹ ਚੀਜ਼ਾਂ ਕਰਾਈਆਂ ਹੋਈਆਂ ਨੇ। ਸਬ ਇੰਸਪੈਕਟਰ ਦਾ ਸਵਾਲ ਆ, ਦੇਖੋ ਤੁਹਾਨੂੰ ਖੁਸ਼ ਹੋ ਜਾਣਾ ਚਾਹੀਦਾ ਨਾ, ਇਸ ਲੈਵਲ ਦੇ ਪੁੱਛੇ ਜਾਂਦੇ ਨੇ। ਕਹਿੰਦਾ ਆਪਾਂ ਸਿਸਟਮ ਨੂੰ ਕਿਵੇਂ ਪ੍ਰੋਟੈਕਟ ਕਰ ਸਕਦੇ ਹਾਂ ਟਰੋਜਨ ਹਾਰਸ ਤੇ ਬੈਕਡੋਰ ਦੇ ਵਿੱਚੋਂ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਟਰੋਜਨ ਹਾਰਸ ਇੱਕ ਹਿਸਟਰੀ ਦੇ ਵਿੱਚ ਹੋਈ ਸੱਚੀ ਗੱਲ ਹੈ ਇਹ ਵੀ। ਟਰੋਏ ਸਿਟੀ ਦੇ ਵਿੱਚ ਗ੍ਰੀਕਸ ਨੇ ਹਮਲਾ ਕੀਤਾ ਸੀ, ਟਰੋਏ ਸਿਟੀ ਨੂੰ ਘੇਰਾ ਪਾ ਲਿਆ ਤੇ ਗ੍ਰੀਕਸ ਬਾਹਰ ਬੈਠੇ ਸੀ ਕਿਲੇ ਦੇ ਤੇ ਟਰੋਏ ਸਿਟੀ ਦੇ ਲੋਕ ਅੰਦਰ ਬੈਠੇ ਸੀ। ਤਾਂ ਉਹ ਕਾਫੀ ਸਮਾਂ ਉਹਨਾਂ ਦੀ ਜਦੋਜਹਿਦ ਚੱਲਦੀ ਰਹੀ, ਨਾ ਤਾਂ ਗ੍ਰੀਕਸ ਨੇ ਹਾਰ ਮੰਨੀ ਨਾ ਟਰੋਏ ਵਾਲਿਆਂ ਨੇ।
ਫਿਰ ਗ੍ਰੀਕਸ ਨੇ ਕੀ ਕੀਤਾ, ਵੱਡਾ ਸਾਰਾ ਲੱਕੜ ਦਾ ਘੋੜਾ ਬਣਾ ਕੇ ਅੰਦਰ ਭੇਜਤਾ ਕਿਲੇ ਦੇ ਵਿੱਚ। ਕਹਿੰਦੇ ਜੀ ਆਪਾਂ ਸੰਧੀ ਕਰਨਾ ਚਾਹੁੰਦੇ ਹਾਂ, ਚੱਕੋ ਅਸੀਂ ਸਿੰਬਲ ਹੈ ਸਾਡਾ, ਧਾਰਮਿਕ ਸਿੰਬਲ ਹੈ। ਤਾਂ ਕਿਲੇ ਦੇ ਵਿੱਚ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ, ਵੀ ਸ਼ੁਕਰ ਹੈ ਚਲੋ ਬੰਦੇ ਮੰਨ ਗਏ। ਤੇ ਘੋੜਾ ਇਹਨਾਂ ਨੇ ਰੱਖ ਲਿਆ ਤੇ ਰਾਤ ਨੂੰ ਕਹਿੰਦੇ ਵੀ ਪੀ ਪੂ ਕੇ ਸੌਂ ਗਏ ਬੰਦੇ ਇਹ ਰੱਜ ਕੇ, ਵੀ ਚਲੋ ਹੁਣ ਤਾਂ ਆਪਣੀ ਜੰਗ ਸਵੇਰੇ ਖਤਮ ਹੋ ਜਾਣੀ ਹੈ। ਤੇ ਇਹਦੇ ਵਿੱਚ ਸੈਨਿਕ ਸੀਗੇ, ਰਾਤ ਨੂੰ ਇਹ ਬੰਦੇ ਨਿਕਲਦੇ ਨੇ ਤੇ ਮੇਨ ਐਂਟਰੈਂਸ ਖੋਲ ਦਿੰਦੇ ਨੇ, ਤੇ ਬਾਹਰ ਵਾਲੇ ਗ੍ਰੀਕ ਸਾਰੇ ਬੰਦੇ ਜਿਹੜੇ ਉਹ ਸਿਟੀ ਟਰੋਏ ਸਿਟੀ ਦੇ ਵਿੱਚ ਐਂਟਰ ਕਰ ਜਾਂਦੇ ਨੇ। ਤਾਂ ਗ੍ਰੀਕਸ ਫਿਰ ਇਹ ਕਹਿੰਦੇ ਨੇ ਵੀ ਜੰਗ ਜਿੱਤ ਜਾਂਦੇ ਨੇ। ਤਾਂ ਇਹ ਦੇਖਣ ਨੂੰ ਜਿਹੜਾ ਟਰੋਜਨ ਦੇਖਣ ਨੂੰ ਜਿਹੜਾ ਹਾਰਸ ਸੀ, ਇਹ ਲੁੱਕ ਲਾਈਕ ਇਹ ਲੈਜੀਟੀਮੇਟ ਸੀ, ਬਟ ਨਿਕਲਿਆ ਇਹ ਇਲੈਜੀਟੀਮੇਟ। ਜਦੋਂ ਹੀ ਇਹਨੂੰ ਮੌਕਾ ਮਿਲਿਆ ਇਹਨੇ ਆਪਦਾ ਕੰਮ ਕਰਤਾ। ਤਾਂ ਕੰਪਿਊਟਰ ਦੇ ਵਿੱਚ ਵੀ ਸੇਮ ਹੀ ਚੀਜ਼ ਚੱਲਦੀ ਆ, ਉਹ ਵਾਲਾ ਸੌਫਟਵੇਅਰ ਜਿਹੜਾ ਦੇਖਣ ਨੂੰ ਠੀਕ ਲੱਗਦਾ, ਪਰ ਜਦੋਂ ਹੀ ਉਹਨੂੰ ਮੌਕਾ ਮਿਲਦਾ ਉਹ ਆਪਦਾ ਕੰਮ ਕਰ ਦਿੰਦਾ, ਉਹ ਵਾਇਰਸ ਫੈਲਾ ਦਿੰਦਾ। ਤਾਂ ਉਹਨੂੰ ਬੋਲਦੇ ਆਪਾਂ ਟਰੋਜਨ ਹਾਰਸ, ਉਹੀ ਕਨਸੈਪਟ ਲੱਗਦਾ। ਠੀਕ ਆ। ਬੈਕਡੋਰ ਹੁੰਦਾ ਜਿਵੇਂ ਆਪਾਂ ਸਿੱਧੇ ਤਰੀਕੇ ਨਾਲ ਯੂਜ਼ਰ ਨੇਮ ਤੇ ਪਾਸਵਰਡ ਭਰ ਕੇ ਜਾਵਾਂਗੇ, ਉਹ ਇੱਕ ਰਸਤਾ ਹੋ ਗਿਆ ਉਹਦੇ ਵਿੱਚ ਐਂਟਰ ਕਰਨ ਦਾ, ਉਹ ਹੁੰਦਾ ਅਥੈਂਟੀਕੇਸ਼ਨ। ਜਿਵੇਂ ਅਥੈਂਟੀਕੇਸ਼ਨ ਦੇ ਵਿੱਚ ਤੁਹਾਨੂੰ ਆਪਦੀ ਆਇਡੈਂਟੀਟੀ ਦੇਣੀ ਪੈਂਦੀ ਹੈ। ਤੁਹਾਡੇ ਕੋਲੇ ਯੂਜ਼ਰ ਨੇਮ ਹੋਣਾ ਚਾਹੀਦਾ, ਦੂਸਰਾ ਤੁਹਾਡੇ ਕੋਲੇ ਪਾਸਵਰਡ ਹੋਣਾ ਚਾਹੀਦਾ। ਇਹ ਤਾਂ ਹੈਗਾ ਸਹੀ ਤਰੀਕਾ, ਵੀ ਜਿਹੜੇ ਤਰੀਕੇ ਦੇ ਨਾਲ ਤੁਸੀਂ ਸਿਸਟਮ ਦੇ ਵਿੱਚ ਐਂਟਰ ਕਰ ਸਕਦੇ ਹੋ। ਜੇ ਤੁਹਾਡੇ ਕੋਲ ਯੂਜ਼ਰ ਨੇਮ ਤੇ ਪਾਸਵਰਡ ਨਹੀਂ ਹੈਗਾ, ਤੁਸੀਂ ਇੱਕ ਹੋਰ ਤਰੀਕੇ ਨਾਲ ਵੀ ਅੰਦਰ ਜਾ ਸਕਦੇ ਹੋ, ਬੈਕਡੋਰ। ਵੈਸੇ ਦਿਖਾਉਣ ਨੂੰ ਐ ਦਿਖਾ ਰਿਹਾ ਵੀ ਪਿਛਲਾ ਤਰੀਕਾ, ਮੰਨ ਲਓ ਨੈਟ ਬੈਂਕਿੰਗ ਦੇ ਵਿੱਚ ਤੁਹਾਨੂੰ ਐਂਟਰ ਕਰਨ ਦੇ ਲਈ ਯੂਜ਼ਰ ਨੇਮ ਤੇ ਪਾਸਵਰਡ ਹੀ ਚਾਹੀਦਾ, ਪਰ ਜਿਨ੍ਹਾਂ ਨੇ ਐਪਲੀਕੇਸ਼ਨ ਬਣਾਈ ਆ ਉਹ ਸਿਸਟਮ ਦੇ ਵਿੱਚ ਐਂਟਰ ਕਰਨ ਦੇ ਲਈ ਉਹਨਾਂ ਕੋਲੇ ਬਿਨਾਂ ਯੂਜ਼ਰ ਨੇਮ ਤੇ ਪਾਸਵਰਡ ਤੋਂ ਐਂਟਰ ਹੋਣ ਦਾ ਤਰੀਕਾ ਹੋਊਗਾ। ਜੇ ਉਹ ਵੀ ਸਿਸਟਮ ਦਾ ਪਾਸਵਰਡ ਭੁੱਲ ਜਾਣ, ਜਾਂ ਉਹਨਾਂ ਨੇ ਬਿਨਾਂ ਸਿਕਿਉਰਿਟੀ ਤੋਂ ਚੀਜ਼ਾਂ ਜਲਦੀ ਸੈੱਟ ਕਰਨੀਆਂ ਹੋਣ, ਹਨਾ, ਤਾਂ ਫਿਰ ਉਹ ਬਿਨਾਂ ਸਿਕਿਉਰਿਟੀ ਤੋਂ ਉਹਨਾਂ ਕੋਲੇ ਖੋਲਣ ਦਾ ਤਰੀਕਾ ਹੁੰਦਾ, ਉਹ ਹੁੰਦਾ ਬੈਕਡੋਰ। ਤੇ ਉਹ ਬੈਕਡੋਰ ਤੇ ਅਟੈਕਰ ਬਹੁਤ ਜਲਦੀ ਅਟੈਕ ਕਰਦੇ ਨੇ ਤੇ ਰੂਟ ਦਾ ਐਕਸੈਸ ਲੈ ਲੈਂਦੇ ਨੇ। ਤਾਂ ਉਹ ਬਲਰਨੇਬਲ ਹੁੰਦਾ, ਬਲਰਨੇਬਲ ਮਤਲਬ ਅਟੈਕ ਹੋਣ ਦੇ ਚਾਂਸ ਹੁੰਦੇ ਨੇ, ਤਾਂ ਉਹਨੂੰ ਅਸੀਂ ਬੈਕਡੋਰ ਬੋਲਦੇ ਹਾਂ, ਹਨਾ। ਇਹ backdoor refers to any method by which authorized and unauthorized user are able to get around normal security measure। ਚਾਹੇ ਭਾਵੇਂ authorized ਹੈ ਜਿਹਦੇ ਕੋਲ ਯੂਜ਼ਰ ਨੇਮ ਤੇ ਪਾਸਵਰਡ ਹੈ, ਚਾਹੇ unauthorized ਯੂਜ਼ਰ ਹੈ ਜਿਹੜਾ ਕਿ ਨਾਰਮਲ ਜੀ ਸਿਕਿਉਰਿਟੀ ਹੁੰਦੀ ਹੈ, ਜਿਹੜਾ ਕਿ ਉਹ ਬਾਈਪਾਸ ਕਰ ਦਿੰਦਾ ਹੈ। ਐਂਡ ਗੇਨ ਰੂਟ ਲੈਵਲ ਐਕਸੈਸ, ਰੂਟ ਲੈਵਲ ਵੱਡੇ ਲੈਵਲ ਦਾ ਐਕਸੈਸ, ਜਿਵੇਂ ਮੁੱਖ ਮੰਤਰੀ ਦੇ ਅੰਦਰ ਜਾਣਾ ਰੂਟ ਲੈਵਲ ਦਾ ਐਕਸੈਸ ਹੈ, ਇੰਪੋਰਟੈਂਟ ਡਾਕੂਮੈਂਟ ਫਾਈਲਾਂ ਐਕਸੈਸ ਕਰਨੀਆਂ ਰੂਟ ਲੈਵਲ ਦਾ ਐਕਸੈਸ ਹੈ। ਔਨ ਕੰਪਿਊਟਰ ਸਿਸਟਮ ਨੈਟਵਰਕਸ ਔਰ ਸੌਫਟਵੇਅਰ ਐਪਲੀਕੇਸ਼ਨ, ਕਿਸੇ ਨੈਟਵਰਕਸ ਦੇ ਵਿੱਚ ਜਾਂ ਸੌਫਟਵੇਅਰ ਐਪਲੀਕੇਸ਼ਨ ਦੇ ਵਿੱਚ ਇਹ ਵਾਲੀਆਂ ਚੀਜ਼ਾਂ ਲੈ ਲੈਣੀਆਂ, ਇਹਨੂੰ ਬੈਕਡੋਰ ਬੋਲਿਆ ਜਾਂਦਾ। ਤਾਂ ਕਹਿੰਦਾ ਹੁਣ ਸਵਾਲ ਚੰਗੀ ਤਰ੍ਹਾਂ ਪੜ੍ਹਦੇ ਹਾਂ। ਹਾਊ ਯੂ ਕੈਨ ਪ੍ਰੋਟੈਕਟ, ਕਹਿੰਦਾ ਤੁਸੀਂ ਕਿਵੇਂ ਪ੍ਰੋਟੈਕਟ ਕਰ ਸਕਦੇ ਹੋ ਟਰੋਜਨ ਹਾਰਸ ਤੋਂ ਤੇ ਬੈਕਡੋਰ ਤੋਂ। ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਟਰੋਜਨ ਹਾਰਸ ਵੈਬਸਾਈਟ ਦੇ ਵਿੱਚ ਲਿੰਕ ਆਉਂਦਾ, ਸਾਨੂੰ ਉਹ ਕਹਿੰਦਾ ਵੀ ਤੁਸੀਂ 5 ਲੱਖ ਦੀ ਲੋਟਰੀ ਜਿੱਤ ਚੁੱਕੇ ਹੋ, ਇਹਦੇ ਤੇ ਕਲਿੱਕ ਕਰਕੇ ਆਪਦੀ ਇਨਫੋਰਮੇਸ਼ਨ ਭਰੋ। ਤਾਂ ਅਸੀਂ ਫਸਾਂਗੇ ਹਨਾ, ਕਿ ਉਹ ਇਨਫੋਰਮੇਸ਼ਨ ਸੱਚੀ ਥੋੜੀ ਹੈਗੀ। ਸਾਨੂੰ ਲੱਗਦਾ ਵੀ 5 ਲੱਖ ਜਿੱਤ ਗਏ ਤੇ ਜਲਦੀ ਇਨਫੋਰਮੇਸ਼ਨ ਭਰ ਦਗੇ, ਅਸੀਂ ਪੈਸੇ ਲੈ ਲਾਂਗੇ। ਜਾਂ ਉਹ ਦਿਲ ਜਿਹਾ ਧੜਕ ਰਿਹਾ ਹੁੰਦਾ, ਉਹਦੇ ਲਿਖਿਆ ਹੁੰਦਾ ਵੀ ਮੈਂ ਹੂੰ ਪ੍ਰਿਆ, ਮੈਂ ਆਪਸੇ ਬਾਤ ਕਰਨਾ ਚਾਹਤੀ ਹੂੰ, ਮੈਂ ਆਪਸੇ ਬਾਤ ਕਰਨੇ ਕੇ ਲਈ ਤੜਫ ਰਹੀ ਹੂੰ। ਜਿਹੜੇ ਫਿਰ ਤੜਫ ਜਾਂਦੇ ਆ, ਲਿੰਕ ਤੇ ਕਲਿੱਕ ਕਰ ਦਿੰਦੇ ਆ, ਉਹਨਾਂ ਦੇ ਵਿੱਚ ਵਾਇਰਸ ਆਉਂਦਾ ਹੀ ਆਉਂਦਾ, ਹਨਾ। ਸੋ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ। ਉਹੀ ਉਹ ਕਹਿ ਰਿਹਾ ਵੀ ਸਟੇ ਅਵੇ ਫਰੋਮ ਸਸਪੈਕਟ ਵੈਬਸਾਈਟ ਔਰ ਵੈਬ ਲਿੰਕ। ਇਹੋ ਜਿਹੀਆਂ ਵੈਬਸਾਈਟਾਂ ਜਿਨ੍ਹਾਂ ਦੇ ਵਿੱਚ ਚਾਂਸ ਨੇ ਵੀ ਬੈਕਡੋਰ ਹੋ ਸਕਦਾ ਹੈ ਜਾਂ ਟਰੋਜਨ ਹਾਰਸ ਹੋ ਸਕਦਾ, ਉਹਨਾਂ ਤੋਂ ਬਚ ਕੇ ਰਹੋ। ਸਰਫ ਔਨ ਵੈਬ ਕੌਸ਼ੀਅਸਲੀ ਹੈ ਨਾ, ਕੌਸ਼ੀਅਸਲੀ। ਸਰਫ ਮਤਲਬ ਹੁੰਦਾ ਵੀ ਯੂਜ਼ ਕਰਨਾ। ਕਹਿੰਦਾ ਇੰਟਰਨੈਟ ਸਰਫ ਕਰਨ ਨੂੰ ਤੁਸੀਂ ਕੌਸ਼ੀਅਸਲੀ ਵਰਤੋ, ਇਹ ਥੋੜੀ ਹੈ ਵੀ ਆਪਾਂ ਨੂੰ ਪਤਾ ਨਾ ਹੋਰ ਹੀ ਕੁਝ ਆਪਾਂ ਦੱਬੀ ਤੁਰੇ ਜਾਂਦੇ ਆ। ਤਾਂ ਇਹ ਦੋਨੋਂ ਚੀਜ਼ਾਂ ਦਾ ਧਿਆਨ ਰੱਖਣਾ। ਸਾਡੇ ਕੰਪਿਊਟਰ ਦੇ ਵਿੱਚ ਵਾਇਰਸ ਉਹਨਾਂ ਚਿਰ ਨਹੀਂ ਆਉਂਦਾ ਜਿੰਨਾ ਚਿਰ ਅਸੀਂ ਗਲਤ ਜਗ੍ਹਾ ਤੇ ਆਪਦੀ ਇਨਫੋਰਮੇਸ਼ਨ ਨਹੀਂ ਦਿੰਦੇ, ਕਿਸੇ ਲਿੰਕ ਤੇ ਫਾਲਤੂ ਤੇ ਕਲਿੱਕ ਨਹੀਂ ਕਰਦੇ। ਠੀਕ ਹੈ, ਤਾਂ ਇਹ ਦੋਨੋਂ ਹੀ ਚੀਜ਼ਾਂ ਠੀਕ ਨੇ। ਤਾਂ ਫਿਰ ਇਹਦਾ ਆਨਸਰ ਹੈਗਾ ਡੀ, ਬੋਥ 1 ਐਂਡ 2। ਅਗਲਾ ਸਵਾਲ ਹੈਗਾ, ਕਹਿੰਦਾ ਇਹ ਵੀ ਦੇਖੋ ਸਬ ਇੰਸਪੈਕਟਰ ਦਾ ਹੀ ਸਵਾਲ ਆ। ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਐਗਜ਼ਾਮਪਲ ਆਫ ਐਨ ਆਨਲਾਈਨ ਸਾਈਬਰ ਸਿਕਿਉਰਿਟੀ ਥ੍ਰੈਟ। ਆਨਲਾਈਨ ਸਾਈਬਰ ਸਿਕਿਉਰਿਟੀ ਦੇ ਥ੍ਰੈਟ ਕਿਹੜੇ ਕਿਹੜੇ ਹੋ ਸਕਦੇ ਨੇ? ਕੰਪਿਊਟਰ ਵਾਇਰਸ ਬਿਲਕੁਲ ਠੀਕ ਹੈ, ਵਾਇਰਸ ਆਪਾਂ ਪੜ੍ਹਿਆ, ਵਾਇਰਸ ਹੋ ਸਕਦਾ ਹੈ, ਬੋਮ ਹੋ ਸਕਦਾ ਹੈ। ਸਪਾਈਵੇਅਰ ਥ੍ਰੈਟ, ਸਪਾਈਵੇਅਰ ਕੀ ਹੁੰਦੇ ਨੇ? ਜਿਹੜੇ ਰਿਮੋਟਲੀ ਸਾਡਾ ਕੰਪਿਊਟਰ ਨੂੰ ਕੰਟਰੋਲ ਕਰ ਦਿੰਦੇ ਨੇ, ਉਹ ਵਾਲੇ ਪ੍ਰੋਗਰਾਮ ਜਿਹੜੇ ਸਾਡੇ ਕੰਪਿਊਟਰ ਦੇ ਵਿੱਚ ਇੰਸਟਾਲ ਹੋ ਕੇ ਕਿਸੇ ਦੂਜੇ ਬੰਦੇ ਨੂੰ ਸਾਡੇ ਕੰਪਿਊਟਰ ਦੀ ਇੰਪੋਰਟੈਂਟ ਇਨਫੋਰਮੇਸ਼ਨ ਨੇ ਜਿਹੜੇ ਸੈਂਡ ਕਰਦੇ ਰਹਿੰਦੇ ਨੇ, ਉਹਨੂੰ ਸਪਾਈਵੇਅਰ ਬੋਲ ਦਿੰਦੇ ਆ। ਇਹਨਾਂ ਸਪਾਈਵੇਅਰ ਨੂੰ ਡਿਟੈਕਟ ਕਰਨ ਦੇ ਲਈ, ਡਿਲੀਟ ਕਰਨ ਦੇ ਲਈ ਜਿਹੜੇ ਸੌਫਟਵੇਅਰ ਵਰਤੇ ਜਾਂਦੇ ਨੇ ਉਹ ਕਿਹੜੇ ਹੁੰਦੇ ਨੇ? ਐਂਟੀ ਸਪਾਈਵੇਅਰ। ਜਿਹੜੇ ਵਾਇਰਸ ਨੂੰ ਕੱਢਣ ਲਈ ਵਰਤੇ ਜਾਂਦੇ ਨੇ ਉਹ ਕਿਹੜੇ ਹੁੰਦੇ ਨੇ? ਐਂਟੀ ਵਾਇਰਸ।
ਹੈਕਰ ਤੇ ਪ੍ਰੀਡੇਟਰ ਵੀ ਉਹੀ ਹੁੰਦੇ ਨੇ, ਮਲੀਸ਼ੀਅਸ ਸੌਫਟਵੇਅਰ ਬੋਲ ਦਿੰਦੇ ਆ ਪ੍ਰੀਡੇਟਰ ਨੂੰ, ਮਲੀਸ਼ੀਅਸ ਸੌਫਟਵੇਅਰ ਜਾਂ ਪ੍ਰੋਗਰਾਮ। ਹੈਕਰ ਆਪਾਂ ਨੂੰ ਪਤਾ ਹੀ ਹੈ, ਜਿਹੜੇ ਬੰਦੇ ਹੈਕ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਫਿਸ਼ਿੰਗ ਹੁੰਦਾ, ਜਿਵੇਂ ਆਪਾਂ ਮੱਛੀਆਂ ਫੜਦੇ ਆ, ਕੁੰਡੀ ਤੇ ਆਪਾਂ ਆਟਾ ਲਾ ਕੇ ਸਿੱਟ ਦਿੰਦੇ ਆ, ਉਹਦੇ 'ਚ ਮੱਛੀਆਂ ਫਸ ਜਾਂਦੀਆਂ, ਮੱਛੀ ਨੂੰ ਭੁਲੇਖਾ ਪੈ ਜਾਂਦਾ ਵੀ ਆਟਾ ਇਹ ਮੇਰੇ ਲਈ ਆ, ਤੇ ਆਟਾ ਖਾਣ ਦੇ ਲਈ ਉਹ ਆਪਦੀ ਜਾਨ ਗਵਾ ਬੈਠਦੀ ਹੈ। ਉਵੇਂ ਸਾਡੇ ਕੋਲੇ ਵੀ ਫਿਸ਼ਿੰਗ ਲਗਾਈ ਜਾਂਦੀ ਹੈ, ਕੁੰਡੀ ਲਗਾ ਕੇ ਸਾਨੂੰ ਵੈਬਸਾਈਟ ਤੇ ਫਸਾ ਲਿਆ ਜਾਂਦਾ। ਕਿਵੇਂ? ਸਾਡੇ ਸਾਹਮਣੇ ਇੱਕ ਵੈਬਸਾਈਟ, ਜਿਵੇਂ ਮੰਨ ਲਓ ਫੇਸਬੁੱਕ ਦੀ ਵੈਬਸਾਈਟ ਹੈ ਇਹ, ਜਿਵੇਂ ਦਾ ਕਲਰ, ਜਿਵੇਂ ਦੇ ਰੰਗ ਢੰਗ, ਜਿਵੇਂ ਦੇ ਗ੍ਰਾਫਿਕਸ ਫੇਸਬੁੱਕ ਦੇ ਨੇ, ਕੋਈ ਬੰਦੇ ਨੇ ਉਹ ਬੰਦੇ ਨੇ ਸਾਡਾ ਫੇਸਬੁੱਕ ਦਾ ਯੂਜ਼ਰ ਨੇਮ ਤੇ ਪਾਸਵਰਡ ਲੈਣਾ। ਉਹ ਕੀ ਕਰੂਗਾ? ਬਿਲਕੁਲ ਸਾਡੇ ਵਰਗੀ ਫੇਸਬੁੱਕ ਦੀ ਵੈਬਸਾਈਟ ਬਣਾਊਗਾ। ਮੰਨ ਲਓ ਇਹ ਹੈਗੀ ਹੈ ਓਰੀਜਨਲ ਵੈਬਸਾਈਟ www.facebook.com, ਇਹ ਤਾਂ ਹੈਗੀ ਹੈ ਓਰੀਜਨਲ। ਤਾਂ ਜਿਹੜਾ ਬੰਦਾ ਬਣਾਊਗਾ ਉਹ ਇਹ ਵਾਲੀ ਡੋਮੇਨ ਲੈ ਲੂਗਾ www.facebook.com। ਹਾਂ, ਆ ਤਾਂ ਐਫ ਹੀ ਹੈ। ਬਸ ਇੱਥੇ ਦੋ ਏ ਨੇ, ਇੱਥੇ ਇੱਕ ਏ ਆ। ਆਹ ਹੈਗੀ ਆ ਫੇਕ ਵੈਬਸਾਈਟ। ਤਾਂ ਜਦੋਂ ਅਸੀਂ ਇਹਨੂੰ ਅੱਗੇ ਲਿਆਉਣਾ ਕੋਈ ਵੀ ਵੱਡੀ ਗੱਲ ਨਹੀਂ, ਆਪਾਂ ਗੂਗਲ ਦੇ ਵਿੱਚ ਭਰਦੇ ਹਾਂ ਫੇਸਬੁੱਕ, ਤਾਂ ਅੱਜ ਕੱਲ੍ਹ SEO ਦਾ ਟਾਈਮ ਹੈ। SEO, ਸਰਚ ਇੰਜਨ ਆਪਟੀਮਾਈਜੇਸ਼ਨ। ਸਰਚ ਇੰਜਨ ਆਪਟੀਮਾਈਜੇਸ਼ਨ ਕਰਾ ਕੇ ਤੁਸੀਂ ਕਿਸੇ ਪਰਟੀਕੂਲਰ ਲੋਕੇਸ਼ਨ ਤੇ ਆਪਣੀ ਵੈਬਸਾਈਟ ਪਹਿਲੇ ਨੰਬਰ ਤੇ ਲਿਆ ਸਕਦੇ ਹੋ। ਇਹ ਚੀਜ਼ਾਂ ਪੋਸੀਬਲ ਨੇ। ਤਾਂ ਹੈਕਰ ਨੇ ਆਹ ਵੈਬਸਾਈਟ ਪਹਿਲੇ ਨੰਬਰ ਤੇ ਲਿਆਂਦੀ। ਵੈਸੇ ਅੱਜ ਕੱਲ੍ਹ ਦੀ ਇਹ ਪੋਸੀਬਿਲਿਟੀ ਨਹੀਂ ਹੈ, ਥਿਊਰੀ ਦਾ ਹੀ ਅਟੈਕ ਰਹਿ ਗਿਆ, ਕਿਉਂਕਿ ਬਹੁਤ ਲੰਬਾ ਸਮਾਂ ਪੈਣ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਸੈੱਟ ਕਰ ਲੈਂਦੀਆਂ ਨੇ ਕੰਪਨੀਆਂ। ਨਹੀਂ ਹੁੰਦਾ ਅੱਜ ਕੱਲ੍ਹ ਇਹ ਅਟੈਕ, ਬਟ ਮੈਂ ਫਿਰ ਵੀ ਤੁਹਾਨੂੰ ਸਮਝਾਉਣ ਲਈ ਦੱਸ ਰਿਹਾ। ਫਿਸ਼ਿੰਗ ਅੱਜ ਕੱਲ੍ਹ ਆਲਮੋਸਟ ਖਤਮ ਹੋ ਚੁੱਕੇ ਨੇ ਇਹ। ਕਿਉਂ? ਕਿਉਂਕਿ OTP ਆ ਗਿਆ। ਜੇ ਕੋਈ ਸਾਡਾ ਬੰਦਾ ਯੂਜ਼ਰ ਨੇਮ ਪਾਸਵਰਡ ਲੈ ਵੀ ਲਊਗਾ, ਉਹ ਚੇਂਜ ਤਾਂ ਨਹੀਂ ਕਰ ਸਕਦਾ ਨਾ। ਚੇਂਜ ਕਰਨ ਲਈ ਕੀ ਚਾਹੀਦਾ? OTP ਚਾਹੀਦਾ। ਉਹ ਵੱਖਰੀ ਗੱਲ ਹੈ ਵੀ ਤੁਸੀਂ OTP ਆਨ ਹੀ ਨਹੀਂ ਕੀਤੀ ਹੋਈ, 2 ਵੇ ਅਥੈਂਟੀਕੇਸ਼ਨ ਜੇਕਰ ਆਨ ਨਹੀਂ ਕੀਤੀ, ਫਿਰ ਤੁਸੀਂ ਫਸ ਸਕਦੇ ਹੋ। ਤਾਂ ਹਮੇਸ਼ਾ ਹੀ ਆਪਦੇ ਪਰਸਨਲ ਅਕਾਊਂਟ ਦੇ ਵਿੱਚ ਸਾਰਿਆਂ ਦੇ ਵਿੱਚ 2 ਸਟੈਪ ਵੈਰੀਫਿਕੇਸ਼ਨ ਔਨ ਕਰਕੇ ਰੱਖਣੀ ਹੈ ਤੁਸੀਂ, ਠੀਕ ਹੈ। ਤਾਂ ਇਹ ਵਾਲੀ ਵੈਬਸਾਈਟ ਤੇ ਕੀ ਹੋਇਆ? ਖੁੱਲੀ, ਅਸੀਂ ਲਿੰਕ ਕਲਿੱਕ ਕੀਤਾ, ਅਸੀਂ ਯੂਜ਼ਰ ਨੇਮ ਤੇ ਪਾਸਵਰਡ ਭਰਿਆ। ਜਦੋਂ ਹੀ ਅਸੀਂ ਸਾਈਨ ਅਪ ਕੀਤਾ, ਇਹ ਵਾਲੀ ਵੈਬਸਾਈਟ ਨੇ ਡਾਟਾ ਕਿਹਨੂੰ ਭੇਜਿਆ? ਹੈਕਰ ਨੂੰ ਭੇਜਿਆ। ਤੇ ਇਸ ਨੂੰ ਅਸੀਂ ਬੋਲਦੇ ਨੇ ਫਿਸ਼ਿੰਗ। ਕਿ ਫਿਸ਼ਿੰਗ ਹੁੰਦਾ ਇੱਕ ਉਹ ਵਾਲੀ ਟੈਕਨੀਕ ਜਿਹਦੇ ਵਿੱਚ ਕ੍ਰੈਡੈਂਸ਼ੀਅਲ ਚੋਰੀ ਕਰ ਲੈਣੇ ਬਾਈ ਸ਼ੋਇੰਗ ਇਹ ਵੀ ਇੱਕ ਰੀਅਲ ਵੈਬਸਾਈਟ ਹੈ। ਬਿਲਕੁਲ ਇਹ ਸਪੂਫਿੰਗ ਵਰਗਾ ਹੀ ਹੁੰਦਾ, ਬਟ ਸਪੂਫਿੰਗ ਦੇ ਵਿੱਚ ਆਇਡੈਂਟੀਟੀ ਚੋਰੀ ਕਰਦਾ, ਇਹ ਤੁਹਾਡੇ ਕ੍ਰੈਡੈਂਸ਼ੀਅਲ ਚੋਰੀ ਕਰਦਾ, ਠੀਕ ਆ। ਤਾਂ ਫਿਰ ਇਹ ਚਾਰੋਂ ਹੀ ਠੀਕ ਨੇ, ਆਨਸਰ ਸੀ ਹੈ। ਐਗਜ਼ਾਮਪਲ ਨੇ ਇਹ ਆਨਲਾਈਨ ਸਾਈਬਰ ਸਿਕਿਉਰਿਟੀ ਥ੍ਰੈਟ ਨੇ, ਵਾਇਰਸ ਹੋ ਸਕਦਾ ਹੈ, ਫਿਸ਼ਿੰਗ ਹੋ ਸਕਦੀ ਹੈ। ਇੱਥੇ ਬਣਨਾ ਹੋਊਗਾ, ਚਲੋ ਇਹਦਾ ਆਨਸਰ ਹੀ ਨਹੀਂ। ਸਪਾਈਵੇਅਰ ਹੋ ਸਕਦਾ, ਹੈਕਰ ਤੇ ਪ੍ਰੀਡੇਟਰ ਹੋ ਸਕਦੇ, ਠੀਕ ਹੈ। ਅਗਲਾ ਸਵਾਲ ਆ ਜਿਵੇਂ ਕਹਿੰਦਾ ਪਾਸਵਰਡ ਕੈਨ ਬੀ ਗੈਸਡ ਸਮਟਾਈਮ ਵਿਦ ਦੀ ਨੌਲੇਜ ਆਫ ਦੀ ਯੂਜ਼ਰ ਪਰਸਨਲ ਇਨਫੋਰਮੇਸ਼ਨ। ਕਹਿੰਦਾ ਸਮਟਾਈਮ ਪਾਸਵਰਡ ਗੈਸ ਕੀਤਾ ਜਾ ਸਕਦਾ ਹੈ ਯੂਜ਼ਰ ਦੀ ਪਰਸਨਲ ਨੌਲੇਜ ਜੇਕਰ ਸਾਨੂੰ ਹੋਵੇ। ਵਿੱਚ ਉਹਦੀ ਫੋਲੋਇੰਗ ਆਰ ਐਗਜ਼ਾਮਪਲ ਆਫ ਗੈਸੇਬਲ ਪਾਸਵਰਡ। ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਗੈਸੇਬਲ ਹੋ ਸਕਦੀਆਂ ਨੇ? ਜੇਕਰ ਕਹਿੰਦਾ ਪਾਸਵਰਡ ਹੋਵੇ ਯੂਜ਼ਰ ਨੇਮ ਔਰ ਲੌਗਇਨ ਨੇਮ, ਵਿੱਚ ਉਹਦਾ ਫੋਲੋਇੰਗ ਐਗਜ਼ਾਮਪਲ ਆਫ ਗੈਸੇਬਲ ਪਾਸਵਰਡ। ਕਹਿੰਦਾ ਜੇਕਰ ਤੁਸੀਂ ਯੂਜ਼ਰ ਨੇਮ ਹੈ ਉਹੀ ਤੁਹਾਡਾ ਪਾਸਵਰਡ ਹੈ ਤਾਂ ਗੈਸ ਕੀਤਾ ਜਾ ਸਕਦਾ। ਹਰ ਬੰਦਾ ਪਹਿਲਾਂ ਯੂਜ਼ਰ ਨੇਮ ਹੀ ਟਰਾਈ ਕਰਕੇ ਦੇਖਦਾ। ਸਪੋਜ਼ ਕਰੋ ਮੇਰਾ ਯੂਜ਼ਰ ਨੇਮ ਹੈਗਾ ਸਿੱਧੂ 89, ਤਾਂ ਬੰਦਾ ਸਭ ਤੋਂ ਪਹਿਲਾਂ ਟਰਾਈ ਕਰਕੇ ਦੇਖੂਗਾ ਵੀ ਯਾਰ ਯੂਜ਼ਰ ਨੇਮ ਹੀ ਲਾ ਕੇ ਦੇਖ ਲਈ। ਅਸੀਂ ਥੋੜਾ ਜਿਹਾ ਸੌਖਾ ਹੀ ਰੱਖ ਲੈਂਦੇ ਹਾਂ, ਸਾਨੂੰ ਐਂ ਲੱਗਦਾ ਵੀ ਯਾਦ ਕਰਨਾ ਸੌਖਾ ਹੋ ਜਾਊਗਾ। ਜੇ ਸਾਡਾ ਲੌਗਇਨ ਨੇਮ ਵੀ ਉਹੀ ਹੁੰਦਾ ਯੂਜ਼ਰ ਨੇਮ, ਜੇ ਇਹ ਹੈ ਤਾਂ ਗੈਸ ਕੀਤਾ ਜਾ ਸਕਦਾ, ਗੈਸੇਬਲ। ਦੀ ਵਰਡ ਲਾਈਕ ਕਈ ਵਾਰੀ ਅਸੀਂ ਪਾਸਵਰਡ ਹੀ ਰੱਖ ਲੈਂਦੇ ਹਾਂ ਵੀ ਪਾਸਵਰਡ ਕੀ ਹੈ? ਪਾਸਵਰਡ ਹੈ। ਜਾਂ ਅਸੀਂ ਪਾਸਕੋਡ ਰੱਖ ਲੈਂਦੇ ਹਾਂ, ਜਾਂ ਅਸੀਂ ਐਡਮਿਨ ਰੱਖ ਲੈਂਦੇ ਹਾਂ, ਜਾਂ ਅਸੀਂ ਲੌਗਇਨ ਰੱਖ ਲੈਂਦੇ ਹਾਂ, ਜਾਂ ਜਿਹੜੀ ਸਾਈਟ ਤੇ ਬਣਾਇਆ ਹੁੰਦਾ, ਜਿਵੇਂ ਫੇਸਬੁੱਕ ਦਾ ਪਾਸਵਰਡ ਅਸੀਂ ਫੇਸਬੁੱਕ ਰੱਖ ਲੈਂਦੇ ਹਾਂ, ਐਮਾਜੋਨ ਦਾ ਪਾਸਵਰਡ ਅਸੀਂ ਐਮਾਜੋਨ ਰੱਖ ਲੈਂਦੇ ਹਾਂ, ਐਮਾਜੋਨ 1 2 3 ਰੱਖ ਲੈਂਦੇ ਹਾਂ। ਉਹਦੇ ਨਾਲ ਰਿਲੇਟ ਕਰਦੀਆਂ ਚੀਜ਼ਾਂ ਨੇ, ਜਿਹੜੀਆਂ ਪਰਸਨਲ ਚੀਜ਼ਾਂ ਨੇ, ਉਹ ਪਾਸਵਰਡ ਗੈਸੇਬਲ ਹੈ। ਤਾਂ ਯੂਜ਼ਰਸ ਬਰਥ ਪਲੇਸ ਔਰ ਡੇਟ ਆਫ ਬਰਥ, ਇਹ ਵੀ ਹੋ ਸਕਦਾ। ਜੇ ਮੈਂ ਤੁਹਾਨੂੰ 20 ਪਰਸਨਲ ਕੁਐਸਚਨ ਦੇਵਾਂ ਜਿਹਦੇ ਵਿੱਚ ਮੈਂ ਤੁਹਾਡਾ ਨਾਮ ਪੁੱਛਾਂ, ਤੁਹਾਡਾ ਫਾਦਰ ਨੇਮ, ਮਦਰ ਨੇਮ, ਤੁਹਾਡਾ ਸਿਸਟਰ ਬ੍ਰਦਰ, ਕਿੰਨੇ ਸਿਸਟਰ ਬ੍ਰਦਰਸ ਹੋ, ਕਿ ਮੈਂ ਕਹਿ ਰਿਹਾ ਸੀ ਵੀ ਕਿੰਨੇ ਸਿਸਟਰ ਮਦਰਸ ਹੋ। ਮਦਰ ਤਾਂ ਚਲੋ ਬੰਦੇ ਦੀ ਇੱਕੋ ਹੀ ਹੁੰਦੀ ਹੈ ਨਾ, ਪੇਰੈਂਟਸ। ਫਾਦਰ ਤਾਂ ਜ਼ਿਆਦਾ ਹੋ ਸਕਦਾ ਕਿ ਫਾਦਰ ਵੀ ਨਹੀਂ ਹੋ ਸਕਦੇ। ਚਲੋ ਇਹ ਮਜ਼ਾਕ ਦੀ ਗੱਲ ਰਹੀ। ਤਾਂ ਇਹਦੇ ਵਿੱਚ ਇਹ ਸੀਗਾ ਵੀ ਇਹ ਸਾਰੀ ਪਰਸਨਲ ਇਨਫੋਰਮੇਸ਼ਨ, ਤੁਹਾਡੇ 143 ਦਾ ਕੀ ਨਾਮ ਹੈ, ਤੁਹਾਡੇ ਪੈਟ ਦਾ ਕੀ ਨਾਮ ਹੈ, ਤੁਹਾਡਾ ਵਿਲੇਜ ਕਿਹੜਾ, ਤੁਹਾਡਾ ਪਹਿਲਾ ਕ੍ਰਸ਼ ਕੌਣ ਸੀ, ਤੁਹਾਡਾ ਪਹਿਲਾ ਕਹਿ ਲਓ ਵੀ ਤੁਹਾਡਾ ਡੌਗ ਕੌਣ ਸੀ, ਤੁਸੀਂ ਕਿਹੜੀ ਗ੍ਰੈਜੂਏਸ਼ਨ ਕੀਤੀ, ਕੀ ਸਟੱਡੀ ਕੀਤੀ ਹੈ, ਇਹ ਸਾਰੀਆਂ ਚੀਜ਼ਾਂ ਪਰਸਨਲ ਇਨਫੋਰਮੇਸ਼ਨ ਦਾ ਮੈਂ ਕੀ ਕੀਤਾ? ਤੁਹਾਡਾ
ਸਰਵੇ ਕਰਾ ਲਿਆ, ਇੱਕ ਤੁਹਾਨੂੰ ਪ੍ਰਿੰਟ ਆਊਟ ਦਿੱਤੇ 20 ਸਵਾਲ ਲਏ ਤੁਸੀਂ ਭਰਤੇ, ਤਾਂ ਬਹੁਤ ਜ਼ਿਆਦਾ ਚਾਂਸ ਨੇ ਵੀ ਮੈਂ ਤੁਹਾਡਾ ਪਾਸਵਰਡ ਗੈਸ ਕਰ ਪਾਵਾਂ। ਤਾਂ ਇਹ ਵਾਲੀ ਟੈਕਨੀਕ ਜਿਹਦੇ ਵਿੱਚ ਬੰਦੇ ਦਾ ਪਰਸਨਲ ਇਨਫੋਰਮੇਸ਼ਨ ਦੇ ਨਾਲ ਪਾਸਵਰਡ ਗੈਸ ਕੀਤਾ ਜਾਂਦਾ ਹੈ, ਇਹਨੂੰ ਬੋਲਦੇ ਨੇ ਸੋਸ਼ਲ ਇੰਜੀਨੀਅਰਿੰਗ। ਸੋਸ਼ਲ ਇੰਜੀਨੀਅਰਿੰਗ, ਇਹ ਯਾਦ ਰੱਖਣਾ, ਕਈ ਵਾਰੀ ਸਵਾਲ ਪੁੱਛ ਸਕਦਾ, ਮੈਨੂੰ ਯਾਦ ਆ ਗਿਆ। ਸੋਸ਼ਲ ਇੰਜੀਨੀਅਰਿੰਗ ਦੇ ਵਿੱਚ ਸਾਈਕੋਲੋਜੀਕਲੀ ਬ੍ਰੇਨ ਦਾ ਐਨਾਲਿਸਿਸ ਕੀਤਾ ਜਾਂਦਾ ਹੈ, ਉਹਦੇ ਤੋਂ ਪਰਸਨਲ ਇਨਫੋਰਮੇਸ਼ਨ ਪੁੱਛ ਕੇ ਉਹਨੂੰ ਹੀ ਅੱਗੇ ਪਿੱਛੇ ਕਰਕੇ ਉਹਦੇ ਨਾਲ ਪਾਸਵਰਡ ਗੈਸ ਕੀਤਾ ਜਾ ਸਕਦਾ ਹੈ। ਤਾਂ ਫਿਰ ਇਹ ਵੀ ਪਾਸਵਰਡ ਹੋ ਸਕਦਾ ਹੈ, ਇਹ ਵੀ ਗੈਸੇਬਲ ਹੈ, ਇਹ ਵੀ ਗੈਸੇਬਲ ਹੈ। ਆਨਸਰ ਇਹੀ ਹੋਣਾ ਚਾਹੀਦਾ, ਇਹੀ ਆਨਸਰ ਹੈ, ਗੈਸੇਬਲ ਨੇ। ਠੀਕ ਹੈ, ਅਗਲਾ ਸਵਾਲ ਕਹਿੰਦਾ, ਦੇਖੋ ਇਹ ਵੀ ਐਸਆਈ ਦਾ, ਦੇਖੋ ਐਸਆਈ ਦੇ ਘੈਂਟ ਸਵਾਲ ਪੁੱਛੇ ਹੋਏ ਸਬ ਇੰਸਪੈਕਟਰ ਨੇ। ਉਹੀ ਬੰਦੇ ਕਹੀ ਜਾਂਦੇ ਇੱਥੇ ਵੱਡੇ ਵੱਡੇ ਮਾਰੀ ਜਾਂਦੇ ਆ ਵੀ ਕੰਪਿਊਟਰ ਔਖਾ ਹੁੰਦਾ, ਔਖਾ ਥੋੜੀ ਯਾਰ ਕੰਪਿਊਟਰ, ਪੜਾਓ ਤਾਂ ਸਹੀ ਤੁਸੀਂ ਜਾਣ ਲਾ ਕੇ, ਤੁਸੀਂ ਕਨਸੈਪਟ ਦੀ ਡੀਪ ਨੌਲੇਜ ਬੰਦੇ ਨੂੰ ਦਿਓ, ਕਨਸੈਪਟ ਬਿਲਡ ਕਰਾਓ। ਤੇ ਕਿਵੇਂ ਹੋ ਸਕਦਾ ਸਵਾਲ ਨਾ ਫਸੇ? ਹੁਣ ਤੱਕ ਦੇ ਦੋਨੋਂ ਸਵਾਲ ਕੀਤੇ ਨੇ, ਜੇ ਤੁਹਾਨੂੰ ਕਨਸੈਪਟ ਸਮਝ ਆ ਗਿਆ ਤਾਂ ਹੋ ਹੀ ਨਹੀਂ ਸਕਦਾ ਵੀ ਸਾਡਾ ਸਵਾਲ ਫਸ ਜੇ, ਹਨਾ। ਤਾਂ ਸਵਾਲ ਆਪਾਂ ਪੜ੍ਹਦੇ ਹਾਂ, ਕਹਿੰਦਾ ਵਿਚ ਆਫ ਦ ਫੋਲੋਇੰਗ ਇਜ਼ ਮੇਨ ਪਰਪਸ ਆਫ ਹੈਕਿੰਗ। ਹੈਕਿੰਗ ਦਾ ਕੀ ਪਰਪਸ ਹੁੰਦਾ? ਹੈਕਿੰਗ ਕਰਨਾ, ਕਿਸੇ ਦੇ ਸਿਸਟਮ ਨੂੰ ਬ੍ਰੇਕ ਕਰਨਾ। ਮੰਨ ਲਓ ਮੈਂ ਪੰਜਾਬੀ ਯੂਨੀਵਰਸਿਟੀ ਦੀ ਸਾਈਟ ਨੂੰ ਹੈਕ ਕਰਨਾ ਚਾਹੁੰਦਾ, ਮੇਰਾ ਮੇਨ ਮੋਟਿਵ ਕੀ ਹੋ ਸਕਦਾ? ਇੱਕ ਤਾਂ ਮੈਂ ਪਬਲਿਸਿਟੀ ਚਾਹੁੰਦਾ, ਜਿਵੇਂ ਗੈਂਗਸਟਰ ਦੂਜੇ ਗੈਂਗਸਟਰ ਨੂੰ ਮਾਰ ਦਿੰਦੇ ਨੇ, ਉਹਨਾਂ ਦਾ ਕੀ ਹੋ ਸਕਦਾ? ਉਹਨਾਂ ਦਾ ਵੀ ਸੇਮ ਹੀ ਨੇ, ਉਹ ਵੀ ਹੈਕਰ ਹੀ ਨੇ ਇੱਕ ਤਰੀਕੇ ਦੇ, ਉਹ ਫਿਜ਼ੀਕਲ ਲਾਈਫ ਦੇ ਨਾਲ ਡੀਲ ਕਰਦੇ ਨੇ, ਥ੍ਰੈਟ ਕਰਦੇ ਨੇ। ਆਪਾਂ ਇੱਥੇ ਸੋਸ਼ਲ ਤਾਂ ਨਹੀਂ, ਲੌਜੀਕਲੀ ਵੈਬਸਾਈਟ ਦੇ ਨਾਲ ਡੀਲ ਕਰਦੇ ਹਾਂ। ਤਾਂ ਗਰੀਡ ਹੁੰਦਾ, ਲਾਲਚ, ਬੰਦੇ ਦਾ ਲਾਲਚ ਹੋ ਸਕਦਾ ਹੈਕਿੰਗ, ਉਹਨੇ ਪੈਸੇ ਕਮਾਉਣੇ ਹੋਣ, ਹੋ ਸਕਦਾ ਉਹ ਫੇਮ ਭਾਲਦਾ ਹੋਵੇ, ਪਬਲਿਸਿਟੀ। ਹੈਕਰਾਂ ਨੂੰ ਸਭ ਤੋਂ ਜ਼ਿਆਦਾ ਪਬਲਿਸਿਟੀ ਦਾ ਹੀ ਹੁੰਦਾ। ਹੁਣ ਮੈਂ ਕਿਸੇ ਦੇ ਘਰ ਦਾ ਵਾਈਫਾਈ ਦਾ ਪਾਸਵਰਡ ਹੈਕ ਕਰਦਾ ਤਾਂ ਮੈਨੂੰ ਬੜਾ ਵਧੀਆ ਲੱਗੂ, ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੂਗਾ ਕਿ ਮੈਂ ਯਾਰ ਹੈਕ ਕਰ ਦੇਣਾ। ਤਾਂ ਤੁਸੀਂ ਉਹ ਵੈਬ ਸੀਰੀਜ਼ ਦੇਖੀ ਹੋਣੀ, ਬੜੀ ਚੱਲੀ ਸੀ, ਮੈਂ ਹੁਣ ਨਾਮ ਭੁੱਲ ਗਿਆ, ਮਨੀ ਹਾਈਸਟ। ਹਾਂ, ਤਾਂ ਉਹਦੇ ਵਿੱਚ ਕਿੰਨੀ ਪਬਲਿਸਿਟੀ ਹੁੰਦੀ ਹੈ ਉਹਨਾਂ ਦੀ, ਪੂਰੇ ਉਹਨਾਂ ਦੇ ਆਪਦੇ ਕੰਟਰੀ ਦੇ ਵਿੱਚ, ਹਨਾ। ਸੋ ਉਹ ਪਬਲਿਸਿਟੀ ਲਈ ਵੀ ਹੋ ਸਕਦਾ, ਉਹਨਾਂ ਉਹ ਪਬਲਿਸਿਟੀ ਵੀ ਕਰ ਰਹੇ ਸੀ, ਗਰੀਡ ਵੀ ਕਰ ਰਹੇ ਸੀ। ਐਡਵੈਂਚਰ ਹੋ ਸਕਦਾ, ਅਸੀਂ ਪਹਾੜਾਂ ਦੇ ਵਿੱਚ ਜਾ ਕੇ ਐਡਵੈਂਚਰ ਕਰਦੇ ਹਾਂ, ਤਾਂ ਕਿਸੇ ਬੰਦੇ ਨੂੰ ਇਹ ਚੀਜ਼ਾਂ ਐਡਵੈਂਚਰ ਲੱਗਦੀਆਂ ਹੋਣ, ਤਾਂ ਇਹ ਤਿੰਨੋਂ ਚੀਜ਼ਾਂ ਹੋ ਸਕਦੀਆਂ ਨੇ ਹੈਕਿੰਗ ਦੇ ਲਈ। ਠੀਕ ਹੈ, ਸੋ ਇਹ ਸਵਾਲ ਸੀ। ਅਗਲਾ ਸਵਾਲ ਕਹਿੰਦਾ, ਸਾਈਬਰ ਸਿਕਿਉਰਿਟੀ ਸ਼ੁੱਡ ਬੀ ਅਪਲਾਈਡ ਟੂ ਵਿਚ ਆਫ ਦ ਫੋਲੋਇੰਗ ਕੰਪਿਊਟਿੰਗ ਡਿਵਾਈਸ। ਸਾਈਬਰ ਸਿਕਿਉਰਿਟੀ ਹੁੰਦਾ ਜਿਵੇਂ ਕੰਪਿਊਟਰ ਸਿਕਿਉਰਿਟੀ ਜਾਂ ਸਾਈਬਰ ਸਿਕਿਉਰਿਟੀ, ਕਿੰਨਾ ਚੀਜ਼ਾਂ ਨੂੰ ਲੋੜ ਹੈ? ਲੈਪਟਾਪ ਨੂੰ ਬਿਲਕੁਲ ਚਾਹੀਦੀ ਹੈ, ਲੈਪਟਾਪ ਨੂੰ ਸਿਕਿਉਰਿਟੀ। ਸਮਾਰਟਫੋਨ ਦੇ ਵਿੱਚ ਵੀ ਆਪਾਂ ਨੂੰ ਐਂਟੀਵਾਇਰਸ ਵਗੈਰਾ ਚਾਹੀਦੇ ਨੇ, ਤੇ ਸਰਵਰ ਨੂੰ ਤਾਂ ਚਾਹੀਦੀ ਹੈ ਜਿੱਥੇ ਡਾਟਾ ਪਿਆ, ਮੇਨ ਡਾਟਾ ਸੈਂਟਰ ਹੈ, ਜਿਵੇਂ ਗੂਗਲ ਦੇ ਸਰਵਰ ਨੇ, ਯਾਹੂ ਦੇ ਨੇ, ਜੀਮੇਲ ਦੇ ਨੇ। ਅਗਰ ਇਹ ਸਿਕਿਉਰ ਨਹੀਂ ਹੈਗੇ ਤਾਂ ਸਾਡਾ ਸਾਰਾ ਡਾਟਾ ਉੱਡ ਜਾਊਗਾ, ਹਨਾ। ਤਾਂ ਇਹਦਾ ਆਨਸਰ ਸੀ ਹੈ, ਤਿੰਨੋਂ ਜਗ੍ਹਾ ਤੇ ਇਹ ਚਾਹੀਦੀ ਹੈ ਆਪਾਂ ਨੂੰ ਸਿਕਿਉਰਿਟੀ। ਅਗਲਾ ਸਵਾਲ ਆ ਗਿਆ ਜੀ, ਇਹ ਵੀ ਸਬ ਇੰਸਪੈਕਟਰ ਦਾ, ਵੀ ਵਧੀਆ ਸਵਾਲ ਆ। ਕਹਿੰਦਾ ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਆਰ ਕਰੈਕਟ। ਕਹਿੰਦਾ ਹੇਠ ਲਿਖਿਆ ਚੋਂ ਕਰੈਕਟ ਹੈ। ਇੱਕ ਤਾਂ ਆਪਾਂ ਇਹ ਚੀਜ਼ ਮੇਨ ਯਾਦ ਰੱਖਣੀ ਹੈ ਵੀ ਕਰੈਕਟ ਪੁੱਛਦਾ ਕਿ ਇਨਕਰੈਕਟ ਪੁੱਛਦਾ। ਕਹਿੰਦਾ ਫਾਇਰਵਾਲ ਕੈਨ ਬੀ ਕੰਬੀਨੇਸ਼ਨ ਆਫ ਹਾਰਡਵੇਅਰ ਐਂਡ ਸੌਫਟਵੇਅਰ। ਫਾਇਰਵਾਲ ਹੈ, ਕਹਿੰਦਾ ਹਾਰਡਵੇਅਰ ਤੇ ਸੌਫਟਵੇਅਰ ਦੋਨੋਂ ਹੁੰਦੇ ਨੇ। ਫਾਇਰਵਾਲ ਇਜ਼ ਨਾਰਮਲੀ ਇੰਸਟਾਲਡ ਔਨ ਸਰਵਰ ਐਂਡ ਰਾਊਟਰ। ਕੀ ਕਹਿੰਦਾ? ਫਾਇਰਵਾਲ ਸਰਵਰ ਤੇ ਰਾਊਟਰ ਤੇ ਇੰਸਟਾਲ ਹੁੰਦੀ ਹੈ ਨਾਰਮਲੀ, ਆਮ ਤੌਰ ਤੇ। ਫਿਰ ਕਹਿੰਦਾ ਲਿਸਟ ਆਫ ਵੈਬਸਾਈਟ ਕੈਨ ਬੀ ਲਿਸਟਡ ਇਨ ਫਾਇਰਵਾਲ ਟੇਬਲ। ਫਾਇਰਵਾਲ ਟੇਬਲ ਦੇ ਵਿੱਚ ਲਿਸਟ ਆਫ ਵੈਬਸਾਈਟ ਲਿਸਟ ਕੀਤੀਆਂ ਜਾਂਦੀਆਂ ਨੇ। ਰੀਸਟ੍ਰਿਕਟਿੰਗ ਅਨਵਾਂਟਡ ਪ੍ਰੋਗਰਾਮ ਟੂ ਐਕਸੈਸ ਦੀ ਪ੍ਰੋਗਰਾਮ। ਕਹਿੰਦਾ ਜਿਹੜੇ ਪ੍ਰੋਗਰਾਮ ਨੂੰ ਐਕਸੈਸ ਕਰਨਾ ਉਹਨਾਂ ਦੀਆਂ ਵੈਬਸਾਈਟਾਂ ਦੀ ਲਿਸਟ ਫਾਇਰਵਾਲ ਟੇਬਲ ਦੇ ਵਿੱਚ ਹੁੰਦੀ ਹੈ। ਤਾਂ ਬਿਲਕੁਲ ਠੀਕ ਹੈ ਗੱਲਾਂ ਇਹ। ਤਾਂ ਤੁਸੀਂ ਐਂ ਸਮਝੋ, ਪਹਿਲਾਂ ਆਪਾਂ ਫਾਇਰਵਾਲ ਹੀ ਸਮਝ ਲੈਂਦੇ ਹਾਂ ਵੀ ਫਾਇਰਵਾਲ ਕੀ ਹੈ। ਫਾਇਰਵਾਲ ਇੱਕ ਸਾਡਾ ਹੋਮ ਨੈਟਵਰਕ ਹੈ। ਸਾਡੇ ਨੈਟਵਰਕ ਦੇ ਵਿੱਚ ਇੱਕ ਰਾਊਟਰ ਲੱਗਿਆ ਹੁੰਦਾ ਹੈ, ਮੋਡਮ ਲੱਗਿਆ ਹੁੰਦਾ, ਉਹ ਡਿਵਾਈਸ ਦੇ ਵਿੱਚ ਇਹ ਮੈਕੈਨਿਜ਼ਮ ਇੰਪਲੀਮੈਂਟ ਹੁੰਦਾ। ਤਾਂ ਉਹ ਮੈਕੈਨਿਜ਼ਮ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਵੀ ਇੰਟਰਨੈਟ ਦੇ ਵਿੱਚੋਂ ਕਿਹੜੀ ਟ੍ਰੈਫਿਕ ਅਸੀਂ ਅੰਦਰ ਆਉਣ ਦੇਣੀ ਹੈ। ਜਿਵੇਂ ਰੈੱਡ ਵਾਲਾ ਅਸੀਂ ਅਲਾਓ ਨਹੀਂ ਕੀਤਾ ਹੋਇਆ, ਗ੍ਰੀਨ ਵਾਲਾ ਨੈਟਵਰਕ ਅਸੀਂ ਅੰਦਰ ਅਲਾਓ ਕੀਤਾ ਹੋਇਆ। ਤਾਂ ਫਾਇਰਵਾਲ ਮੈਂ ਲੈਵਲ 1 ਦੇ ਵਿੱਚ ਵੀ ਕਰਾ ਚੁੱਕਿਆ। ਫਾਇਰਵਾਲ ਸਾਡਾ ਕੀ ਕਰਦਾ? ਅਨਆਥੋਰਾਈਜ਼ਡ ਐਕਸੈਸ ਨੂੰ ਰੋਕਦਾ। ਜਿਵੇਂ ਆਹ ਅਨਆਥੋਰਾਈਜ਼ਡ ਹੈ, ਇਹਨੂੰ ਅਸੀਂ ਲੰਘਣ ਨਹੀਂ ਦੇ ਰਹੇ। ਅਨਆਥੋਰਾਈਜ਼ਡ ਨੂੰ ਐਕਸੈਸ ਰੋਕਦਾ। ਇਹ ਟ੍ਰੈਫਿਕ ਦੀ ਐਨਾਲਿਸਿਸ ਕਰਦਾ, ਟ੍ਰੈਫਿਕ ਨੂੰ ਫਿਲਟਰ ਕਰਦਾ। ਇਹ ਸਾਰੇ ਸ਼ਬਦ ਪੁੱਛ ਸਕਦਾ। ਟ੍ਰੈਫਿਕ ਦਾ ਐਨਾਲਿਸਿਸ ਕਰਦਾ, ਟ੍ਰੈਫਿਕ ਦੀ ਫਿਲਟਰਿੰਗ ਕਰਦਾ ਤੇ ਮੋਨੀਟਰਿੰਗ ਕਰਦਾ। ਮੈਂ ਬੋਲ ਕੇ ਦੱਸ ਦਿੰਦਾ, ਲਿਖ ਕੇ, ਮੋਨੀਟਰਿੰਗ, ਐਨਾਲਾਈਜ਼ਿੰਗ, ਫਿਲਟਰਿੰਗ ਆਫ ਟ੍ਰੈਫਿਕ ਜਾਂ ਡਾਟਾ, ਜਾਂ ਇਨਕਮਿੰਗ ਟ੍ਰੈਫਿਕ ਬੋਲ ਸਕਦੇ, ਇਨਕਮਿੰਗ ਤੇ ਆਊਟਗੋਇੰਗ। ਤਾਂ ਇਹ ਕੀ ਕਰਦਾ? ਪ੍ਰੀਵੈਂਟ, ਇੱਥੇ ਲਿਖ ਦੇਣਾ, ਪ੍ਰੀਵੈਂਟ ਅਨਆਥੋਰਾਈਜ਼ਡ, AUTHORIZED, ਅਨਆਥੋਰਾਈਜ਼ਡ ਐਕਸੈਸ। ਅਨਆਥੋਰਾਈਜ਼ਡ ਮਤਲਬ ਜਿਹੜਾ ਬੰਦਾ, ਜਿਹਨੂੰ ਅਥਾਰਟੀ ਹੈ ਨਹੀਂ ਕੋਈ,
ਜਿਵੇਂ ਆਪਾਂ ਸਿਕਿਉਰਿਟੀ ਗਾਰਡ ਦੇ ਨਾਲ ਮੈਚ ਕਰਦੇ ਆ ਇਸ ਵਾਲੀ ਐਗਜ਼ਾਮਪਲ ਨੂੰ, ਜਿਵੇਂ ਪੰਜਾਬੀ ਯੂਨੀਵਰਸਿਟੀ ਜਾਂ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਜਾਓ, ਉਹ ਬੰਦੇ ਬੈਠੇ ਨੇ, ਜੇਕਰ ਤੁਹਾਡੇ ਕੋਲੇ ਅਥਾਰਟੀ ਨਹੀਂ, ਉਹ ਤੁਹਾਨੂੰ ਅੰਦਰ ਨਹੀਂ ਐਂਟਰ ਹੋਣ ਦੇ। ਜਿਵੇਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਗੱਡੀ ਐਂਟਰ ਨਹੀਂ ਕਰ ਸਕਦੇ ਅਨਲੈਸ ਕਿ ਤੁਹਾਡੇ ਕੋਲੇ ਕੋਈ ਸਟicker ਨਹੀਂ ਲੱਗਿਆ ਫੈਕਲਟੀ ਦਾ ਜਾਂ ਨਾਨ ਟੀਚਿੰਗ ਜਾਂ ਟੀਚਿੰਗ ਦਾ। ਜੇਕਰ ਉਹ ਨਹੀਂ ਲੱਗਿਆ ਤੁਸੀਂ ਐਂਟਰ ਨਹੀਂ ਹੋ ਸਕਦੇ। ਇਹਦਾ ਮਤਲਬ ਤੁਸੀਂ ਅਨਆਥੋਰਾਈਜ਼ਡ ਬੰਦੇ ਹੋ, ਤੁਹਾਨੂੰ ਉਹ ਲੰਘਣ ਨਹੀਂ ਦੇਣਗੇ। ਜਾਂ ਮਤਲਬ ਕਿ ਤੁਸੀਂ ਯੂਨੀਵਰਸਿਟੀ ਦੇ ਵਿੱਚ ਕੋਈ ਬਹੁਤ ਸਾਰਾ ਐਵੇਂ ਦਾ, ਜਾਂ ਤਾਂ ਕੋਈ ਚੋਰੀ ਕਰਕੇ ਲੈ ਗਏ, ਜਾਂ ਤੁਸੀਂ ਉੱਥੇ ਕੋਈ ਐਵੇਂ ਦਾ ਇਹੋ ਜਿਹਾ ਆਤੰਕ ਮਚਾਇਆ ਕਿ ਉਹ ਤੁਹਾਡੇ ਤੇ ਬੈਨ ਲੱਗਿਆ ਹੋਇਆ, ਤਾਂ ਉਹਦੀ ਲਿਸਟ ਕਿਹਦੇ ਕੋਲੇ ਹੋਊਗੀ? ਮੰਨ ਲਓ 20-50 ਬੰਦਿਆਂ ਤੇ ਬੈਨ ਲੱਗਿਆ, ਤਾਂ ਉਹਨਾਂ ਦੀ ਲਿਸਟ ਸਿਕਿਉਰਿਟੀ ਗਾਰਡ ਕੋਲੇ ਹੋਊਗੀ, ਉਹ ਤੁਹਾਨੂੰ ਅੰਦਰ ਨਹੀਂ ਹੋਣ ਦੇਣਗੇ। ਜਿਵੇਂ ਇੰਡੀਅਨ ਗਵਰਨਮੈਂਟ ਕੋਲੇ ਬਹੁਤ ਸਾਰੇ ਬੰਦੇ ਨੇ ਜਿਨ੍ਹਾਂ ਦੀ ਲਿਸਟ ਬਣਾਈ ਹੋਈ ਹੈ, ਤਾਂ ਉਹ ਲਿਸਟ ਉਹਨਾਂ ਕੋਲੇ ਹੁੰਦੀ ਹੈ। ਜਦੋਂ ਹੀ ਬੰਦਾ ਐਂਟਰ ਹੁੰਦਾ ਡਾਟਾਬੇਸ ਦੇ ਵਿੱਚ ਮੈਚ ਕਰਦਾ, ਉਹਨੂੰ ਫੜਿਆ ਜਾਂਦਾ। ਔਰ ਆਪਾਂ ਸੁਣਿਆ ਨਾ 에ਅਰਪੋਰਟ ਤੇ ਬੰਦਾ ਕਿਵੇਂ ਫੜਿਆ ਜਾਂਦਾ, ਉਹ ਡਿਟੇਲ ਦੇ ਨਾਲ ਫੜਿਆ ਜਾਂਦਾ, ਉੱਥੇ ਲਿਸਟ ਹੁੰਦੀ ਹੈ। ਤਾਂ ਇਹ ਫਾਇਰਵਾਲ ਦੇਖ ਲਓ, ਤਾਂ ਇਹ ਫਾਇਰਵਾਲ ਟੇਬਲ ਹੁੰਦਾ ਜਿਹਦੇ ਵਿੱਚ ਦੱਸਣਾ ਹੁੰਦਾ ਸਾਨੂੰ ਵੀ ਸੋਰਸ ਆਈਪੀ ਐਡਰੈਸ ਕੀ ਹੈ, ਡੈਸਟੀਨੇਸ਼ਨ ਆਈਪੀ ਐਡਰੈਸ ਕੀ ਹੈ, ਪੋਰਟ ਕੀ ਹੈ, ਉਹਦਾ ਪੋਰਟ ਵੀ ਮੈਂ ਪੜਾਇਆ ਹੋਇਆ ਕੀ ਹੁੰਦੇ ਨੇ, ਐਕਸ਼ਨ ਉਹਦੇ ਤੇ ਕੀ, ਉਹਨੂੰ ਡਿਨਾਈ ਕਰਨਾ, ਆਹ ਵਾਲੇ ਐਡਰੈਸ ਤੋਂ ਡੈਸਟੀਨੇਸ਼ਨ ਤੇ ਡੇਟਾ ਜਾ ਰਿਹਾ ਤਾਂ ਇਹਨੂੰ ਆਪਾਂ ਕੀ ਕਰਦੇ, ਅਲਾਓ ਕਰ ਦੋ। ਜੇ ਇੱਥੇ ਜਾ ਰਿਹਾ, ਸਪੋਜ਼ ਕਰੋ ਫੇਸਬੁੱਕ ਆ, ਜਿਵੇਂ ਪੰਜਾਬੀ ਯੂਨੀਵਰਸਿਟੀ ਕੀ ਕਰਦੀ ਹੈ, 9 ਤੋਂ 5 ਫੇਸਬੁੱਕ ਨੂੰ ਡਿਨਾਈ ਕਰ ਦਿੰਦੇ ਨੇ। ਉੱਥੇ ਟਾਈਮ ਲਗਾਇਆ ਹੋਇਆ 9 to 5, ਮੰਡੇ ਟੂ ਫਰਾਈਡੇ, ਸੈਟਰਡੇ ਸੰਡੇ ਓਪਨ ਹੁੰਦਾ, ਤਾਂ ਬਾਕੀ ਟਾਈਮ ਤੁਸੀਂ ਇਹ ਅਲਾਓ ਹੋਊਗਾ, ਉਹ ਟਾਈਮ ਦੇ ਵਿੱਚ ਇਹ ਡਿਨਾਈ ਹੋਊਗਾ। ਤਾਂ ਇਹ ਟੇਬਲ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਸੈਂਪਲ ਪੈਕੇਟ ਫਿਲਟਰ ਫਾਇਰਵਾਲ ਰੂਲ, ਜਾਂ ਇਹ ਆਪਾਂ ਕਹਿੰਦੇ ਹਾਂ ਫਾਇਰਵਾਲ ਟੇਬਲ ਹੈ। ਟੇਬਲ ਦੇ ਵਿੱਚ ਐਂਟਰੀਆਂ ਪਈਆਂ ਹੁੰਦੀਆਂ ਨੇ, ਉਹੀ ਆਪਾਂ ਨੂੰ ਉਹਨੇ ਸਵਾਲ ਪੁੱਛਿਆ ਸੀ। ਤਾਂ ਇਹ ਰਾਊਟਰ ਹੈ, ਸਰਵਰ ਵੀ ਹੋ ਸਕਦਾ। ਤਾਂ ਆਹ ਫਾਇਰਵਾਲ ਟੇਬਲ ਹੈ, ਦੇਖੋ ਕਿਹੜੇ ਕਿਹੜੇ ਪ੍ਰੋਟੋਕਾਲ ਤੇ ਲੱਗਿਆ, TCP ਹੈ, ਐਨੀ ਹੋ ਗਿਆ, ਪਰਮਿਟ ਹੈ, ਡਿਨਾਈ ਹੈ, ਇਹ ਉਹਦੇ ਐਕਸ਼ਨ ਨੇ। ਠੀਕ ਹੈ, ਸੋ ਇਹੀ ਆਪਾਂ ਨੂੰ ਉਹਨੇ ਪੁੱਛਿਆ ਸੀ। ਫਾਇਰਵਾਲ ਕੈਨ ਬੀ ਕੰਬੀਨੇਸ਼ਨ ਆਫ ਹਾਰਡਵੇਅਰ ਐਂਡ ਸੌਫਟਵੇਅਰ, ਇਹ ਬਿਲਕੁਲ ਠੀਕ ਹੈ। ਫਾਇਰਵਾਲ ਹੈ, ਕਹਿੰਦਾ ਹਾਰਡਵੇਅਰ ਵੀ ਹੋ ਸਕਦੀ ਹੈ, ਸੌਫਟਵੇਅਰ। ਕੱਲਾ ਹਾਰਡਵੇਅਰ ਤਾਂ ਕੰਮ ਕਰੂਗਾ ਹੀ ਨਹੀਂ ਨਾ, ਕੱਲਾ ਸੌਫਟਵੇਅਰ ਵੀ ਨਹੀਂ ਕੰਮ ਕਰੂਗਾ। ਫਾਇਰਵਾਲ ਹੈ, ਜੇ ਤੁਸੀਂ ਮਾਰਕੀਟ ਦੇ ਵਿੱਚੋਂ ਖਰੀਦਣ ਜਾਓਗੇ ਤਾਂ ਤੁਹਾਨੂੰ ਇੱਕ ਹਾਰਡਵੇਅਰ ਸੌਫਟਵੇਅਰ ਦਾ ਕੰਬੀਨੇਸ਼ਨ ਮਿਲ ਜੂਗਾ। ਤੁਸੀਂ ਆਪ ਦਾ ਨਵਾਂ ਸੌਫਟਵੇਅਰ ਬਣਾ ਕੇ ਆਪਦੇ ਰਾਊਟਰ ਤੇ ਆਪ ਵੀ ਪਾ ਸਕਦੇ ਹੋ। ਕੱਲਾ ਸੌਫਟਵੇਅਰ ਬਣਾ ਲਓ ਫਾਇਰਵਾਲ ਦਾ, ਆਪਦੇ ਰਾਊਟਰ ਤੇ ਪਾ ਦਿਓ, ਉਹ ਵੀ ਪਾ ਸਕਦੇ ਹੋ। ਤੇ ਬਣਿਆ ਬਣਾਇਆ ਹਾਰਡਵੇਅਰ ਸੌਫਟਵੇਅਰ ਦਾ ਕੰਬੀਨੇਸ਼ਨ ਵੀ ਲੈ ਸਕਦੇ ਹੋ। ਤਾਂ ਪਹਿਲੀ ਸਟੇਟਮੈਂਟ ਬਿਲਕੁਲ ਕਰੈਕਟ ਹੈ। ਫਾਇਰਵਾਲ ਇਜ਼ ਨਾਰਮਲੀ ਇੰਸਟਾਲਡ ਔਨ ਸਰਵਰ ਐਂਡ ਰਾਊਟਰ, ਸਰਵਰ ਤੇ ਰਾਊਟਰਾਂ ਤੇ ਹੀ ਇੰਸਟਾਲ ਹੁੰਦੀ ਹੈ, ਜਾਂ ਨੈਟਵਰਕ ਦਾ ਜਿੱਥੇ ਐਂਟਰੀ ਪੁਆਇੰਟ ਹੁੰਦਾ, ਗੇਟਵੇ ਜਿਹਨੂੰ ਬੋਲਦੇ ਆ ਆਪਾਂ, ਜਾਂ ਆਪਾਂ ਮੋਡਮ ਬੋਲ ਸਕਦੇ ਹਾਂ, ਉੱਥੇ ਜ਼ਿਆਦਾ ਇਹ ਇੰਸਟਾਲ ਹੁੰਦੀ ਹੈ, ਜਿੱਥੋਂ ਡਾਟਾ ਐਂਟਰ ਹੁੰਦਾ ਤੇ ਆਊਟਸਾਈਡ। ਜਿਵੇਂ ਸਿਕਿਉਰਿਟੀ ਗਾਰਡ ਕਿੱਥੇ ਬੈਠਦੇ, ਗੇਟ ਤੇ ਹੀ ਬੈਠਦੇ ਆ ਨਾ, ਐਵੇਂ ਵਿਚਾਲੇ ਬੈਠਣ ਦਾ ਕੀ ਫਾਇਦਾ। ਕਿਤੇ ਵੀ ਦੇਖੋਗੇ ਉਹ ਗੇਟ ਤੇ ਬੈਠਦੇ, ਵਿਚਾਲੇ ਵੀ ਹੁੰਦੇ ਨੇ, ਬਟ ਮੇਨ ਕੰਮ ਉਹਨਾਂ ਦਾ ਗੇਟ ਤੇ ਹੁੰਦਾ, ਐਂਟਰੀ ਦਾ ਹੀ ਬੰਦਾ ਫੜਿਆ ਜਾ ਸਕਦਾ। ਅਦਰਵਾਈਜ਼ ਤਾਂ ਹੁਣ ਆਪਾਂ ਨੂੰ ਉਹਨੂੰ ਵਿੱਚ ਤੁਰੇ ਫਿਰਦੇ ਨੂੰ ਤਾਂ ਪੁੱਛਾਂਗੇ, ਬੰਦਾ ਵੀ ਗਲ ਪਊਗਾ, ਹੈਨਾ। ਅਗਲਾ, ਲਿਸਟ ਆਫ ਵੈਬਸਾਈਟ ਕੈਨ ਬੀ ਲਿਸਟਡ ਇਨ ਫਾਇਰਵਾਲ ਟੇਬਲ। ਆਹ ਦੇਖੋ ਫਾਇਰਵਾਲ ਟੇਬਲ ਸੀਗਾ, ਇਹਦੇ ਵਿੱਚ ਵੈਬਸਾਈਟ, ਸੋਰਸ ਤੇ ਡੈਸਟੀਨੇਸ਼ਨ ਆਈਪੀ ਲਿਸਟ ਕੀਤਾ ਜਾ ਸਕਦਾ ਹੈ। ਰਿਸਟ੍ਰਿਕਟਿੰਗ ਅਨਵਾਂਟਡ ਪ੍ਰੋਗਰਾਮ ਟੂ ਐਕਸੈਸ ਦੀ ਸਿਸਟਮ, ਜਿਹੜੇ ਡਿਨਾਈ ਕੀਤੇ ਨੇ ਇਹਨਾਂ ਨੂੰ ਰਿਸਟ੍ਰਿਕਟ ਕੀਤਾ। ਸੋ ਇਹ ਤਿੰਨੋਂ ਹੀ ਠੀਕ ਨੇ, ਆਨਸਰ 1 2 ਐਂਡ 3 ਹੈ। ਤੇ ਇਹ ਸੀਗੇ ਪਾਰਟ 1 ਸੀਗਾ ਲੈਵਲ 3, ਸੌਰੀ ਲੈਵਲ 2 ਮੀਡੀਅਮ, ਚੈਪਟਰ 13ਵਾਂ ਸੀ ਆਪਣਾ ਨੈਟਵਰਕ ਐਂਡ ਨੈਟਵਰਕ ਸਿਕਿਉਰਿਟੀ ਐਂਡ ਸਾਈਬਰ ਸਿਕਿਉਰਿਟੀ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਵੀ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਜਾਣ। ਆਈ ਥਿੰਕ ਕਿ ਤੁਹਾਨੂੰ ਚੀਜ਼ਾਂ ਠੀਕ ਵੀ ਲੱਗੀਆਂ ਹੋਣਗੀਆਂ, ਕਲੀਅਰ ਹੋ ਗਈਆਂ ਹੋਣਗੀਆਂ ਡਾਊਟਸ। ਫਿਰ ਵੀ ਮੈਨੂੰ ਕਮੈਂਟ ਕਰਕੇ ਦੱਸਿਓ। ਤੇ ਟੈਸਟ ਸੀਰੀਜ਼ ਬਾਰੇ ਮੈਂ ਜ਼ਰੂਰ ਦੱਸ ਦਿੰਦਾ, ਬਹੁਤ ਥੋੜਾ ਸਮਾਂ ਬਾਕੀ ਹੈ। ਅਗਰ ਤੁਸੀਂ ਟੈਸਟ ਸੀਰੀਜ਼ ਲਾਉਣਾ ਚਾਹੁੰਦੇ ਹੋ ਤਾਂ 94 635 ਤੇ 90 346 ਇਸ ਨੰਬਰ ਤੇ ਜਾ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਤੁਹਾਡੇ ਲਈ ਬਹੁਤ ਹੀ ਬੈਨੀਫੀਸ਼ੀਅਲ ਟੈਸਟ ਸੀਰੀਜ਼ ਅਸੀਂ ਬਣਾਈ ਆ, ਸਿਰਫ 249 ਰੁਪਏ ਦੇ ਵਿੱਚ। ਠੀਕ ਹੈ, ਬਹੁਤ ਜ਼ਿਆਦਾ ਚਾਰजेस ਨਹੀਂ ਲੈ ਰਹੇ। ਤਾਂ ਇਹ 249 ਰੁਪਏ ਤੁਹਾਡੀ ਜ਼ਿੰਦਗੀ ਬਦਲ ਸਕਦੇ ਨੇ। ਠੀਕ ਹੈ, ਇਸ ਦੇ ਨਾਲ ਹੀ ਤੁਹਾਡਾ ਪੇਪਰ ਕਲੀਅਰ ਹੋ ਸਕਦਾ ਹੈ। ਜੇ ਤੁਸੀਂ ਸਬ ਇੰਸਪੈਕਟਰ ਲੱਗ ਗਏ ਤਾਂ ਇਹ ਜੇ ਤੁਸੀਂ ਲੱਖਾਂ ਕਰੋੜਾਂ ਕਮਾ ਲਓਗੇ। ਤਾਂ ਸੋਚੋ ਨਾ ਜ਼ਿਆਦਾ, ਬਹੁਤ ਸਾਰੇ ਬੱਚੇ ਸਾਡੇ ਨਾਲ ਆਲਰੇਡੀ ਜੁੜੇ ਹੋਏ ਨੇ। ਪਰ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਤੁਸੀਂ ਆਪਦੇ 20 ਤੋਂ 30 ਨੰਬਰਾਂ ਨੂੰ ਵਧਾਉਣਾ ਚਾਹੁੰਦੇ ਹੋ, ਤਾਂ ਉਹਦੇ ਲਈ ਟੈਸਟ ਸੀਰੀਜ਼ ਤੁਹਾਨੂੰ ਨੈਗੇਟਿਵ ਮਾਰਕਿੰਗ ਨੂੰ ਕਿਵੇਂ ਹੈਂਡਲ ਕਰਨਾ ਹੈ, ਟਾਈਮ ਮੈਨੇਜਮੈਂਟ ਕਿਵੇਂ ਕਰਨੀ ਹੈ, ਪਲੱਸ ਸਾਰੇ ਪੁਰਾਣੇ ਕੁਐਸਚਨ ਤੁਸੀਂ ਸਬ ਇੰਸਪੈਕਟਰ ਦੇ ਕਿਵੇਂ ਤੁਸੀਂ ਆਪਣੇ ਉਹਨਾਂ ਦਾ ਸੋਲੂਸ਼ਨ ਕੱਢ ਕੇ ਜਾਣਾ, ਕਿਉਂਕਿ 70-80% ਕੰਟੈਂਟ ਹੈ ਜਿਹੜਾ ਪੁਰਾਣਿਆਂ ਚੋਂ ਹੀ ਪੁੱਛਿਆ ਜਾਂਦਾ। ਠੀਕ ਹੈ, ਤੁਸੀਂ ਮੈਸੇਜ ਕਰਕੇ ਜਾਣਕਾਰੀ ਵੀ ਲੈ ਸਕਦੇ ਹੋ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।